हाँ जी दसो, ये अपनी ऑब्जेक्टिव 1 वर्कशीट है ਉਹਦੀ HC वर्मा ਦੀ। दसो ਇਹ ਚ ਕੋਈ ਪ੍ਰੋਬਲਮ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਇਹ ਚ। सर फोर्थ क्वेश्चन। फोर्थ क्वेश्चन और सर सेवंथ। सर 8th क्वेश्चन भी। 8th क्वेश्चन भी और 6th भी। हाँ जी सर। ते और बस बाकी हो चुके। यस सर। चलो जी, सो ये कुछ क्वेश्चन तो इत्थे ही हो जाएंगे, आपां नूं अगे पेज ते जाण दी लोड़ नहीं। इसी में 4th क्वेश्चन है, देखो ਤੁਹਾਨੂੰ ਪਤਾ 4th क्वेश्चन जो स्प्रिंग बैलेंस ਹੁੰਦਾ है। स्प्रिंग बैलेंस बेसिकली अपने ਜਿਹੜਾ स्ट्रिंग है ਇਹ ਚ ਜਿਹਨੂੰ ਟੈਨਸ਼ਨ ਆਈ ਉਹਨੂੰ ਮੇਜਰ ਕਰਦਾ। ਉਹ ਹੁਣ 10 kg ਜਿਹੜਾ weight ਤਾਂ ਇੱਥੇ ਹੈ ਆਪਾਂ ਪਾਇਆ ਇੱਥੇ, ਠੀਕ ਹੈ। ਆਪਾਂ ਅਕਸਰ ਤੁਸੀਂ ਇਸ ਤਰ੍ਹਾਂ ਦੇ ਕੁਐਸਚਨ ਕੀਤੇ ਨੇ ਨਾ ਕਿ ਜਦੋਂ ਇੱਕ ਥ੍ਰੈਡ ਦੇ ਨੀਚੇ ਆਪਾਂ ਇੱਕ weight ਲਟਕਾ ਦਿੰਦੇ ਆ 10 ਕਿਲੋਗ੍ਰਾਮ, ਤੇ 10 ਕਿਲੋਗ੍ਰਾਮ ਦੇ ਨੀਚੇ ਮੰਨ ਲਓ ਇੱਥੇ ਆਪਾਂ ਇੱਕ ਹੋਰ ਲਟਕਾ ਦਿੰਦੇ ਆ 5 ਕਿਲੋਗ੍ਰਾਮ, ਤੇ ਸਾਨੂੰ ਪਤਾ ਹੁੰਦਾ ਕਿ ਜਿਹੜੇ ਆ ਥ੍ਰੈਡਸ ਹੁੰਦੇ ਨੇ ਇਹਨਾਂ ਦੀ ਟੈਨਸ਼ਨ ਅਲੱਗ-ਅਲੱਗ ਹੁੰਦੀ ਨਾ। ਜਿਵੇਂ ਇਹਦੀ ਟੈਨਸ਼ਨ ਅਲੱਗ ਹੋਏਗੀ T1 ਤੇ ਇਹਦੀ ਟੈਨਸ਼ਨ ਅਲੱਗ ਹੋਏਗੀ T2। ਰਫਲੀ ਤੁਸੀਂ ਦੱਸ ਸਕਦੇ ਹੋ ਕਿਹਦੀ ਟੈਨਸ਼ਨ ਜ਼ਿਆਦਾ ਹੋਏਗੀ? T1 ਜ਼ਿਆਦਾ ਹੋਏਗੀ ਹੈ ਨਾ, T2 ਘੱਟ ਹੋਏਗੀ। ਉਹ ਆਪਾਂ ਕੈਲਕੂਲੇਟ ਕਿਵੇਂ ਕਰਦੇ ਆ? ਉਹਨੂੰ ਫ੍ਰੀ ਬੋਡੀ ਡਾਇਗਰਾਮ ਬਣਾ ਕੇ ਵੀ ਸੋਲਵ ਕਰ ਦਿੰਦੇ ਆ, ਇਕੁਏਸ਼ਨਾਂ ਬਣਾ ਕੇ। ਤੁਸੀਂ ਇਹ ਦੇਖਿਆ ਹੀ ਆ। ਤੇ ਜੇ ਐਕਸੈਲਰੇਟ ਹੋ ਰਿਹਾ ਹੋਵੇ ਸਿਸਟਮ ਤਾਂ ਵੀ, ਤੇ ਜੇ ਐਕਸੈਲਰੇਟ ਨਾ ਹੋ ਰਿਹਾ ਤਾਂ ਵੀ ਕਿਵੇਂ ਕਰਦੇ ਆ। ਪਰ ਇੱਥੇ ਕੀ ਆ, ਇੱਥੇ ਜਿਹੜਾ ਆ ਸਪ੍ਰਿੰਗ ਬੈਲੈਂਸ ਆ ਵੀ ਸਪ੍ਰਿੰਗ ਬੈਲੈਂਸ ਹੈ ਤੇ ਦੋਨੋਂ ਹੀ ਵੇਟਲੈਸ ਨੇ। ਸਪ੍ਰਿੰਗ ਬੈਲੈਂਸ ਦਾ ਤਾਂ ਆਪਣਾ ਕੋਈ weight ਦੱਸਿਆ ਨਹੀਂ, ਸਿਰਫ ਬਲੌਕ ਆਫ ਮਾਸ 10 kg ਇੱਥੇ ਲਟਕਾਇਆ ਹੈ ਆਪਾਂ ਨੀਚੇ ਬਸ ਸਿਰਫ। ਸੋ ਇਹਦੇ ਕਰਕੇ ਕੀ ਹੈ, ਇੱਥੇ ਜਿਹੜੀ ਇਸ ਦੇ ਵੀ ਜਿਹੜੀ ਟੈਨਸ਼ਨ ਕ੍ਰੀਏਟ ਹੋਏਗੀ ਤੇ ਜਿਹੜੀ ਇੱਥੇ ਕ੍ਰੀਏਟ ਹੋਏਗੀ ਉਹ ਬਿਲਕੁਲ ਸੇਮ ਹੋਣਾ ਨਹੀਂ, ਕਿਉਂਕਿ ਇਹਦਾ ਆਹ ਵਾਲੇ ਸਪ੍ਰਿੰਗ ਬੈਲੈਂਸ ਦਾ ਦੱਸਿਆ ਕੋਈ ਮਾਸ ਨਹੀਂ ਹੁੰਦਾ, ਇਹ ਮਾਸਲੈਸ ਜਿਹਾ ਹੁੰਦਾ, ਬਹੁਤ ਹਲਕੀ ਜਿਹੀ ਚੀਜ਼ ਹੁੰਦੀ ਹੈ। ਸੋ ਇੱਥੇ ਆਪਾਂ ਨੂੰ ਉਹਨਾਂ ਨੇ ਮੈਂਸ਼ਨ ਵੀ ਨਹੀਂ ਕੀਤਾ ਉਹ। ਸੋ ਦੋਨਾਂ ਦੀ ਜਿਹੜੀ ਰੀਡਿੰਗ ਹੈ ਬਿਲਕੁਲ ਉਹੀ ਆਏਗੀ ਜੋ ਸੇਮ ਆਏਗੀ, ਕਿਉਂਕਿ ਇੱਥੇ ਆਪਾਂ ਇਹ ਮਾਸਲੈਸ ਲਿਖਿਆ, ਸਿਰਫ ਇੱਕੋ ਹੀ weight ਹੈ। ਤੇ ਇੱਥੇ ਇੱਕ ਤਰ੍ਹਾਂ ਸਮਝ ਲਓ ਕੁਛ ਹੈ ਹੀ ਨਹੀਂ, ਜਿਵੇਂ ਸਟ੍ਰਿੰਗ ਇੱਥੇ ਗੱਠ ਮਾਰੀ ਹੋਈ ਹੈ ਬਸ। ਜੇ ਸਟ੍ਰਿੰਗ 'ਚ ਗੱਠ ਹੀ ਮਾਰੀ ਹੋਈ ਹੈ ਸਿਰਫ ਇੱਕ, ਤੁਸੀਂ ਸਮਝ ਲਓ ਜਿਹਦਾ ਕੋਈ weight ਨਹੀਂ ਹੈ, ਤਾਂ ਫਿਰ ਉੱਪਰ ਤੋਂ ਨੀਚੇ ਟੈਨਸ਼ਨ ਸੇਮ ਰਹਿਣ ਵਾਲੀ ਹੈ। ਸੋ ਇੱਥੇ ਬੇਸਿਕਲੀ ਦੋਨੋਂ ਹੀ ਆਪਾਂ ਨੂੰ 10 kg ਹੀ ਰੀਡ ਕਰਨਗੇ, ਠੀਕ ਹੈ। ਇਹ ਜਸਟ ਇੱਕ ਬੇਸਿਕ ਆਈਡੀਆ ਸੀ ਇਹਦੇ ਬਾਰੇ। ਹੁਣ ਜਿਹੜਾ ਹੈਗਾ ਉਹ ਸੌਰੀ ਲਿਟ ਗਿਆ 6, 7, 8 ਸੀ ਨਾ। ਚਲੋ 6th क्वेश्चन देखो, block of mass m is placed on a wedge, whole system is accelerated horizontally, that block does not slip the wedge, force exerted by wedge on the block has the magnitude what। बहुत ध्यान नाल समझो इस चीज ਨੂੰ, ਇਹਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਾਫੀ ਕੁਝ ਅੱਗੇ ਦੇ ਕੁਐਸਚਨਸ ਲਈ ਵੀ। ਦੇਖੋ ਬਲੌਕ ਪਹਿਲੀ ਗੱਲ ਜਿਹੜਾ ਹੈਗਾ ਮਾਸ m ਦਾ ਉਹ ਵੈਜ ਦੇ ਉੱਪਰ ਰੱਖਿਆ ਹੈ, ਤੇ ਵੈਜ ਤੁਸੀਂ ਇਹ ਰੱਖ ਲਓ। ਤੇ ਇਹ ਜਿਹੜਾ ਥੋੜਾ ਜਿਹਾ ਆਪਣਾ ਨਾ ਬਿਲਕੁਲ ਕਾਮਨ ਸੈਂਸ ਜਿਹੜਾ ਆਈਡੀਆ ਹੁੰਦਾ ਉਹ ਜ਼ਰੂਰ ਲਗਾਇਆ ਕਰੋ ਨਾਲ। ਸੋਚੋ ਤੁਸੀਂ ਇਹਦੇ ਉੱਪਰ ਵੈਜ ਰੱਖਿਆ ਹੈ ਵਾ, ਇਹਦੇ ਉੱਪਰ ਇੱਕ ਬਲੌਕ ਰੱਖਿਆ ਹੈ, ਤੇ ਬਲੌਕ ਜਿਹੜਾ ਆ ਬਲੌਕ ਦਾ ਇੱਕ weight ਹੋਏਗਾ, ਤੁਹਾਨੂੰ ਪਤਾ ਹੈ ਇਹ ਗੱਲ mg। ਤੇ ਜੇ ਇਹਦਾ ਜਿਹੜਾ ਇੰਕਲੀਨੇਸ਼ਨ ਥੀਟਾ ਗਿਵਨ ਹੈ ਤੁਹਾਨੂੰ, ਤੇ ਤੁਹਾਨੂੰ ਪਤਾ ਇਸ mg ਦੇ 2 ਕੰਪੋਨੈਂਟ ਹੋਣਗੇ, ਇਹਦੇ ਬਾਰੇ ਕੋਈ ਡਾਊਟ ਨਹੀਂ ਸਭ ਨੂੰ ਨਾ, ਇਹ ਬਾਰ-ਬਾਰ ਕਰਦੇ ਰਹੇ ਆ। ਇਹ ਤਾਂ ਕਰ ਲਓਗੇ mg cos ਥੀਟਾ। ਯੈਸ ਸਰ। mg sin ਥੀਟਾ। mg sin ਥੀਟਾ। ਹੁਣ ਹੋਇਆ ਕੀ ਹੈ ਕਿ ਇਹ mg sin ਥੀਟਾ ਕਰਕੇ ਨੀਚੇ ਗਿਰਦਾ, ਤੇ ਕਿਉਂਕਿ ਗਿਰਨਾ ਹੀ ਗਿਰਨਾ ਹੈ, ਇੱਥੇ ਐਂਗਲ ਆਫ ਫ੍ਰਿਕਸ਼ਨ ਜਾਂ ਉਹਦੀ ਕੋਈ ਗੱਲ ਹੀ ਨਹੀਂ ਹੈ, ਕਿਉਂਕਿ ਇਹ ਕਿਹੜਾ ਵੈਜ ਹੈ? ਸਮੂਥ ਵੈਜ, ਫ੍ਰਿਕਸ਼ਨ ਤਾਂ ਕੋਈ ਹੈ ਨਹੀਂ। ਹੁਣ ਉਹ ਕਹਿ ਰਹੇ ਨੇ ਅਸੀਂ ਇਸ ਵੈਜ ਨੂੰ ਹੋਲ ਸਿਸਟਮ ਇਜ਼ ਐਕਸਲਰੇਟਡ, ਇਹਨੂੰ ਐਕਸਲਰੇਟ ਕਰਨਾ ਤਾਂ ਕਿ ਬਲੌਕ ਸਲਿਪ ਨਾ ਕਰੇ ਨੀਚੇ ਨੂੰ। ਤੇ ਸਿਸਟਮ ਆਬਵੀਅਸਲੀ ਤੁਸੀਂ ਇਹਨੂੰ ਕਿੱਧਰ ਨੂੰ ਵੈਜ ਨੂੰ ਲੈ ਕੇ ਜਾਓਗੇ? ਜੇ ਇਹਨੂੰ ਕਿੱਧਰ ਨੂੰ ਐਕਸਲਰੇਟ ਕਰੋਗੇ ਪੂਰੇ ਸਿਸਟਮ ਨੂੰ? ਰਾਈਟ ਵਾਲੀ ਸਾਈਡ। ਰਾਈਟ ਨੂੰ ਕਿ ਲੈਫਟ ਨੂੰ? ਰਾਈਟ ਵਾਲੀ ਸਾਈਡ ਕਰਾਂਗੇ। ਨਹੀਂ, ਜੇ ਰਾਈਟ ਨੂੰ ਕਰੋਗੇ ਮੈਂ ਤਾਂ ਪੱਕਾ ਹੀ ਗਿਰ ਜਾਣਾ ਇਹਨੇ, ਕਿ ਤੇਜ਼ੀ ਨਾਲ ਗਿਰ ਜਾਣਾ ਉਹਨੇ। ਸੋਚ ਕੇ ਦੇਖੋ, ਜੇ ਤੁਸੀਂ ਇਹਨੂੰ ਯੈਸ ਸਰ ਇੱਕ ਕੰਪੋਨੈਂਟ ਉਧਰ ਵਾਲੀ ਸਾਈਡ ਆ ਜਾਏਗਾ, ਠੀਕ ਹੈ। ਹਾਂ ਤੂੰ ਸੋਚ ਕੇ ਦੇਖਣਾ, ਇੱਥੇ ਹੋਏਗੇ ਤੁਸੀਂ ਤਾਂ ਇਹਨੂੰ ਪਿੱਛੇ ਨੂੰ ਖਿੱਚਾਂਗੇ, ਤੁਸੀਂ ਤਾਂ ਹੋਰ ਬੁਰੀ ਤਰ੍ਹਾਂ ਨੀਚੇ ਜਾਣਾ ਵਾ, ਹਨਾ। ਸੋ ਇੱਥੇ ਕੀ ਹੋਏਗਾ, ਇੱਥੇ ਬੇਸਿਕਲੀ ਕਿਉਂਕਿ ਇਹਨੂੰ ਲੈਫਟ ਸਾਈਡ ਨੂੰ ਮੈਂ ਕਰੂੰਗਾ ਵਿਦ ਐਕਸਲਰੇਸ਼ਨ। ਉਹਨਾਂ ਨੇ ਕਿਹਾ ਕਿੰਨਾ ਐਕਸਲਰੇਸ਼ਨ ਨਾ, नहीं नंबर 4 अच्छा फोर्स एक्सर्टेड बाय दिस एक्सेलरेटेड हॉरिजॉन्टली। तो मान लो इन्हों एक्सेलरेट किया ਆਪਾਂ हॉरिजॉन्टली इधर ਨੂੰ, ਤੇ ਇਹਦੇ ਕਰਕੇ ਇਸ ਜਗ੍ਹਾ ਤੇ ਕਿਹੜਾ ਫੋਰਸ ਲੱਗੇਗਾ? ਸ਼ੂਡੋ ਫੋਰਸ ਕਿੱਧਰ ਨੂੰ? ਰਾਈਟ ਵਾਲੀ ਇਧਰ ਨੂੰ ਲੱਗੇਗਾ। ਉਹ ਕਿੰਨਾ ਲੱਗੇਗਾ? ਮੰਨ ਲਓ m a, ਤੇ ਮੰਨ ਲਓ a ਨੋਟ ਐਕਸਲਰੇਸ਼ਨ ਸੀਗੀ, ਮੈਂ ਸਿਰਫ ਉਹਦੀ ਮੈਗਨੀਟਿਊਡ ਦੀ ਗੱਲ ਕਰ ਰਿਹਾ। ਤੇ ਹੁਣ ਇਹਨੂੰ ਐਕਸਲਰੇਟ ਕਰੋਗੇ ਇਧਰ ਨੂੰ, ਤੇ ਕੀ ਸੋ ਦੈਟ ਬਲੌਕ ਡਸ ਨਾਟ ਸਲਿਪ ਔਨ ਦਾ ਵੈਜ। ਤੇ ਆਪਾਂ ਇਹਦੇ ਵਿੱਚ ਜਦੋਂ ਇਹਨੂੰ ਇੱਧਰ ਨੂੰ ਕਰੋਗੇ ਤਾਂ ਇਹਦਾ MA ਨੋਟ ਦੇ ਵੀ ਕੰਪੋਨੈਂਟ ਬਣ ਜਾਣਗੇ। ਯੈਸ ਸਰ। ਆ ਥੀਟਾ ਹੈ ਤਾਂ ਤੁਹਾਨੂੰ ਪਤਾ ਕਿ ਆ ਇਹਦੇ ਨਾਲ ਐਂਗਲ ਜਿਹੜਾ ਆਏਗਾ, ਆ ਐਂਗਲ ਕਿੰਨਾ ਆਏਗਾ? ਥੀਟਾ ਆਏਗਾ। ਇਹਦਾ ਵੀ ਕੰਪੋਨੈਂਟ ਦੇਖੋ ਇੱਧਰ ਨੂੰ ਕਿੰਨਾ ਆਏਗਾ? MA ਨੋਟ sin cos ਥੀਟਾ। ਤੇ ਇਹਦਾ ਦੂਜਾ ਕੰਪੋਨੈਂਟ ਇੱਧਰ ਨੂੰ ਆਏਗਾ MA ਨੋਟ sin ਥੀਟਾ।
है ना। ਤੇ ਨਾਰਮਲ यस सर ਆਏਗੀ ਉਹ ਨਾਰਮਲ ਰਿਐਕਸ਼ਨ ਇਧਰ ਨੂੰ ਆਰ ਸ਼ੋ ਕਰ ਦੋ ਬਸ, ਆਪਾਂ ਹਲੇ ਪਤਾ ਨਹੀਂ ਕਿੰਨੀ ਹੈ, ਤੇ ਆ ਆਰ ਹੀ ਪਤਾ ਕਰਨ ਨੂੰ ਕਿਹਾ ਉਹਨਾਂ ਨੇ, ਕਿਉਂਕਿ ਉਹਨਾਂ ਨੇ ਕੀ ਕਿਹਾ ਦੇਖੋ, then force exerted by the wedge on the block has the magnitude ਇੰਨਾ। so ਆਪਾਂ force exerted by the block sorry a wedge on the block ਇਹਨੀ ਨਾਰਮਲ ਰਿਐਕਸ਼ਨ ਫਾਈਂਡ ਕਰਨਾ ਹੈ। ਨਾਰਮਲ ਰਿਐਕਸ਼ਨ ਕਿੰਨਾ ਆਏਗਾ ਆਪਣਾ ਦੇਖੋ, ਪਹਿਲੀ ਗੱਲ ਤਾਂ ਜਿਹੜੀ ਐਕਸਲਰੇਸ਼ਨ ਤੁਸੀਂ ਆਪ ਇੰਟਰੋਡਿਊਸ ਕੀਤੀ ਹੈ ਇੱਥੇ ਉਹ ਆਨਸਰ 'ਚ ਨਹੀਂ ਆਣੀ ਚਾਹੀਦੀ। ਆਪਣੇ ਕੋਲ ਤੁਹਾਨੂੰ ਪਤਾ ਹੈ ਕਿ ਇਹ ਨਹੀਂ ਬਲੌਕ ਗਿਰੇਗਾ, ਕਦੋਂ ਨਹੀਂ ਗਿਰੇਗਾ, ਜਦੋਂ mg sin ਥੀਟਾ ਕਿਹਦੇ ਬਰਾਬਰ ਹੋਏਗਾ, ma naught cos theta ਹਾਂ ma naught cos ਥੀਟਾ, ਤਾਂ ਨਹੀਂ ਗਿਰੇਗਾ ਨਾ। ਇਹ ਤਾਂ ਗੱਲ ਬੜੀ ਜ਼ਰੂਰੀ ਇਕੁਏਸ਼ਨ ਹੋ ਗਈ ਇੱਕ। ਦੂਸਰੀ ਗੱਲ ਫਿਰ ਨਾਰਮਲ ਰਿਐਕਸ਼ਨ ਕਿਹਦੇ ਬਰਾਬਰ ਆਏਗਾ, mg cos theta plus ma naught sin theta sin ਥੀਟਾ, ਇਹ ਆਏਗਾ। ਤੇ ਆਪਾਂ ਨੂੰ ਇੱਥੋਂ a naught ਦੀ ਵੈਲਿਊ ਨਿਕਲ ਸਕਦੀ ਹੈ, ਦੇਖੋ ਕਿਵੇਂ ਨਿਕਲੇਗੀ, a naught ਦੀ ਵੈਲਿਊ m ਨਾਲ m m ਨਾਲ get a naught ਦੀ ਵੈਲਿਊ ਕੀ g tan ਥੀਟਾ ਕਿ ਨਹੀਂ, yes sir g tan ਥੀਟਾ ਆ ਜਾਏਗਾ। g tan ਥੀਟਾ ਨੂੰ ਇੱਥੇ ਪੁੱਟ ਕਰ ਦਿਓ, ਕਿਉਂਕਿ ਉਹਨੂੰ ਗਾਇਬ ਕਰਦਾ ਨਾ ਮੈਂ ਉਹ 'ਚ, ਬਸ ਉਹੀ ਆ ਰਹੇਗਾ ਇਨਟੂ sin ਥੀਟਾ। ਸੋ ਇਹਨੂੰ ਸੋਲਵ ਕਰ ਲਓ, ਇਹ ਮੇਰੇ sin ਬਾਈ cos ਬਣ ਜਾਏਗਾ, ਹੈ ਨਾ। yes sir sin square theta by cos theta ਜੀ ਕਾਮਨ ਕੱਢ ਲਓ, ਇੱਥੇ ਆ ਜਾਏਗਾ cos ਥੀਟਾ ਤੇ ਇੱਥੇ ਆ ਜਾਏਗਾ sin ਨੂੰ, ਜਦੋਂ tan ਨੂੰ sin ਬਟਾ cos ਕਰੋ ਤੇ ਬੇਸਿਕਲੀ ਬਣ ਜਾਏਗਾ sin ਸਕੁਅਰ ਥੀਟਾ ਬਟਾ cos ਥੀਟਾ, ਆ ਬਣ ਜਾਏਗਾ। ਹੁਣ ਜਦੋਂ ਤੁਸੀਂ cos ਥੀਟਾ ਐਲਸੀਐਮ ਲੈ ਲੋਗੇ, ਇੱਥੇ ਕੀ ਬਣ ਜਾਏਗਾ mg ਬਾਈ cos ਥੀਟਾ, ਤੇ ਇੱਥੇ ਆ ਜਾਏਗਾ cos ਸਕੁਅਰ ਥੀਟਾ ਪਲਸ ਇਹ ਕਿੰਨਾ ਹੁੰਦਾ 1 ਆਨਸਰ ਕੀ ਆਇਆ mg by cos theta mg by cos theta ਆਨਸਰ ਆ ਗਿਆ। ਸੋ ਦੇਖੋ ਐਕਸਲਰੇਟ ਕੀਤਾ ਤਾਂ ਕਿ ਉਹ ਗਿਰੇ ਨਾ, ਤਾਂ ਉਹਦੇ ਲਈ ਆਪਾਂ ਕਿਵੇਂ ਇੱਕ ਕੰਪੋਨੈਂਟ ਜਿਹੜਾ ਸ਼ੈਡੋ ਫੋਰਸ ਦਾ ਲਗਾ ਕੇ ਉਹਦੇ ਨਾਲ ਉਹਨੂੰ ਕੰਪੇਅਰ ਕਰ ਲਿਆ ਸਾਰਾ ਕੁਝ ਨੂੰ, ਤੇ ਨਾਰਮਲ ਰਿਐਕਸ਼ਨ ਜਿਹਨੂੰ ਆਰ ਹੀ ਲਿਖਦੇ ਆਪਾਂ, ਬਾਅਦ ਚ ਆਰ ਕੈਲਕੂਲੇਟ ਕਰਦੇ ਆ, ਆਰ ਨੂੰ ਪਹਿਲਾਂ ਹੀ ਕੁਝ ਨਹੀਂ ਲਿਖ ਦਿੰਦੇ ਕਿ mg cos ਥੀਟਾ ਲਿਖ ਦਿਓ, ਸਾਰੇ ਫੋਰਸਿਸ ਪਹਿਲਾਂ ਡਰਾ ਕਰੋ, ਫਿਰ ਦੇਖੋ ਕਿ ਜਿਹੜੇ ਉਹਦੇ ਪਰਪੈਂਡੀਕੂਲਰ ਕੰਪੋਨੈਂਟ ਨੇ ਸਾਰੇ ਉਹ ਸੇਮ ਨੇ। ਕਲੀਅਰ ਹੈ ਗੱਲ ਇਹ? ਇਹ ਸੀ yes sir 6ਵਾਂ ਸਵਾਲ ਸਰ। ਹਾਂਜੀ ਸਰ ਹਾਂਜੀ ਸਰ ਸਰ ਇਹਦਾ ਹਾਂਜੀ। ਸੀ ਆਨਸਰ ਦਿੱਤਾ ਹੋਇਆ ਸਰ ਪਿੱਛੇ। ਇਹਦਾ ਨਹੀਂ 6 ਸੀ ਨਹੀਂ ਸਰ ਸੌਰੀ ਸਰ 5th ਦਾ, ਉਹ ਤਾਂ 5th ਦਾ ਹੈ, ਅੱਛਾ, 5th ਦਾ ਹਾਂਜੀ ਗੱਲ। ਚਲੋ ਕੋਈ ਗੱਲ ਨਹੀਂ। ਸੋ ਦੇਖੋ 7ਵਾਂ ਕੁਐਸਚਨ ਕੀ ਹੈ, ਨੈਗਲੈਕਟ ਦਾ ਇਫੈਕਟ ਆਫ ਰੋਟੇਸ਼ਨ ਆਫ ਅਰਥ, suppose that earth suddenly stops attracting objects placed near its surface, a person standing on the surface of earth will। ਹਾਂਜੀ ਪਹਿਲੀ ਗੱਲ ਦੇਖੋ, ਇਹਨਾਂ ਨੇ ਜਿਹੜੀ ਬੜੀ ਜ਼ਰੂਰੀ ਗੱਲ ਆ ਪਹਿਲੇ ਲਿਖਤੀ ਹੈ, ਇੱਕ ਗੱਲ ਬੜੀ ਇੰਪੋਰਟੈਂਟ ਗੱਲ ਹੈ ਕਿ ਨੈਗਲੈਕਟ ਦਾ ਇਫੈਕਟ ਆਫ ਰੋਟੇਸ਼ਨ ਆਫ ਅਰਥ। ਸੋ ਰੋਟੇਸ਼ਨ ਤਾਂ ਉਹ ਸਮਝ ਲਓ ਨੈਗਲੈਕਟ ਹੀ ਕਰ ਦੋ ਕਿ ਹੋ ਰਹੀ ਹੈ, ਠੀਕ ਹੈ। Suppose that earth suddenly stops attracting objects, अर्थ ਤੇ ਮਨੋ ਕਿ ਇੱਥੇ अर्थ ਹੈ ਤੇ ਇੱਥੇ ਬੰਦਾ ਖੜਾ ਆ, ਤੇ अर्थ ਨੇ ਅਚਾਨਕ ਹੀ ਅਟਰੈਕਟ ਕਰਨਾ ਬੰਦ ਕਰਤਾ, ਠੀਕ ਹੈ, ਤਾਂ ਫਿਰ ਕੀ ਹੋਏਗਾ, ਤਾਂ ਫਿਰ ਕੀ ਹੋਏਗਾ, ਉਹ ਤੇ ਖੜਾ ਰਹੇਗਾ, ਉਹਨੂੰ ਕਿਹੜਾ ਕੋਈ ਫੋਰਸ ਲੱਗ ਰਿਹਾ, ਮਤਲਬ ਉਹ ਜਿੱਥੇ ਸਟੇਟ ਆਫ ਰੈਸਟ ਵਿੱਚ ਉੱਥੇ ਰਹੂਗੀ। अर्थ ਉਹਨੂੰ ਅਟਰੈਕਟ ਕਰ ਰਹੀ ਹੈ ਨਹੀਂ ਕਰ ਰਹੀ ਹੁਣ ਮੈਟਰ ਨਹੀਂ ਕਰਦਾ, ਉਹ ਤਾਂ ਖੜਾ ਹੀ ਹੈ ਉੱਥੇ, ਚਾਹੇ अर्थ ਨੂੰ ਨੀਚੋਂ ਗਾਇਬ ਕਰ ਦੋ ਤੁਸੀਂ, ਉੱਥੇ ਖੜਾ रहेगा वो। सर मतलब mg नहीं लगेगा तो नॉर्मल रिएक्शन भी नहीं मिलेगा ऑब्वियसली क्यों मिलेगा फर्स्ट लॉ दे अकॉर्डिंगली। ਤੁਸੀਂ ਸੋਚ ਕੇ ਦੇਖੋ ਕਿ ਮੈਂ ਆਪਣੇ ਹੱਥ ਨੂੰ ਟੇਬਲ ਤੇ ਜਸਟ ਟੱਚ ਕਰ ਰਿਹਾ ਹਾਂ, ਪਰ ਮੈਂ ਹੱਥ ਦਾ ਭਾਰ ਉੱਤੇ ਨਹੀਂ ਪਾ ਰਿਹਾ ਟੇਬਲ ਤੇ, ਠੀਕ ਹੈ ਗੱਲ। ਇਹ ਗੱਲ ਆਪਾਂ ਕਿਵੇਂ ਕਰਦੇ ਹਾਂ, ਜਿਵੇਂ ਕੱਲ ਮੈਂ ਜਿਵੇਂ ਮੇਰੇ ਮਹੱਲੇ 'ਚ ਨਾ ਬੱਚਾ ਇੱਕ ਛੋਟੀ ਜਿਹੀ ਹੈਗੀ ਕੁੜੀ, ਉਹ ਸਾਈਕਲ ਚਲਾਉਂਦੀ ਆ, ਮੈਂ ਉਹਨੂੰ ਕਿਹਾ ਮੈਨੂੰ ਸਾਈਕਲ ਤੇ ਬਿਠਾ ਕੇ ਘੁਮਾਏਂਗੀ, ਉਹ ਕਹਿੰਦੀ ਹਾਂ ਘੁਮਾਉਂਗੀ। ਉਹਨੇ ਤਾਂ ਕਹਿਤਾ, ਹੁਣ ਜੇ ਮੈਂ ਸਾਈਕਲ ਤੇ ਬੈਠ ਜਾਂਦਾ ਤਾਂ ਸਾਈਕਲ ਨਹੀਂ ਬੈਠ ਜਾਣਾ ਸੀ ਉਹਦੇ, ਤੇ ਮੈਂ ਕੀ ਕੀਤਾ, ਮੈਂ ਉਹਦੇ ਕੈਰੀਅਰ ਤੇ ਆਪਣੇ ਲੈਗਸ ਬੈਂਡ ਕਰਕੇ ਹਨਾ ਜਸਟ ਐ ਬੈਠਿਆ ਕਿ ਜਸਟ ਉਹਨੂੰ ਲੱਗ ਰਿਹਾ ਸੀ ਕਿ ਮੈਂ ਉਹਦੇ ਬੈਠਾ ਹੋਇਆ ਹਾਂ, ਪਰ ਜੇ ਮੈਂ ਬੈਠ ਜਾਂਦਾ ਤਾਂ ਉਹਦਾ ਸਾਈਕਲ ਟੁੱਟ ਜਾਣਾ ਸੀ ਵਿਚਾਰੀ ਦਾ, ਤੇ ਮੈਂ ਉਹ ਬਸ ਐਕਟ ਕਰ ਰਿਹਾ ਸੀ ਕਿ ਮੈਂ ਉੱਤੇ ਬੈਠ ਗਿਆ ਹਾਂ ਪੂਰੀ ਤਰ੍ਹਾਂ, ਤੇ ਉਹ ਪੈਡਲ ਮਾਰ ਰਹੀ ਸੀ, ਤੇ ਮੈਂ ਬਹੁਤ ਹੌਲੀ ਐਵੇਂ ਬੈਂਡ ਕਰਕੇ ਆਪਣੇ ਪੈਰ ਅੱਗੇ ਕਰ ਲਏ, ਯਾਨੀ ਕਿ ਮੈਂ ਆਪਣਾ ਭਾਰ ਰੱਖਿਆ ਹੀ ਨਹੀਂ, ਉਹਦੇ ਕੈਰੀਅਰ ਤੋਂ ਮੈਨੂੰ ਨਾਰਮਲ ਰਿਐਕਸ਼ਨ ਮਿਲੂਗਾ? नो सर ਨਹੀਂ ਮਿਲੂਗਾ ਨਾ। ਇਸ ਤਰ੍ਹਾਂ ਹੁਣ ਉਸ ਬੰਦੇ ਦਾ weight ਐਕਟ ਕਰ ਰਿਹਾ, ਜੇ ਐਕਟ ਕਰ ਰਿਹਾ mg ਤਾਂ ਰਿਐਕਸ਼ਨ ਮਿਲੂਗਾ, ਠੀਕ ਹੈ, ਤੇ ਜੇ ਨਹੀਂ ਕਰ ਰਿਹਾ ਤਾਂ ਰਿਐਕਸ਼ਨ ਨਹੀਂ ਮਿਲੂਗਾ, ਪਰ ਉਹਦੇ ਤਾਂ ਨੈਟ ਫੋਰਸ ਜ਼ੀਰੋ ਹੀ ਹੈ ਨਾ। यस सर फिर ਉੱਥੇ ਖੜਾ ਕਿਸੇ ਰਹੇਗਾ, ਪਾਸੇ ਨੂੰ ਨਹੀਂ ਜਾਣ ਲੱਗਾ, ਤੇ ਅਰਥ ਦੀ ਰੋਟੇਸ਼ਨ ਨੂੰ ਤੁਸੀਂ ਕੀ ਕਰ ਚੁੱਕੇ ਹੋ, ਨੈਗਲੈਕਟ ਕਰ ਚੁੱਕੇ इग्नोर। ਹਾਂ, ਸੋ ਇਸ ਲਈ ਕੋਈ ਦਿੱਕਤ ਨਹੀਂ ਹੈ, ਠੀਕ ਹੈ। ਉਹ ਆਪਸ਼ਨ ਪੜ੍ਹ ਲਿਓ, ਆਪਣੇ ਆਪ ਹੀ ਲੱਭ ਜੂਗਾ ਤੁਹਾਨੂੰ। 8ਵਾਂ ਕੁਐਸਚਨ ਦੇਖੋ, 8ਵਾਂ ਕੁਐਸਚਨ ਥੋੜਾ ਆ ਇਹ 'ਚ ਨਾ, ਮੈਂ ਦੇਖਿਆ ਕੁਐਸਚਨ ਇਹ 'ਚ ਥੋੜਾ ਜਿਹਾ ਜਿਵੇਂ ਕਿ ਜਲਦਬਾਜ਼ੀ ਹੈ ਹਲੇ, ਕਿ ਵੀ ਇਹ 'ਚ
ਜਿਵੇਂ ਜੇ ਤਾਂ ਤੁਸੀਂ ਲੈਣੇ ਇਲੈਕਟ੍ਰੋਸਟੈਟਿਕ ਫੋਰਸ ਨੂੰ ਕੈਲਕੂਲੇਟ ਕਰ ਲੈਣੇ ਨਾ ਤਾਂ ਇਹ ਆਨਸਰ ਆਉਂਦਾ ਆ। ਪਤਾ ਨਹੀਂ ਆਪ ਤਾਂ ਨਹੀਂ ਆ ਰਿਹਾ ਸੀ, ਮੈਂ ਮਤਲਬ ਹੁਣ ਭੁੱਲ ਗਿਆ ਮੈਨੂੰ ਕੀ ਆ ਰਿਹਾ ਸੀ, ਮੈਂ ਕੀਤਾ ਸੀ। ਸੋ ਪਰ ਆਨਸਰ 0 ਆਏਗਾ। ਆਨਸਰ 0 ਇਸ ਲਈ ਕਿਉਂਕਿ ਇੱਥੇ ਜਿਹੜੀ ਰॉड्स ਨੇ ਨਾ ਉਹ ਰॉड्स ਨਾਲ ਅਟੈਚਡ ਆ ਆਪਣੇ ਜਿਹੜੇ ਫੋਰਸਿਸ ਨੇ, ਰॉड ਨਾਲ ਅਟੈਚ ਨੇ ਨਾ, ਉਹ ਮੋਸ਼ਨ ਚ ਹੈਗੇ ਨੇ। ਜਿਵੇਂ ਦੇਖੋ ਉਹਨਾਂ ਨੇ ਕਿਹਾ 3 ਰॉड्स ਨੇ, ਰॉड्स ਨੂੰ ਜੁਆਇਨ ਕਰਤਾ, ਇਕੁਇਲੇਟਰ ਟ੍ਰਾਇੰਗਲ ਬਣਾਤਾ, 1 ਮੀਟਰ ਇਹਨਾਂ ਦੀ ਆ ਲੰਬਾਈ ਹੈ ਰॉड्स ਦੀ। ਹੁਣ ਇੱਥੇ ਚਾਰਜ ਪਾਰਟੀਕਲ ਰੱਖਤਾ ਤੁਸੀਂ, ਚਾਰਜ ਇੱਕ ਦੂਜੇ ਨੂੰ ਫੋਰਸ ਲਗਾਉਣਗੇ ਹਨਾ, ਚਾਰਜ ਪਾਰਟੀਕਲ ਇੱਕ ਦੂਜੇ ਨੂੰ ਫੋਰਸ, ਪਰ ਉਹ ਕਹਿੰਦੇ ਕਿ the whole system ਆ ਲਾਈਨ ਪੜਨ ਵਾਲੀ ਸੀ ਇੱਥੇ ਬਸ, the whole system is at rest। ਜੇ ਸਾਰਾ ਸਿਸਟਮ ਰੈਸਟ ਵਿੱਚ ਹੈ ਤਾਂ ਕਿ ਹਰ ਇੱਕ ਪਾਰਟੀਕਲ ਤੇ ਕੱਲੇ ਪਾਰਟੀਕਲ ਤੇ ਕਿੰਨਾ ਫੋਰਸ ਹੋਏਗਾ? 0। ਕਿਉਂਕਿ ਸਿਸਟਮ ਜਦੋਂ ਬਾਕੀ ਸਾਰੀਆਂ ਗੱਲਾਂ ਸਿਰਫ ਤੁਹਾਨੂੰ ਕਨਫਿਊਜ਼ ਕਰਨ ਲਈ ਨੇ, ਇੱਥੇ ਸਾਰੀਆਂ ਗੱਲਾਂ ਐਵੇਂ ਫਜ਼ੂਲ ਨੇ, ਵੀ ਵੇਖ ਰਿਹਾ ਕੁਝ ਵੀ ਫਰਕ ਨਹੀਂ ਪੈਂਦਾ ਨਾ ਚੀਜ਼ ਦਾ। ਗੱਲ ਤਾਂ ਇਹ ਹੈ ਕਿ ਸਾਰਾ ਸਿਸਟਮ ਰੈਸਟ ਵਿੱਚ ਹੈ ਨਾ, ਤੇ ਜਦੋਂ ਸਿਸਟਮ ਸਾਰਾ ਰੈਸਟ ਵਿੱਚ ਹੋਏ ਤਾਂ ਕੱਲੇ ਚਾਰਜ ਤੇ ਕੱਲੇ ਯਾਨੀ ਪਾਰਟੀਕਲ ਤੇ ਜਿਹੜਾ ਫੋਰਸ ਉਹ ਨੈਟ ਫੋਰਸ 0 ਹੋਏਗਾ। ਤੇ ਆਪਾਂ ਇਹਦੇ ਬਾਰੇ ਹੋਰ ਵੀ ਥੋੜਾ ਅੱਜ ਇਕੁਇਲਿਬ੍ਰੀਅਮ ਬਾਰੇ ਗੱਲ ਕਰਾਂਗੇ ਜੇ ਆਪਣੇ ਕੋਲ ਟਾਈਮ ਮਿਲਿਆ ਤਾਂ। ਇੱਕ ਹੋਰ ਨਵੀਂ ਗੱਲ ਦੱਸੂਗਾ ਤੁਹਾਨੂੰ ਮੈਂ ਅੱਜ ਮੋਮੈਂਟ ਆਫ ਫੋਰਸ ਬਾਰੇ। ਚਲੋ ਫਿਲਹਾਲ ਤਾਂ ਆਪ ਪੇਜ ਹੋ ਗਿਆ ਜੀ? ਯੈਸ ਸਰ। ਹੁਸਨਜੋਤ ਪ੍ਰੈਜ਼ੈਂਟ ਹੈ ਨਾ? ਯੈਸ ਸਰ। ਹਾਂ ਪੁੱਛੀ ਜਾਈਏ ਆਪਣੀ ਪ੍ਰੋਬਲਮ ਦੇ ਵਿੱਚ। ਹਾਂਜੀ। ਕਿਉਂਕਿ ਮੈਂ ਤੇਰੇ ਟਿਕ ਕੀਤੇ ਮੇਰੇ ਪੇਜ ਨਹੀਂ ਹੈ ਕਿ ਮੇਰੇ ਕੋਲ ਪਹਿਲਾਂ ਹੀ ਸੀ ਨਾ, ਮੈਂ ਉਹੀ ਕਰ ਦਿੱਤੇ ਨੇ, ਤੂੰ ਆਪਣੇ ਆਪ ਨਾਲ ਦੱਸ ਦੇ ਮੈਨੂੰ। ਹਾਂਜੀ ਹੁਣ ਦੱਸੋ ਸਰ। 11th ਹੋਰ 14th ਹਾਂਜੀ ਆਇਆ ਸੀ ਕੱਲ ਕੁਐਸਚਨ। ਹੋਰ ਸਰ ਆਬਜੈਕਟਿਵ 2 का 5th। ऑब्जेक्टिव 2 ਦਾ 5th। ਇਸੇ पेज ਬਾਰੇ ਦੱਸ ਸਰ। 10th ऑब्जेक्टिव 2 वाले सारे क्वेश्चन कर लियो डिस्कस प्लीज। चलो ठीक है, ऑब्जेक्टिव 2 ਦੇ ਸਾਰੇ ਡਿਸਕਸ ਕਰ ਦਾਂਗੇ, ਕੋਈ ਗੱਲ ਨਹੀਂ। ਇਹ ਕਈ ਤਾਂ ਥਿਓਰੈਟੀਕਲੀ ਨੇ ਵੈਸੇ ਹੀ। ਚਲੋ ਜੀ 10th क्वेश्चन देखो ਕੀ ਹੈ। 2 ऑब्जेक्ट्स A एंड B। अच्छा ਇਹ ਸ਼ਾਇਦ ਪਹਿਲਾਂ ਵੀ ਆਇਆ ਸੀ ਨਾ, ਉਦੋਂ ਵੀ ਸ਼ਾਇਦ ਗਰੁੱਪ 'ਚ ਗੱਲ ਹੋਈ ਸੀ, ਮੈਂ ਗੱਲ ਵੀ ਕੀਤੀ ਸੀ, ਪਰ ਮੈਂ ਉਹਨੂੰ ਕਿਹਾ ਵੀ ਸੀ ਕਿ ਮੈਂ ਕਰਵਾਉਂਗਾ ਬਾਅਦ ਫਿਰ ਰਹਿ ਗਿਆ ਸੀ ਨਾ। ਇਸੇ ਤਰ੍ਹਾਂ ਚਲੋ ਆਪਾਂ ਜੋ ਸਿਸਟਮੈਟਿਕਲੀ ਕਰਾਂਗੇ ਨਾ ਆਪਣੇ ਸਾਹਮਣੇ ਆ ਜਾਇਆ ਕਰਨੀ ਚੀਜ਼ ਜਿਹੜੀ ਰਹਿ ਵੀ ਗਈ ਹੋਣੀ ਹੈ। ਚਲੋ ਆ ਦੇਖੋ 2 objects are thrown upward simultaneously with the same speed. Mass of A is greater than the mass of B. Suppose that the air exerts a constant and equal force of। ਦੇਖੋ ਬੱਚੇ ਬਹੁਤ ਧਿਆਨ ਨਾਲ ਇੱਥੇ ਤੁਹਾਨੂੰ ਦੋ ਗੱਲਾਂ ਨੂੰ ਡਿਫਰ, ਇੰਨਾ ਕਮਾਲ ਦਾ ਕੁਐਸਚਨ ਹੈ ਨਾ, ਇਹ ਤੁਹਾਨੂੰ ਦੋ ਗੱਲਾਂ ਨੂੰ ਡਿਫਰ ਕਰਨਾ ਸਿਖਾਉਂਦਾ ਆਪਸ ਵਿੱਚ, ਗ੍ਰੈਵਿਟੀ ਵਾਲੇ ਫੋਰਸ ਨੂੰ ਤੇ ਆਰਮ ਫੋਰਸ ਨੂੰ। ਜਿਵੇਂ ਦੇਖੋ suppose that the air exerts a constant and equal force of resistance on the two bodies। ਹੁਣ ਮੈਂ ਤੁਹਾਨੂੰ ਇੱਥੇ ਬਸ ਕਨਸੈਪਟ ਦੱਸਣ ਲੱਗਾ ਵਾਂ, ਮੇਰੀ ਗੱਲ ਨੂੰ ਸਮਝੋਗੇ ਤਾਂ ਪਤਾ ਲੱਗ ਜਾਏਗਾ ਆਪਣੇ ਆਪ। ਦੇਖੋ ਜਿਹੜਾ ਗ੍ਰੈਵਿਟੀ ਦਾ ਫੋਰਸ ਹੁੰਦਾ ਤੇ ਨਾਰਮਲ ਫੋਰਸ ਹੁੰਦਾ, ਨਾਰਮਲ ਉਹ ਨਾ ਨਾਰਮਲ ਲੈ ਲਿਓ, ਗ੍ਰੈਵਿਟੀ ਦਾ ਫੋਰਸ ਜਿਹੜਾ ਹੁੰਦਾ ਉਹ ਤੇ ਜਿਹੜਾ ਕਾਮਨਲੀ ਜੋ ਫੋਰਸ ਹੁੰਦਾ ਜਨਰਲੀ ਇਨ ਜਨਰਲ ਜੋ ਆਪਣਾ ਆਮ ਯੂਜ਼ ਕਰਦੇ ਆ, ਇਹਨਾਂ 'ਚ ਇੱਕ ਫਰਕ ਹੁੰਦਾ ਬੜੀ ਚੀਜ਼ ਦਾ। ਪਤਾ ਕੀ ਫਰਕ ਹੁੰਦਾ? ਜਿਹੜਾ ਗ੍ਰੈਵਿਟੀ ਦਾ ਫੋਰਸ ਹੁੰਦਾ ਕਿਸੇ ਬੋਡੀ ਤੇ ਲੱਗਦਾ ਆ, ਉਹ ਉਸ ਬੋਡੀ ਦੇ ਮਾਸ ਤੇ ਡਿਪੈਂਡੈਂਟ ਹੁੰਦਾ ਹੈ। ਜਿਵੇਂ ਮੰਨ ਲਓ ਇੱਕ ਵੱਡਾ M ਹੈ, ਮੰਨ ਲਓ ਕਿ ਆਬਜੈਕਟ M ਹੈ ਤੇ ਧਰਤੀ ਉਹਨੂੰ ਖਿੱਚ ਰਹੀ ਹੈ ਆਪਣੇ ਵੱਲ, ਹਨਾ, ਤੇ ਇਸ ਆਬਜੈਕਟ ਤੇ ਲੱਗਣ ਵਾਲਾ ਫੋਰਸ ਕਿੰਨਾ ਹੋਏਗਾ ਦੱਸੋ? mg। ਪਰ ਇੱਕ ਛੋਟੂ ਜਿਹਾ M ਹੈ, ਉਹਦੇ ਤੇ ਲੱਗਣ ਵਾਲਾ ਫੋਰਸ ਕਿੰਨਾ ਹੋਏਗਾ? small mg। ਜਦੋਂ ਫੋਰਸ ਇੰਨਾ ਲੱਗੇਗਾ ਤਾਂ ਉਹ ਬੋਡੀ ਐਕਸਲਰੇਟ ਵੀ ਤਾਂ ਹੋਏਗੀ ਨਾ, ਤੇ ਐਕਸਲਰੇਟ ਫਾਰਮੂਲਾ ਹੁੰਦਾ ਹੈ ਫੋਰਸ ਬਟਾ ਮਾਸ। ਇਹਦੇ ਲਈ ਐਕਸਲਰੇਸ਼ਨ ਕਿੰਨੀ ਆਏਗੀ? ਕਾਂਸਟੈਂਟ ਫੋਰਸ ਬਟਾ ਇਹਦਾ ਮਾਸ ਜੀ। ਐਕਸਲਰੇਸ਼ਨ ਕੀ ਆਏਗੀ? ਫੋਰਸ ਬਟਾ ਇਹਦਾ ਮਾਸ। ਤੇ ਦੋਨਾਂ ਲਈ ਐਕਸਲਰੇਸ਼ਨ ਕੀ ਆਏਗੀ? ਜੀ ਆਏਗੀ ਜੀ। ਇਹ ਚੀਜ਼ ਹੁੰਦੀ ਹੈ ਕਿਉਂਕਿ ਕਈ ਵਾਰ ਲੋਕਾਂ ਨੂੰ ਲੱਗਦਾ ਜਿਵੇਂ ਆਪਾਂ ਕਹਿੰਦੇ ਛੋਟਾ ਪੱਥਰ ਗਿਰੇਗਾ ਪਹਿਲਾਂ ਜਾਂ ਵੱਡਾ ਪੱਥਰ ਗਿਰੇਗਾ, ਜੇ ਦੋਨਾਂ ਨੂੰ ਸੇਮ ਹਾਈਟ ਤੋਂ ਸਿੱਟਿਆ ਜਾਏਗਾ ਤਾਂ। ਸੋ ਉੱਥੇ ਪੱਥਰ ਛੋਟਾ ਹੋਵੇ ਜਾਂ ਵੱਡਾ ਹੋਵੇ, ਉਹਨਾਂ ਦਾ ਮਾਸ ਘੱਟ ਹੋਵੇ ਜਾਂ ਜ਼ਿਆਦਾ ਹੋਵੇ, ਤੇ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ। ਉਹਨਾਂ ਦੋਨਾਂ ਨੇ ਐਕਸਲਰੇਟ ਸੇਮ ਹੀ ਉਹਦੇ ਨਾਲ ਹੁੰਦਾ ਹੋਣਾ ਦਾ, ਕਿਉਂਕਿ ਵੱਡੇ ਪੱਥਰ ਨੂੰ ਫੋਰਸ ਵੀ ਜ਼ਿਆਦਾ ਲੱਗ ਰਿਹਾ, ਛੋਟੇ ਨੂੰ ਫੋਰਸ ਵੀ ਘੱਟ ਲੱਗ ਰਿਹਾ, ਦੋਨਾਂ ਦੀ ਐਕਸਲਰੇਸ਼ਨ ਸੇਮ ਪ੍ਰੋਡਿਊਸ ਹੋ ਰਹੀ ਹੈ। ਕਲੀਅਰ ਹੈ ਗੱਲ? ਯੈਸ ਸਰ। ਫੋਰਸਿਸ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਨਾ। ਅਗਰ ਤੁਸੀਂ ਕੈਪੀਟਲ M ਨੂੰ ਫੋਰਸ ਲਗਾ ਰਹੇ ਹੋ ਤੇ ਕੋਈ ਸੇਮ ਫੋਰਸ ਲਗਾ ਰਹੇ ਹੋ, ਇੱਥੇ ਫੋਰਸ ਹੀ ਅਲੱਗ-ਅਲੱਗ ਲੱਗੇ ਨਾ, ਪਰ ਅਗਰ ਇਸ ਸੇਮ ਫੋਰਸ ਲਗਾ ਰਹੇ ਹੋ, ਮੰਨ ਲਓ 10 ਨਿਊਟਨ ਤੇ ਇਹ ਛੋਟਾ ਵੱਡਾ ਜ਼ਿਆਦਾ ਮਾਸ ਹੈ, ਇੱਕ ਛੋਟੇ ਮਾਸ ਨੂੰ ਵੀ ਤੁਸੀਂ 10 ਨਿਊਟਨ ਹੀ ਲਗਾ ਰਹੇ ਹੋ, ਤੁਸੀਂ ਮੈਨੂੰ ਆਪ ਦੱਸੋ ਜ਼ਿਆਦਾ ਐਕਸਲਰੇਟ ਕੌਣ ਕਰੇਗਾ? नीचे वाला, छोटे मास वाला। हाँ ये ज्यादा एक्सेलरेट करेगा ते डिसेलरेट भी है ना। यस सर। अगेंस्ट लग रहा है, मान लो इधर जा रहा है, डिसेलरेट ते एक्सेलरेट दोनों, यानी
अगर ज्यादा एक्सेलरेशन मतलब ज्यादा पॉजिटिव एक्सेलरेशन भी होएगी ਤੇ ਜ਼ਿਆਦਾ ਨੈਗੇਟਿਵ ਐਕਸੈਲਰੇਸ਼ਨ ਵੀ ਹੋਏਗੀ, ਇਹ ਛੋਟੇ ਮਾਸ ਨਾਲ ਹੋਏਗਾ ਨਾ। ਹੁਣ ਕੀ ਆ, ਉਹ ਕਹਿ ਰਹੇ ਨੇ ਕਿ ਜਦੋਂ two ਆਬਜੈਕਟਸ ਨੂੰ ਆਪਸ ਚ ਆਪਾਂ A and B ਆ ਥਰੋਨ ਅਪਵਰਡ ਸਾਈਮਲਟੇਨੀਅਸਲੀ, ਦੋਨਾਂ ਨੂੰ ਇਕੱਠੇ ਉੱਪਰ ਸਿੱਟਿਆ ਤੇ ਉਹ ਨੀਚੇ ਆ ਰਹੇ ਨੇ, ਤਾਂ ਇਹਦੇ ਚ ਤੁਸੀਂ ਗ੍ਰੈਵਿਟੀ ਵਾਲੇ ਇਫੈਕਟ ਨੂੰ ਤਾਂ ਛੱਡ ਹੀ ਦਿਓ, ਉਹਦੇ ਬਾਰੇ ਸੋਚੋ ਹੀ ਨਾ, ਕਿਉਂਕਿ ਅਗਰ ਗ੍ਰੈਵਿਟੀ ਵਾਲੇ ਫੋਰਸ ਦੇ ਕੋਰਸਪੋਂਡਿੰਗਲੀ ਐਕਸੈਲਰੇਸ਼ਨ ਦੇਖਣੀ ਹੈ ਤਾਂ A ਤੇ B ਦੀ ਐਕਸੈਲਰੇਸ਼ਨ ਬਿਲਕੁਲ ਸੇਮ ਹੋਏਗੀ, ਉੱਪਰ ਜਾਂਦੇ ਹੋਏ ਵੀ ਨੀਚੇ ਆਉਂਦੇ ਹੋਏ ਵੀ ਸੇਮ ਹੀ ਸਪੀਡ ਨਾਲ ਤੁਸੀਂ ਉਹਨੂੰ ਸ਼ੁਰੂ ਵਿੱਚ ਵੀ ਸਿੱਟਿਆ ਵਾ, है ना, तो इसलिए वो दोनों बॉडीज ने सेम ही आना है, the two bodies will reach same height, ये आंसर आना चाहिए। ये कदों आना चाहिए, जदों ग्रेविटी की गल हो। पर जिहड़ा लग गया ना, ये पर बड़ा इंपोर्टेंट है। वो कहते सपोज the air exerts a constant and equal force of resistance on the two bodies। हुण एयर ने जिहड़ा A है ऑब्जेक्ट ते B ऑब्जेक्ट है ना, इन्हां ते सेम वेलोसिटी ऑपोजिट आ, सेम ही फोर्स लगना है, पर मास किहदा ज्यादा आ दस्सिया है सी ए दा, ए ज्यादा मास है, ए ज्यादा मास है, ए घट मास है, ते एयर दा जिहड़ा फोर्स लग रहा है इन्हां ते रेजिस्टेंस दोनों सेम लग रही है फोर्स, तो दसो ज्यादा एक्सेलरेट कौन होएगा? बी वाला, बी, या फिर कह दिए कि ज्यादा डिसेलरेट होएगा बी वाला, है ना, क्योंकि ऊपर जा रहा है ना। यस सर, एयर रेजिस्टेंस है ना, एयर उन्होंने धक्का थोड़ी मार रही है, उन्होंने रोक रही है, बल्कि फोर्स ऑफ रेजिस्टेंस, तो बी ज्यादा डिसेलरेट होएगा, तो बी ने यू तो जल्दी ही केडी वेलोसिटी अटेन कर लेनी, जीरो, पर ए घट एक्सेलरेट होएगा ना, तो ए दी वेलोसिटी हौली हौली घटेगी, तो ए काफी ऊपर तक चल जाएगा, यानी कि ए जो है वो ज्यादा ऊपर तक चल जाएगा बी नालों। क्लियर है गल? यस सर, कैलकुलेशन नहीं है, ये सिर्फ कांसेप्ट दी समझ है। आ वाली ਜਿਹੜੀ मैं नॉर्मल फोर्स ਦੀ ਗੱਲ ਕਰ ਰਿਹਾ ਹਾਂ, या फिर ਜਿਹੜਾ ਗ੍ਰੈਵਿਟੀ ਦਾ ਫੋਰਸ ਹੁੰਦਾ, ਗ੍ਰੈਵਿਟੀ ਦਾ ਫੋਰਸ ਬੱਚੇ ਜ਼ਿਆਦਾ ਸਮਝ ਲੈਂਦੇ ਨੇ, ਉਹ ਉਹਨੂੰ ਲੈ ਕੇ ਕਹਿੰਦੇ ਲੈ ਇਹ ਤਾਂ ਦੋਨੋਂ ਸੇਮ ਹਾਈਟ ਤੇ ਜਾਣਗੇ, ਇਹ ਤਾਂ ਕਨਫਿਊਜ਼ ਕਰਨ ਲਈ ਲਿਖਿਆ ਨੀਚੇ, ਪਰ ਉਹਨਾਂ ਨੇ ਕਨਫਿਊਜ਼ ਕਰਨ ਲਈ ਆ ਨਹੀਂ ਲਿਖਿਆ, ਕਨਫਿਊਜ਼ ਕਰਨ ਲਈ 에ਅਰ ਰੈਜ਼ਿਸਟੈਂਸ ਦਿੱਤੀ ਹੈ ਵੀ ਸੇਮ ਬਰਾਬਰ ਪ੍ਰੋਪੋਰਸ਼ਨਲ ਟੂ ਮਾਸ ਨਹੀਂ, ਠੀਕ ਹੈ। अच्छा अगर जस्ट मैं वैसे कर, अगर मान लो एयर रेजिस्टेंस भी कहते इट इज प्रोपोर्शनल टू द मास, देन आंसर क्या रहना सी? ए। हाँ, क्योंकि फिर एयर रेजिस्टेंस दे करके ਜਿਹੜਾ ਆਣਾ ਉਹ ਪ੍ਰੋਪੋਰਸ਼ਨਲ ਟੂ ਮਾਸ ਹੋ ਜਾਣਾ ਸੀ, तो जो ਵੱਡਾ ਮਾਸ ਹੋਣਾ ਸੀ ਹੈ ਨਾ, ਉਹਦੇ ਲਈ 에ਅਰ ਰੈਜ਼ਿਸਟੈਂਸ ਕਰਕੇ ਫੋਰਸ ਆਣਾ ਸੀ k ਟਾਈਮਸ m, ਤੇ ਜੋ ਛੋਟਾ ਮਾਸ ਹੋਣਾ ਸੀ ਉਹਦੇ ਲਈ 에ਅਰ ਰੈਜ਼ਿਸਟੈਂਸ ਕਰਕੇ ਫੋਰਸ ਆਣਾ ਸੀ k ਟਾਈਮਸ m, ਤੇ ਇਹਦੇ ਨਾਲ ਜਦੋਂ m ਨੂੰ ਡਿਵਾਈਡ ਕਰਦੇ ਤਾਂ ਫਿਰ ਉਹਦੀ ਕਿੰਨੀ ਆ ਜਾਣੀ ਸੀ ਐਕਸਲਰੇਸ਼ਨ, ਫਿਰ ਉਹੀ k ਬਰਾਬਰ ਜਿਵੇਂ ਉੱਥੇ g ਹੈ ਨਾ। ਯੈਸ ਸਰ। ਸੋ ਤੁਹਾਨੂੰ ਕਈ ਵਾਰ ਕੁਐਸਚਨ ਐਵੇਂ ਪੁੱਛ ਸਕਦੇ ਨੇ, ਇਫ ਦਾ ਐਕਸਲਰੇਸ਼ਨ ਇਜ਼ ਦਾ ਫੋਰਸ acting on two bodies है ना of different masses is proportional to m, then मतलब ਤੁਹਾਨੂੰ ਪਤਾ ਕਿ ਉਹ ਦੋਨੋਂ ਸੇਮ ਜੋ ਵੀ ਹੈ, ਆ ਜਿਹੜੀ ਗੱਲ ਮੈਂ ਇੱਥੇ ਕਰ ਰਿਹਾ ਇਹਨੂੰ ਆਪਣੀ ਲੈਂਗੁਏਜ ਚ ਲਿਖਿਓ, ਇਹਦਾ ਆਈਡੀਆ ਲੈ ਲਿਓ, ਠੀਕ ਹੈ। ਹਾਂਜੀ 11ਵਾਂ ਕੀ ਹੈ ਕਿ ਦੇਖੋ ਸਮੂਥ ਵੈਜ A is fitted in a chamber hanging in a figure, ਬਣਾਉਣਾ ਪੈਣਾ। ਇਹਦੇ ਸੋਲੂਸ਼ਨ ਸਾਰਿਆਂ ਨੇ ਲਿਖ ਲੈਣੇ ਹੁਣ ਆਪਣੀ ਕਾਪੀਆਂ ਕੁਪੀਆਂ ਤੇ ਅੱਜ ਹੀ। ਸੋਲੂਸ਼ਨ ਦੇਖੋ ਕੀ, a smooth wedge A is fitted in a chamber hanging from ceiling near, ਇਹ ਮੈਨੂੰ ਲੱਗਦਾ ਹੁਣੀ ਰੀਸੈਂਟਲੀ ਹੋਇਆ ਨਹੀਂ ਸੀ ਇੱਕ, ਚਲੋ ਮੈਂ ਕਰਾ ਦਿੰਦਾ ਫਿਰ। ਆ ਦੇਖੋ ਯੈਸ ਸਰ, ਆ ਇੱਕ ਚੈਂਬਰ ਹੈ, ਠੀਕ ਹੈ, ਇਸ ਚੈਂਬਰ ਦੇ ਅੰਦਰ ਇੱਕ ਸਮੂਥ ਵੈਜ ਫਿਟ ਕੀਤਾ ਹੈ, ਜਿਵੇਂ ਮਰਜ਼ੀ ਕਰ ਲਓ, ਆ ਸਮੂਥ ਵੈਜ ਫਿਟ ਕੀਤਾ ਹੈ ਵਾ। ਬਲੌਕ B is placed at the top of the wedge, ਇਹਦੇ top of the wedge ਆਪਾਂ ਬਲੌਕ B ਰੱਖਦੇ ਆ, ਉਹ टी टाइम ਦੇ ਵਿੱਚ ਸਲਾਈਡ ਕਰਕੇ ਇੱਥੇ ਤੱਕ ਆ ਜਾਂਦਾ ਆ। if the block is placed at the top of it and the cable supporting chamber is broken, ਅੱਛਾ ਇਹ ਕੇਬਲ ਨਾਲ ਅਟੈਚ ਕੀਤਾ ਹੈ ਉੱਪਰ ਕਿਤੇ, ਆ ਕੇਬਲ ਆਪਾਂ ਕੱਟ ਦਿੰਨੇ ਆ, ਮੰਨ ਲਓ ਟੁੱਟ ਜਾਂਦੀ ਹੈ, broken the block will, ਹਾਂਜੀ ਹੁਣ ਮੰਨ ਲਓ ਜਿੱਥੇ ਵੀ ਮੰਨ ਲਓ ਬਲੌਕ ਇੱਥੇ ਹੈ ਤਾਂ ਉਹਨੂੰ ਤੁਸੀਂ ਰੈਂਡਮਲੀ ਮੈਂ ਕਹੇ ਮੰਨ ਲਓ ਕਿਸੇ ਵੀ ਜਗ੍ਹਾ ਤੇ ਇੱਕ ਵਾਰ ਡਾਇਗਰਾਮ ਬਣਾ ਲੈ ਨੀਚੇ ਕਰ ਲੈਣਾ ਤਾਂ ਕਿ ਫੋਰਸ ਦਿਖਾ ਸਕਾਂ ਮੈਂ। ਹੁਣ ਤੁਹਾਨੂੰ ਪਤਾ ਇਹਦੇ ਚ ਕੀ ਹੋਏਗਾ, ਇਹਦਾ mg ਨੀਚੇ ਨੂੰ ਐਕਟ ਕਰੇਗਾ ਸਭ ਤੋਂ ਪਹਿਲਾਂ ਤਾਂ, ਤੇ ਜਦੋਂ ਤੁਸੀਂ ਇਹਨੂੰ ਤੋੜ ਦੋਗੇ, ਜਦੋਂ ਇਹਨੂੰ ਤੋੜ ਦੋਗੇ, ਇਹਦਾ ਬਾਕੀ ਗੱਲਾਂ ਬਾਅਦ ਚ ਬਣਾਇਓ ਨੋਰਮਲ ਰਿਐਕਸ਼ਨ ਇਹ ਉਹ, ਜਦੋਂ ਇਹਨੂੰ ਤੋੜ ਦੋਗੇ ਤਾਂ ਇਹ ਪੂਰਾ ਸਿਸਟਮ ਇੱਥੋਂ ਟੁੱਟਣ ਤੋਂ ਬਾਅਦ ਕਿਹੜੀ ਐਕਸਲਰੇਸ਼ਨ ਨਾਲ ਨੀਚੇ ਆਏਗਾ, ਜੀ, ਤਾਂ ਇਹ ਇੱਕ ਬਣ ਜਾਏਗਾ ਨॉन इनर्शिया फ्रेम, ਤਾਂ ਸ਼ੂਡੋ ਫੋਰਸ ਕਿੱਧਰ ਨੂੰ ਲੱਗੇਗਾ, ਉੱਪਰ ਨੂੰ mg। ਫਿਰ ਇਸ mg ਦੇ ਕੰਪੋਨੈਂਟ ਬਣਾਉਣ ਦੀ ਲੋੜ ਹੀ ਕੀ ਹੈ, ਜਦੋਂ ਇਹ ਸ਼ੂਡੋ ਫੋਰਸ ਨੂੰ ਕੈਨਸਲ ਹੀ ਕਰਤਾ ਤਾਂ ਇਹਦੇ ਨੈਟ ਫੋਰਸ ਕਿੰਨਾ ਹੋ ਜਾਏਗਾ, ਜ਼ੀਰੋ। ਨੈਟ ਫੋਰਸ ਜ਼ੀਰੋ, मतलब एक ब्लॉक कितने पे रहेगा,
ਉੱਥੇ ਪਿਆ ਰਹੇਗਾ। ਦੇਖੋ ਜਦੋਂ ਮੈਂ ਕੁਝ ਕੁਐਸਚਨ ਸਮਝਾ ਰਿਹਾ, ਕੋਈ ਡਾਊਟ ਹੋਵੇ ਤਾਂ ਇਹਦੇ ਵਿੱਚ ਵੀ ਬੋਲੋ, ਐਵੇਂ ਨਾ ਕਿ ਉਹੀ ਮੇਰੀ ਗੱਲ ਨੂੰ ਪ੍ਰਵਚਨ ਥੋੜੀ ਦੇ ਰਿਹਾ ਹਨਾ। ਉਹ ਬੋਲੋ ਕਿ ਹਾਂ ਵੀ ਸਰ ਆਹ ਮੈਨੂੰ ਠੀਕ ਨਹੀਂ ਲੱਗੀ ਗੱਲ, ਆ ਮੈਨੂੰ ਸਮਝਾਓ ਦੁਬਾਰਾ। ਹਿਮਾਨੀ ਹਿਮਾਨੀ ਤੇਰਾ ਨਾ ਸਪੀਕਰ ਯਾਰ ਖਰਾਬ ਮੈਨੂੰ ਲੱਗਦਾ, 2-3 ਦਿਨ ਹੋ ਗਏ, 4 ਦਿਨ ਹੋ ਗਏ, ਤੇਰੀ ਆਵਾਜ਼ ਬਹੁਤ ਘੱਟ ਆਉਂਦੀ ਹੈ, ਕਈ ਵਾਰ ਆ ਜਾਂਦੀ ਹੈ। ਹਾਂਜੀ ਸਰ, ਹੁਣ ਆ ਹੁਣ ਆ ਗਈ। ਗਈ, ਦੇਖ ਲੈ ਕਿੰਨੀ ਵਧੀਆ ਆਵਾਜ਼ ਆ ਗਈ। ਬੋਲ ਹੁਣ। ਸਰ ਨਹੀਂ ਕੁਛ ਨਹੀਂ, ਮੈਂ ਤਾਂ ਕੁਛ ਨਹੀਂ ਬੋਲਣਾ ਹੈ। ਕੁਛ ਨਹੀਂ ਬੋਲਣਾ ਮੈਂ ਤਾਂ। ਅੱਛਾ ਤੇਰਾ ਹੱਥ ਖੜਾ ਸੀ ਨਾ, ਮੈਨੂੰ ਲੱਗਿਆ ਕੁਝ ਬੋਲਣ ਲੱਗੀ ਹੈ। ਚਲੋ सर ये समझ नहीं लगा। ਹਾਂਜੀ ਬੋਲੋ सर ਅਸੀਂ ਤਾਂ ਕਹਿ ਰਹੇ ਨਾ ਬੋਲੋ ਕਿ ਕੁਝ ਸਮਝ ਨਹੀਂ ਲੱਗਿਆ ਤਾਂ दस तो सर दोबारा। ਅੱਛਾ ਦੇਖੋ ਇੱਕ ਸ਼ੂਡੋ ਫੋਰਸ ਬਾਰੇ ਤਾਂ ਤੈਨੂੰ ਗੱਲ ਪਤਾ ਨਾ ਕਿ ਨਹੀਂ ਰਾਜਵੀਰ? हाँ जी सर। ਹੁਣ ਦੇਖ ਜਿਵੇਂ ਕਿ ਪੂਰਾ ਸਿਸਟਮ ਜਦੋਂ ਮੂਵ ਕਰਦਾ ਕਿਸੇ ਪਾਸੇ ਨੂੰ ਤਾਂ ਸ਼ੂਡੋ ਫੋਰਸ ਉਹਦੇ ਖਿਲਾਫ ਲੱਗਦਾ ਹੈ ਹਨਾ। हाँ जी सर। ਆ ਇੱਕ ਬੱਚਾ ਆ, ਇਸ ਬੱਚੇ ਨੇ ਆਪਣੇ ਇੱਥੇ ਸਾਹਮਣੇ ਪਤੰਗ ਲਗਾਇਆ ਹੋਇਆ ਆਪਣੇ ਇਹਦੇ ਨਾਲ ਚੈਸਟ ਦੇ ਨਾਲ, ਠੀਕ ਹੈ। यस सर। ਤੇ ਇਹ ਜਿਹੜਾ ਬੰਦਾ ਹੈ, ਬੱਚਾ ਹੈ ਸੌਰੀ, ਤੇ ਇਹ ਇਧਰ ਨੂੰ ਭੱਜ ਰਿਹਾ ਵਾ, ਐਕਸਲਰੇਟ ਹੋ ਰਿਹਾ ਇਹਦੇ ਨਾਲ, ਤੇ ਪਤੰਗ ਦਾ ਮਾਸ ਹੈਗਾ ਮੰਨ ਲਾ ਸਮਾਲ m, ਤਾਂ ਪਤੰਗ ਤੇ ਜਿਹੜਾ ਫੋਰਸ ਲੱਗਦਾ ਆ ਉਹ ਐਕਸਲਰੇਸ਼ਨ ਦੀ ਦਿਸ਼ਾ 'ਚ ਲੱਗਦਾ ਕਿ ਉਹਦੇ ਖਿਲਾਫ ਲੱਗਦਾ ਆ? खिलाफ लगता सर। ਆ ਲੱਗਦਾ। ਤੇ ਕਿੰਨਾ ਪਤੰਗ ਦਾ ਮਾਸ ਇਨਟੂ ਇਸੇ ਫੋਰਸ ਦੇ ਕਰਕੇ ਉਹ ਇਹਦੀ ਛਾਤੀ ਨਾਲ ਚਿਪਕਿਆ ਰਹਿੰਦਾ ਹੈ ਜਦੋਂ ਤੱਕ ਉਹ ਐਕਸਲਰੇਟ ਹੁੰਦਾ ਹੈ ਹਨਾ। यस सर। ਗੱਲਾਂ ਨੇ, ਆਮ ਗੱਲਾਂ ਨੂੰ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਕੋਈ ਚੀਜ਼ ਐਕਸਲਰੇਟ ਹੁੰਦੀ ਹੈ ਤਾਂ ਉੱਤੇ ਐਕਸਟਰਾ ਫੋਰਸ ਇਦਾਂ ਦਾ ਲੱਗਦਾ ਹੈ, ਇਹਨੂੰ ਸ਼ੂਡੋ ਫੋਰਸ ਬੋਲਦੇ ਆ। ਹੁਣ ਇੱਥੇ ਜਦੋਂ ਆ ਟੰਗਿਆ ਹੋਇਆ ਸੀ ਤਾਂ ਇਹਨੇ ਥੱਲੇ ਆਉਣਾ ਹੀ ਸੀ। ਜਿਵੇਂ ਕਹਿਣ ਦਾ ਭਾਵ ਇਹ ਕਿ ਮੰਨ ਲਾ ਇਹ ਟੰਗਿਆ ਹੋਇਆ, ਜਸਟ ਮੈਂ ਵੈਸੇ ਸਮਝਾ ਰਿਹਾ, ਆ ਹੈਗਾ ਆ ਮਾਸ m ਹੈਗਾ, ਆ mg ਹੈਗਾ, ਤੇ ਸਮੂਥ ਤਾਂ ਹੈਗਾ ਹੀ ਆ। ਆ ਮੰਨ ਲਾ ਥੀਟਾ ਪਤਾ ਦਿੱਤਾ ਕਿ ਨਹੀਂ ਦਿੱਤਾ, ਚਲ ਮੰਨ ਲਓ ਆਪਣੇ ਆਪ ਥੀਟਾ, ਆ mg cos ਥੀਟਾ ਆ ਗਿਆ, ਆ mg sin ਥੀਟਾ ਆ ਗਿਆ, ਤੇ ਆ ਉਹ ਕਹਿੰਦੇ ਥੱਲੇ ਆ ਵੀ ਜਾਂਦਾ ਉਹ ਹਨਾ। ਥੱਲੇ ਕਿਹਦੇ ਕਰਕੇ ਆਉਂਦਾ? ਇਹਦੇ ਕਰਕੇ ਆਉਂਦਾ ਨਾ। यस सर। ਹੁਣ ਉਹ ਕਹਿ ਰਹੇ ਆ ਉੱਪਰੋਂ ਉਹਦੀ ਜਿਹੜੀ ਸੰਗਲ ਬਣੀ ਹੋਈ ਸੀ ਉਹ ਟੁੱਟ ਗਈ ਤਾਂ ਪੂਰਾ ਸਿਸਟਮ ਹੀ ਥੱਲੇ ਨੂੰ ਮੂਵ ਕਰਨ ਲੱਗ ਗਿਆ, ਚੈਂਬਰ ਪੂਰਾ ਦਾ ਪੂਰਾ ਥੱਲੇ ਗਿਰਨ ਲੱਗ ਗਿਆ। ਜਿਵੇਂ ਲਿਫਟ ਵਿੱਚ ਤੁਸੀਂ ਖੜੇ ਹੋ ਤੇ ਲਿਫਟ ਅਚਾਨਕ ਹੀ ਉੱਪਰੋਂ ਲਿਫਟ ਦੀ ਉਹ ਟੁੱਟ ਜੇ ਰੱਸੀ ਜੀ, ਅੰਦਰ ਰੱਸੀ ਤਾਂ ਨਹੀਂ ਹੁੰਦੀ ਉਹ ਜੋ ਵੀ ਚੇਨ ਜੀ ਹੋਈ ਆ, ਹੁਣ ਉਹ ਟੁੱਟ ਜੇ ਤਾਂ ਲਿਫਟ ਐਨ ਸਿੱਧੀ ਨੀਚੇ ਜਾਊਗੀ, ਕਿਹੜੀ ਐਕਸਲਰੇਸ਼ਨ ਨਾਲ ਜਾਊਗੀ? ਜੀ ਨਾਲ। ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਸਾਰਿਆਂ ਨੂੰ ਹੀ, ਤੁਸੀਂ ਸਾਰੇ ਸਿਸਟਮ ਦਾ ਹਿੱਸਾ ਹੋ, ਫੋਰਸ ਕਿੱਧਰ ਨੂੰ ਲੱਗੂਗਾ? ਉੱਪਰ ਹਨਾ। यस। ਠੀਕ ਹੈ। ਹੁਣ ਆ ਇਹੀ ਬਲੌਕ ਨੂੰ ਵੀ ਆ ਜਿਹੜਾ mg ਦੇ ਵਿੱਚੋਂ ਲੱਗ ਰਿਹਾ, ਇਹਦੇ ਕੰਪੋਨੈਂਟ ਬਣਾਉਣੇ ਸੀ ਨਾ ਆਪਾਂ ਹਨਾ। यस सर। ਤੇ ਉਹ ਜਿਹੜਾ ਸ਼ੂਡੋ ਫੋਰਸ ਉੱਪਰ ਨੂੰ ਲੱਗ ਰਿਹਾ, ਹੁਣ ਉਹਦੇ ਵੀ ਤਾਂ ਕੰਪੋਨੈਂਟ ਬਣ ਜਾਣਗੇ ਬੇਸਿਕਲੀ, ਜੇ ਤੂੰ ਇਹਦੇ ਬਣਾਏਗਾ ਇਹਦੇ ਨਾਲ ਐ ਕਰਕੇ, ਪਰ ਉਹਦੇ ਲੋੜ ਹੀ ਨਹੀਂ ਪੈਣੀ ਸੱਚ। ਇਹ ਐਂ ਇਹਨੂੰ ਕੈਂਸਲ ਕਰ ਰਿਹਾ ਨਾ, ਇਹ ਕਹਿ ਰਿਹਾ ਮੈਂ ਤੈਨੂੰ। हाँ जी सर। ਉਹ ਫਿਰ ਉਸ ਬਲੌਕ ਤੇ ਫੋਰਸ ਮਹਿਸੂਸ ਹੀ ਨਹੀਂ ਹੋਣਾ ਕੋਈ, ਬਲੌਕ ਇੱਕ ਤਰ੍ਹਾਂ ਨਾਰਮਲ ਰਿਐਕਸ਼ਨ ਵੀ ਨਹੀਂ ਹੋਣਾ ਕੋਈ। यस सर। ਜਦੋਂ ਫੋਰਸ ਹੀ ਨਹੀਂ ਹੈਗਾ ਉਹਨੇ ਥੱਲੇ ਆਣਾ ਹੀ ਨਹੀਂ, ਫਿਰ ਉਹ ਥੱਲੇ ਗਿਰਦਾ ਪਿਆ ਸੀ mg ਦੇ ਕੰਪੋਨੈਂਟ ਕਰਕੇ, ਪਰ mg ਖਤਮ ਹੋ ਗਿਆ ਜਦੋਂ ਉੱਪਰੋਂ ਚੇਨ ਟੁੱਟ ਗਈ ਤਾਂ। ओके सर। ਠੀਕ ਹੈ ਗੱਲ, ਇਹਨੂੰ ਧਿਆਨ ਨਾਲ ਸਮਝ ਕੇ ਸੋਚ ਕੇ ਦੁਬਾਰਾ ਕੋਈ ਜੋ ਹੋਵੇ ਫਿਰ WhatsApp ਗਰੁੱਪ 'ਚ ਪਾ ਦੇ, ਠੀਕ ਹੈ। ਜੋ ਵੀ ਤੇਰੇ ਦਿਮਾਗ 'ਚ ਆਵੇ ਲੰਬਾ ਲਿਖ ਕੇ ਪਾ ਦੇ ਦਿੰਦਾ, ਪਿਊਸ਼ ਲਿਖ ਦਿੰਦਾ, ਮੰਨ ਲਓ ਆ ਆਇਆ, ਮੰਨ ਲਓ ਉਹ ਆਇਆ, ਮੈਨੂੰ ਐ ਕਰ ਦਿੰਦੇ ਆ, ਉਹ ਕਰ ਦਿੰਦੇ ਆ। ਇਹੀ ਗੱਲ ਹੁੰਦੀ ਹੈ ਕ੍ਰੀਏਟੀਵਿਟੀ। ਤੁਸੀਂ ਆਪਣੇ ਸਵਾਲ ਨੂੰ ਪੁੱਟ ਕਰਨਾ, ਹੋਰ ਕ੍ਰੀਏਟਿਵਲੀ ਪੁੱਟ ਕਰਿਆ ਕਰੋ ਜੇ ਮਤਲਬ ਕੋਈ ਪ੍ਰੋਬਲਮ ਆਵੇ। ਚਲੋ ਜੀ, ਕਿਹੜਾ ਸੀ ਹੋਰ? ਇਹ ਹੋ ਗਿਆ ਅਦਿਤੀ ਕਲੀਅਰ? यस सर। 13ਵਾਂ ਕੁਐਸਚਨ ਹੈ ਇੱਕ ਸ਼ਾਇਦ ਹਨਾ, 13ਵਾਂ ਕੁਐਸਚਨ ਸਾਰੇ ਜਣੇ ਪੜੋ ਧਿਆਨ ਨਾਲ। Person standing on a floor of an elevator drops a coin. Coin reaches the floor of the elevator in a time t1 and elevator is stationary. When elevator, ਜਦੋਂ elevator stationary ਹੈਗਾ ਆ ਤਾਂ coin ਨੀਚੇ ਗਿਰਦਾ ਆ t1 ਟਾਈਮ ਦੇ ਵਿੱਚ, and t2 ਟਾਈਮ ਚ if it is moving uniformly। ਅੱਛਾ ਦੇਖੋ ਫਿਰ ਸਿੰਪਲ ਜੀ ਗੱਲ, ਅਗਰ ਯੂਨੀਫਾਰਮਲੀ ਮੂਵ ਕਰ ਰਿਹਾ ਤਾਂ ਐਕਸਲਰੇਸ਼ਨ ਕਿੰਨੀ ਹੋਏਗੀ? 0। ਤਾਂ ਫਿਰ ਸ਼ੂਡੋ ਫੋਰਸਿਸ ਕਿੰਨੇ ਹੋਣਗੇ? 0। ਤੇ ਜਦੋਂ ਸ਼ੂਡੋ ਫੋਰਸ ਕੋਈ ਹੈ ਹੀ ਨਹੀਂ ਹੈ ਤਾਂ ਉਹਦੇ ਟਾਈਮ 'ਚ ਫਰਕ ਪੈਣਾ ਹੀ ਨਹੀਂ ਕੋਈ। नो सर। ਟਾਈਮ t1 = t2 ਆਏਗਾ, ਠੀਕ ਹੈ ਨਾ। ਸ਼ੂਡੋ ਫੋਰਸ ਕੋਈ ਸਿਸਟਮ ਪਰ ਐਕਸਲਰੇਟ, ਕਿਉਂਕਿ ਉਹ ਐਕਸਲਰੇਟ ਕਰ ਹੀ ਨਹੀਂ ਰਿਹਾ, ਯੂਨੀਫਾਰਮ ਵੈਲੋਸਿਟੀ ਨਾਲ ਸਭ ਕੁਝ ਮੂਵ ਕਰ ਰਿਹਾ। ਇਹੀ ਸਵਾਲ ਦਾ ਜਵਾਬ 14ਵਾਂ ਵੀ ਹੈ, ਮੈਂ ਦੱਸਦਾ। ਹਾਂਜੀ ਬੋਲੋ, ਕੋਈ ਬੋਲ ਰਿਹਾ ਕੁਝ? हाँ जी सर, मैं कुछ बोल रहा है सर मेरा क्वेश्चन है सर टीचर कि सर चलो सर सपोज करो सर लिफ्ट उत्ते जा रही हो सर यूनिफॉर्म वेलोसिटी नाल की जा रही हो सर ਜਦੋਂ ਉਹ ਪੁਆਇੰਟ ਦੇਖੂਗਾ
मतलब आराम लिफ्ट नाल उत्ते जा रही है। हौली हौली बोल, फिर शुरू तो बोल आराम नाल। सर देखो सर, पहला अपने पॉइंट है क्या, हाँ लिफ्ट स्टेशनरी सी है ना, T1 टाइम लग्या ਉਹਨੂੰ। ਨਾਓ ਸਰ ਸੈਕੰਡ ਕੇਸ ਦੇ ਵਿੱਚ ਹੁਣ ਜਿਹੜੀ ਲਿਫਟ ਹੈ ਉਹ ਯੂਨੀਫਾਰਮ ਵੈਲੋਸਿਟੀ ਨਾਲ ਉੱਤੇ ਜਾ ਰਹੀ ਹੈ। ਦੈਨ ਸਰ ਜਦੋਂ ਕੋਇਨ ਡਿੱਗੂਗਾ ਤਾਂ ਮਤਲਬ ਸਰ ਕੋਇਨ ਤਾਂ ਉਹਨੇ ਡਿਸਟੈਂਸ ਟਰੈਵਲ ਕਰੂਗਾ ਜਿਹਨਾਂ ਨੇ ਪਹਿਲੇ ਕੇਸ ਦੇ ਵਿੱਚ ਕੀਤਾ ਸੀ, ਬਟ ਸਰ ਯੂਨੀਫਾਰਮ ਵੈਲੋਸਿਟੀ ਕੇਸ ਵਿੱਚ ਸਰ ਉਹ ਲਿਫਟ ਉੱਤੇ ਨਹੀਂ ਚਲੀ ਜਾਊਗੀ ਤਾਂ ਸਰ ਆਉਣ ਵਾਲਾ ਮਤਲਬ ਜਦੋਂ ਥੱਲੇ ਆਊਗਾ। ਚੁੱਪ ਕਰ ਸਮਝ ਗਿਆ ਮੈਂ, ਰਹਿਣ ਦੇ। ਦੇਖੋ ਪਿਊਸ਼ ਇਹ ਕਹਿ ਰਿਹਾ ਵਾ ਕਿ ਜਦੋਂ ਲਿਫਟ ਸਟੇਸ਼ਨਰੀ ਹੈਗੀ ਆ ਲਿਫਟ ਦਾ ਸਰਫੇਸ ਆ, ਬੰਦਾ ਇੱਥੋਂ ਕੋਇਨ ਸਿੱਟ ਰਿਹਾ ਵਾ, ਆ ਚੈਂਬਰ ਜਿਹਾ ਬੰਦ ਆ, ਇੱਥੋਂ ਆ ਬੰਦਾ ਮੈਂ ਬਣਾਇਆ ਨਹੀਂ, ਚਲੋ ਬਣਾ ਦਿੰਦੇ ਬੰਦਾ, ਇੱਥੋਂ ਕੋਇਨ ਨੂੰ ਸਿੱਟਦਾ ਆ, ਜਦੋਂ ਕੋਇਨ ਨੂੰ ਸਿੱਟਦਾ ਲਿਫਟ ਸਟੇਸ਼ਨਰੀ ਯਾਨੀ ਰੈਸਟ ਤੇ ਆ, ਤੇ ਕੋਇਨ ਇੱਥੋਂ ਜਸਟ ਲੀਵ ਕਰਦਾ ਵਾ, ਜਸਟ ਛੱਡਦਾ ਆ। ਜਦੋਂ ਕੋਇਨ ਨੂੰ ਜਸਟ ਛੱਡਦਾ ਆ ਤਾਂ ਕੋਇਨ ਦੀ ਵੈਲੋਸਿਟੀ ਇਨੀਸ਼ੀਅਲੀ 0 ਹੁੰਦੀ ਹੈ, ਆਬਵੀਅਸਲੀ ਉਹ ਆ ਡਿਸਟੈਂਸ ਟਰੈਵਲ ਕਰਦਾ ਹੈ ਇੱਥੇ ਤੱਕ, ਕੋਇਨ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੇ ਅੰਡਰ, ਹਨਾ, ਤੇ ਇਹਦੀ ਜਿਹੜਾ ਟਾਈਮ ਲੱਗਦਾ ਮੰਨ ਲਓ T1। ਹੁਣ ਪਿਊਸ਼ ਇਹ ਕਹਿ ਰਿਹਾ ਕਿ ਜਦੋਂ ਇਹ ਮੰਨ ਲਓ ਜਿਹੜੀ ਲਿਫਟ ਹੈ ਇਹ ਲਿਫਟ ਮੰਨ ਲਓ ਉੱਪਰ ਨੂੰ ਜਾ ਰਹੀ ਹੋਵੇ ਵਿਦ ਇਨੀਸ਼ੀਅਲ ਵੈਲੋਸਿਟੀ u, ਤੇ ਹੁਣ ਜੇ ਬੰਦਾ ਇਹ ਕੋਇਨ ਨੂੰ ਛੱਡੇਗਾ, ਇੱਥੋਂ ਕੋਇਨ ਨੂੰ ਛੱਡੇਗਾ, ਤਾਂ ਜਦੋਂ ਕੋਇਨ ਛੱਡੇਗਾ ਤਾਂ ਕਿਉਂਕਿ ਇਹ u ਨਾਲ ਜਾ ਰਹੀ ਹੈ ਤਾਂ ਆ ਫਰਸ਼ ਜਿਵੇਂ ਜਦੋਂ ਕੋਇਨ ਛੱਡ ਕੇ ਇੱਥੇ ਆ ਰਿਹਾ ਹੋਏਗਾ ਤਾਂ ਫਰਸ਼ ਵੀ ਤਾਂ ਉੱਪਰ ਜਾ ਰਿਹਾ ਹੋਏਗਾ, ਤਾਂ ਰਸਤੇ 'ਚ ਹੀ ਮਿਲ ਜਾਣਗੇ। ਤਾਂ ਪਿਊਸ਼ ਇਹ ਕਹਿਣਾ ਚਾਹ ਰਿਹਾ, ਪਿਊਸ਼ ਇਹ ਕਹਿ ਰਿਹਾ। ਹਾਂਜੀ ਸਰ। ਤੇ ਇਹ ਕਹਿੰਦਾ ਫਿਰ ਹੁਣ ਮੇਰੀ ਗੱਲ ਸੁਣ, ਜਦੋਂ ਉਹ ਰੈਸਟ ਵਿੱਚ ਸੀਗਾ, ਸਭ ਕੁਝ ਰੈਸਟ ਵਿੱਚ ਸੀਗਾ, ਤਾਂ ਕੋਇਨ ਛੱਡੇਗਾ, ਕੋਇਨ ਦੀ ਇਨੀਸ਼ੀਅਲ ਵੈਲੋਸਿਟੀ ਕਿੰਨੀ ਸੀ 0। ਇੱਥੇ ਕੋਇਨ ਨੂੰ ਜਦੋਂ ਛੱਡੇਗਾ ਵੀ ਨਾ ਜਸਟ, ਤਾਂ ਵੀ ਉਹਦੀ ਇਨੀਸ਼ੀਅਲ ਵੈਲੋਸਿਟੀ 0 ਨਹੀਂ ਹੋਏਗੀ ਬਲਕਿ ਉੱਪਰ ਨੂੰ u ਹੋਏਗੀ, ਤਾਂ ਕੋਇਨ ਐ ਜਾ ਕੇ ਐ ਆਏਗਾ ਇੱਥੇ, ਸੋ ਇਸ ਲਈ ਉਹ ਬਿਲਕੁਲ ਸੇਮ ਟਾਈਮ ਲੱਗੇਗਾ। ਓਕੇ ਸਰ। ਉਹਨੂੰ ਫੜਿਆ ਵੀ ਤਾਂ ਹੈ ਨਾ, ਉਹ ਕੋਇਨ ਨੂੰ ਤਾਂ ਸੇਮ u ਵੈਲੋਸਿਟੀ ਮਿਲ ਜਾਏਗੀ। ਇਸ ਲਈ ਕਹਿ ਰਿਹਾ ਨਾ ਜਦੋਂ ਸੇਮ ਵੈਲੋਸਿਟੀ ਪੂਰੇ ਦੇ ਪੂਰੇ ਸਿਸਟਮ ਦੇ ਉੱਪਰ ਇੰਪੋਜ਼ ਹੋ ਜਾਵੇ ਤਾਂ ਬਿਲਕੁਲ ਉਸ ਸਿਸਟਮ ਨੂੰ ਤੁਸੀਂ ਐਂ ਹੀ ਮੰਨ ਸਕਦੇ ਜਿਵੇਂ ਰੈਸਟ ਤੇ ਹੋ ਰਿਹਾ ਹੁੰਦਾ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਐਕਸਲਰੇਟ ਹੋ ਰਿਹਾ ਹੋਵੇ, ਐਕਸਟਰਾ ਫੋਰਸਿਸ ਆ ਜਾਣ ਵਿੱਚ, ਐਕਸਟਰਾ ਐਕਸਲਰੇਸ਼ਨ ਆ ਜਾਣ, ਫੇਰ ਹੁੰਦਾ ਕਿ ਹਾਂ ਵੀ ਹੁਣ ਮਾਮਲਾ ਗੜਬੜ ਹੋਏਗਾ, ਸ਼ੂਡੋ ਫੋਰਸ ਨੂੰ ਵਿੱਚ ਨਹੀਂ ਲਿਆ ਤਾਂ ਗੱਲ ਗਲਤ ਹੋ ਜਾਏਗੀ। ਠੀਕ ਹੈ ਗੱਲ? ਹਾਂਜੀ ਸਰ। ਹਾਂਜੀ ਯੋਗੇਸ਼। ਸਰ ਮਤਲਬ ਇੱਥੇ ਸਰ ਟਾਈਮ ਤੇ ਫਰਕ ਪੈਂਦਾ ਹੈ, ਫੋਰਸ ਤੇ ਕੋਈ ਫਰਕ ਨਹੀਂ ਪੈਗਾ ਅਗਰ ਆਪਾਂ ਇਸ ਨੂੰ ਕਿਸੇ ਬਲੌਕ ਮੰਨੀਏ, ਏਦਾਂ ਕੋਈ ਬਲੌਕ ਲੈ ਲਈਏ ਤੇ ਨਹੀਂ, मतलब टाइम ਤੇ ਫਰਕ ਨਹੀਂ ਪਏਗਾ ਨਾ, ਬਿਲਕੁਲ ਸੇਮ ਟਾਈਮ ਤੇ ਫਰਕ ਨਹੀਂ ਪਏਗਾ, ਮਤਲਬ ਫੋਰਸ ਤੇ ਫਰਕ ਪਏਗਾ। ਫੋਰਸ ਤੇ ਨਹੀਂ, ਵੈਲੋਸਿਟੀ, ਇਨੀਸ਼ੀਅਲ ਵੈਲੋਸਿਟੀ ਤੇ ਫਰਕ ਪਿਆ ਹੋਇਆ ਵਾ, ਤੇ ਉਹਦੇ ਕਰਕੇ ਜਿਹੜਾ ਉਹਦਾ ਓਵਰਆਲ ਜਿਹੜਾ ਉਹਦੀ ਟ੍ਰੈਜੈਕਟਰੀ ਤੇ ਵੀ ਫਰਕ ਪਿਆ ਹੋਇਆ ਵਾ, ਕਿਉਂਕਿ ਪਹਿਲੇ ਕੇਸ 'ਚ ਕੋਇਨ ਐ ਗਿਰ ਰਿਹਾ ਵਾ ਇੱਥੇ, ਦੂਜੇ ਕੇਸ 'ਚ ਕੋਇਨ ਜਿਹੜਾ ਆ ਉਹ ਐ ਉੱਪਰ ਜਾ ਕੇ ਫਿਰ ਐ ਆ ਰਿਹਾ ਵਾ ਇੱਥੇ, ਕਿਉਂਕਿ ਉਹ ਜਦੋਂ ਤੱਕ ਆ u ਵੈਲੋਸਿਟੀ ਨਾਲ ਚੱਲ ਰਿਹਾ ਫਰਸ਼ ਵੀ ਇੱਥੇ ਪਹੁੰਚ ਗਿਆ ਵਾ, ਤੇ ਉਹਨੂੰ ਪਹਿਲਾਂ ਹੀ u ਵੈਲੋਸਿਟੀ ਮਿਲ ਗਈ ਸੀ ਇਸ ਕੇਸ 'ਚ, ਇੱਥੇ ਉਹਨੂੰ ਜਸਟ ਛੱਡਿਆ ਸੀ ਤੇ ਇੱਥੇ ਗਿਰਿਆ ਸੀ, ਆ ਸੀ। ਸਰ ਅਗਰ ਆਪਾਂ ਇਹਨੂੰ ਕੋਈ ਬਲੌਕ ਮੰਨ ਲਈਏ ਤੇ ਬਲੌਕ ਤੇ ਅਗਰ ਆਪਾਂ ਨਾਰਮਲ ਬਲੌਕ ਤੇ ਉਹਦਾ ਕੋਈ ਕੋਇਨ ਦਾ ਕੋਈ ਫਰਕ ਤਾਂ ਹੈ ਨਹੀਂ ਇਹਦੇ 'ਚ, ਕੋਇਨ ਹੋਵੇ ਜਾਂ ਬਲੌਕ ਹੋਵੇ, ਕੋਈ ਤਾਂ ਆਬਜੈਕਟ ਹੀ ਹੈ ਕੋਈ। ਠੀਕ ਹੈ ਨਾ? ਤੇ ਆ ਜਿਹੜਾ 14ਵਾਂ ਕੁਐਸਚਨ ਹੈ, ਕੱਲ ਕਿਸੇ ਬੱਚੇ ਨੇ ਪਾਇਆ ਸੀ ਵੈਸੇ ਤਾਂ ਗਰੁੱਪ 'ਚ ਵੀ, ਇਹ ਤੋਂ ਦੇਖੋ ਕੁਝ ਵੀ ਨਹੀਂ ਹੈਗਾ ਇਸ ਕੁਐਸਚਨ 'ਚ, ਐਡਾ ਵੱਡਾ ਯੂਰੇਨੀਅਮ ਲਿਖਦਾ ਹੋ ਕੇ ਬੰਦੇ ਨੂੰ ਲੱਗਦਾ ਪਤਾ ਨਹੀਂ ਕਿੰਨੀ ਵੱਡੀ ਗੱਲ ਹੋ ਰਹੀ ਹੋਣੀ ਹੈ, ਅਲਫਾ ਪਾਰਟੀਕਲ ਇਹ ਉਹ। ਸੋ ਬੇਸਿਕਲੀ ਯੂਰੇਨੀਅਮ ਦੇ ਵਿੱਚੋਂ, ਠੀਕ ਹੈ, ਅਲਫਾ ਪਾਰਟੀਕਲ ਜਿਹੜਾ ਉਹ ਨਿਕਲ ਰਿਹਾ, ਇਹ ਮੰਨ ਲਓ ਡਿਕੇ ਹੋ ਰਿਹਾ, ਤੇ ਡਿਕੇ ਕੀ ਹੁੰਦਾ ਕੀ ਨਹੀਂ ਹੁੰਦਾ ਇਹਦੇ ਬਾਰੇ ਆਪਾਂ ਬਹੁਤ ਡਿਟੇਲ 'ਚ ਬਾਅਦ 'ਚ ਗੱਲਾਂ ਕਰਾਂਗੇ। ਠੀਕ ਹੈ, ਤੇ ਉਹ ਕੀ ਆ, ਉਹ ਅਲਫਾ ਪਾਰਟੀਕਲ ਡਿਕੇ ਹੋ ਰਿਹਾ, ਤੇ ਉਹ ਆਪਾਂ ਉਹ 'ਚ ਸੈਪਰੇਸ਼ਨ ਦੇਖ ਰਹੇ ਹਾਂ। ਇੱਕ ਪੈਸੇਂਜਰ ਹੈ ਟ੍ਰੇਨ 'ਚ ਬੈਠਾ ਹੋਇਆ, ਸੈਪਰੇਸ਼ਨ ਬਿਟਵੀਨ ਅਲਫਾ ਪਾਰਟੀਕਲ ਐਂਡ ਰਿਕੋਇਲਿੰਗ ਨਿਊਕਲੀਅਸ, ਕਿਉਂਕਿ ਕੋਈ ਨਿਊਕਲੀਅਸ ਹੈਗਾ ਵਾ, ਨਿਊਕਲੀਅਸ ਵਿੱਚ ਅਲਫਾ ਪਾਰਟੀਕਲ ਜਦੋਂ ਬਾਹਰ ਨਿਕਲੂਗਾ ਇੱਧਰ ਨੂੰ ਤਾਂ ਤੁਹਾਨੂੰ ਪਤਾ ਨਿਊਕਲੀਅਸ ਵੀ ਰਿਕੋਇਲ ਕਰੂਗਾ ਨਾ, ਤਾਂ ਯੈਸ ਸਰ, ਹਾਂ, ਕਿਸੇ ਪਾਰਟਿਕੂਲਰ ਟਾਈਮ ਤੇ ਉਹ ਉਹ ਦੇਖਦਾ ਵਾ ਨਿਊਕਲੀਅਸ ਬਿਕਮਸ x ਦਾ, ਉਹਨਾਂ 'ਚ ਡਿਸਟੈਂਸ ਕਿੰਨਾ ਆ ਜਾਂਦਾ x ਐਟ ਟਾਈਮ t ਟਾਈਮ ਤੇ ਉਹਨਾਂ 'ਚ ਡਿਸਟੈਂਸ ਕਿੰਨਾ ਆ ਜਾਂਦਾ x, ਤੇ ਫਿਰ ਉਹ ਕਹਿੰਦਾ ਕਿ ਜੇ ਟ੍ਰੇਨ ਮੂਵ ਕਰ ਰਹੀ ਹੈ ਮੰਨ ਲਓ ਯੂਨੀਫਾਰਮ ਵੈਲੋਸਿਟੀ v ਦੇ ਨਾਲ, ਫਿਰ ਕੀ ਹੋਏਗਾ, ਫਿਰ ਵੀ x ਹੀ ਹੋਏਗਾ, ਬਸ ਯੂਨੀਫਾਰਮ ਵੈਲੋਸਿਟੀ ਹੈ ਨਾ, ਯੂਨੀਫਾਰਮ ਵੈਲੋਸਿਟੀ ਨਾਲ ਮੂਵ ਕਰੇਗੀ ਬਾਡੀ, ਤਾਂ ਉਹ 'ਚ ਕੋਈ ਸ਼ੂਡੋ ਉਹ ਐਕਟ ਨਹੀਂ ਕਰੇਗਾ, ਤਾਂ ਫਿਰ ਜਿਹੜੇ ਆ ਚੀਜ਼ਾਂ ਕਾਈਨੈਮੈਟਿਕਸ ਆ ਉਹਨਾਂ ਦੀ ਲਗਭਗ ਸੇਮ ਰਹੇਗੀ ਸਾਰੀ। ਠੀਕ ਹੈ, ਓਹੋ ਮੈਂ ਫਿਰ ਮੁੱਟੇ ਤੇ 14 ਨੀਚੇ ਵਾਲੇ ਤਾਂ ਸਾਰੇ ਹੀ ਕਰਨੇ, ਚਲੋ। ਹਾਂਜੀ ਹਾਂਜੀ ਬੋਲੋ ਸਰ। ਜੇਕਰ ਸਰ ਟ੍ਰੇਨ ਐਕਸਲਰੇਟ ਕਰ ਰਹੀ ਹੁੰਦੀ ਤਾਂ ਸਰ ਕਿਹੜਾ ਆਪਸ਼ਨ ਹੁੰਦਾ ਸੀ? ਟ੍ਰੇਨ ਜੇ ਐਕਸਲਰੇਟ ਕਰ ਰਹੀ ਹੁੰਦੀ ਫਿਰ ਆਪਾਂ ਉਹ 'ਚ ਸ਼ੂਡੋ ਫੋਰਸ ਵੀ ਲਗਾ ਦਿੰਦੇ ਨਾ, ਫਿਰ ਪਾਰਟੀਕਲਸ ਤੇ, ਫਿਰ ਨਿਊਕਲੀਅਸ ਤੇ ਵੀ ਲੱਗਦਾ, ਫਿਰ ਜਿਹੜੇ ਪਾਰਟੀਕਲ ਨਿਕਲੇ ਨੇ ਕਿਸੇ ਨੂੰ ਤਾਂ ਉਹ ਐਕਸਲਰੇਟ ਕਰਦਾ, ਕਿਸੇ ਨੂੰ ਡੀਸੈਲਰੇਟ ਕਰਦਾ, ਹਨਾ, ਫਿਰ ਡਿਪੈਂਡ ਕਰਦਾ ਵੀ ਉਹ ਫਿਰ ਉਹ ਇੱਧਰ ਨੂੰ ਗਏ ਨੇ, ਹਨਾ, ਤੇ ਟ੍ਰੇਨ ਇੱਧਰ ਨੂੰ ਜਾ ਰਹੀ ਹੈ, ਹਨਾ, ਜਾਂ ਫਿਰ ਉਹ ਇੱਧਰ ਨੂੰ ਗਏ ਨੇ ਦੋਨੋਂ ਤੇ ਟ੍ਰੇਨ ਇੱਧਰ ਨੂੰ ਜਾ ਰਹੀ ਹੈ, ਜਾਂ ਫਿਰ ਉਹ ਇੱਧਰ ਨੂੰ ਹੋਏ ਨੇ ਨਿਊਕਲੀਅਸ ਤੇ ਉਹ,
ਤੇ ਟ੍ਰੇਨ ਤਾਂ ਫਿਰ ਤਾਂ ਬਹੁਤ ਸਾਰੇ ਕੇਸਿਸ ਬਣ ਜਾਣੇ ਸੀ, ਇਸ ਲਈ ਉਹ ਸਵਾਲ ਹੈ ਹੀ ਨਹੀਂ, ਇਸ ਲਈ ਉਹਨੇ ਐਕਸਲੇਸ਼ਨ ਦਿੱਤੀ ਨਹੀਂ। ਦੇਖਣਾ ਪੈਣਾ ਨਾ, ਫਿਰ ਡਾਇਰੈਕਸ਼ਨ ਮੈਟਰ ਕਰਦੀ ਹੈ ਨਾ। ਹਾਂਜੀ ਸਰ। ਉਸ ਤੋਂ ਬਾਅਦ ਦੇਖੋ ਆ ਦੂਜੀ ਦੇ ਆ ਕੀ ਰੈਫਰੈਂਸ ਫਰੇਮ ਅਟੈਚਡ, ਆ ਅਗਲੀ ਇਹਦੇ ਮੈਂ ਕਰ ਰਿਹਾ। Attached to Earth is an inertial frame by definition, cannot be inertial frame because Earth is revolving around Sun, is an inertial frame because Newton's laws are applicable, cannot be inertial frame because Earth is rotating about its axis। देखो ਹੁਣ ਜਿਹੜੇ ਰੈਫਰੈਂਸ ਅਟੈਚ ਹੋ, ਹੁਣ ਅਰਥ ਨਾਲ ਕੀ ਹੈ ਨਾ, ਅਰਥ ਨਾਲ ਕਈ ਗੱਲਾਂ ਹੁੰਦੀਆਂ ਨੇ। ਅਰਥ ਜਿਹੜੀ ਉਹ ਆਪਣੀ ਐਕਸਿਸ ਦੇ ਰਾਉਂਡ ਵੀ ਰੋਟੇਟ ਕਰਦੀ ਹੈ, ਦੇਖੋ ਹਨਾ। ਤਾਂ ਉਹਦੇ ਉੱਪਰ ਜਿਹੜਾ ਫਰੇਮ ਹੈਗਾ ਉਹ ਰੋਟੇਟ ਕਰ ਰਿਹਾ ਨਾ। ਜੇ ਇੱਥੇ ਕੋਈ ਫਰੇਮ ਅਟੈਚ ਕਰਕੇ ਤੁਸੀਂ ਦੇਖ, ਲੈਬੋਰੇਟਰੀ ਤੁਹਾਡੀ ਲੈਬ ਹੀ ਅਟੈਚ ਹੈਗੀ ਤਾਂ ਲੈਬ ਹੀ ਘੁੰਮ ਰਹੀ ਹੈ ਤੁਹਾਡੀ। ਤੇ ਜਦੋਂ ਕੋਈ ਚੀਜ਼ ਰੋਟੇਟ ਕਰ ਰਹੀ ਹੈ ਨਾ, ਕੋਈ ਵੀ ਚੀਜ਼ ਜਿਹੜੀ ਰੋਟੇਟ ਕਰ ਰਹੀ ਹੈ ਉਹ ਕਦੀ ਵੀ ਯੂਨੀਫਾਰਮ ਮੋਸ਼ਨ ਨਹੀਂ ਹੋ ਸਕਦਾ, ਉਹ ਹਮੇਸ਼ਾ ਹੀ ਐਕਸਲਰੇਟਿੰਗ ਹੁੰਦਾ ਹੈ। ਜਾਂ ਤੁਸੀਂ ਕਹ ਲਓ ਰੋਟੇਟਿੰਗ ਮੋਸ਼ਨ ਜਾਂ ਰੋਟੇਟਿੰਗ ਮਤਲਬ ਜਾਂ ਰਿਵॉल्व ਜਾਂ ਸਰਕੂਲਰ ਮੋਸ਼ਨ कह लो, या रोटेटिंग या रोटेशन और सर्कुलर मोशन ਜਿਹੜੇ ਆ ਇਹ ਐਕਸਲਰੇਟਿਡ ਹੀ ਹੁੰਦੇ ਨੇ ਹਮੇਸ਼ਾ, ਕਿਉਂਕਿ ਇਹਨਾਂ ਦੀ ਵੈਲੋਸਿਟੀ ਦੀ ਡਾਇਰੈਕਸ਼ਨ ਹਮੇਸ਼ਾ ਬਦਲ ਰਹਿੰਦੀ, ਚਾਹੇ ਉਹ ਯੂਨੀਫਾਰਮ ਹੋਵੇ ਚਾਹੇ ਉਹ ਨॉन यूनिफॉर्म। यानी ਜੇ ਤੁਹਾਨੂੰ ਕੋਈ ਪੁੱਛੇ नॉन यूनिफॉर्म मोशन या यूनिफॉर्म मोशन ਚ ਕੌਣ ਹੈ ਐਕਸਲਰੇਟਿਡ, ਤੁਸੀਂ ਕਹੋਗੇ ਦੋਨੋਂ ਹੀ। ਅਗਰ सर्कुलर मोशन है ना, यूनिफॉर्म सर्कुलर मोशन या नॉन यूनिफॉर्म सर्कुलर मोशन, दोनों ही एक्सेलरेटेड ने। तो अर्थ ਦਾ फ्रेम भी ਜਿਹੜਾ ਹੈ ਉਹ ਕੀ ਹੈ, एक्सेलरेटेड है। ਹੁਣ ਦੇਖੋ ਇਹਦੇ ਵਿੱਚ ਆ ਜਿਹੜਾ ਸਵਾਲ ਹੈ फ्रेम अटैच टू अर्थ, ਇਹਦੇ ਬਾਰੇ ਪੜੋ ਕੀ ਇਹ ਕਹਿ ਰਿਹਾ ਹੈ। is an inertial frame by definition। देखो तो by definition inertial frame है, दसो ਤੁਸੀਂ ਬੋਲੋ। नो सर। नो सर, हो ही नहीं सकती। ਤੇ ਉਸ ਤੋਂ ਬਾਅਦ ਉਹ ਕਹਿ ਰਹੇ ਨੇ B cannot be inertial frame because earth is revolving around sun। yes obviously, yes sir, है ना, अर्थ रिवॉल्व कर रही है तो किਵੇਂ ਹੋ ਸਕਦਾ ਹੈ inertial frame। ਤੇ ਇਹ ਚ ਕਿਉਂਕਿ ਦੋ ਕਰੈਕਟ ਹੋ ਸਕਦੇ ਨੇ ਵੀ। is an inertial frame because Newton's laws are applicable in this frame। Newton's laws ਇਹ ਚ applicable ਹੁੰਦੇ ਨਹੀਂ ਹੈ ਪੂਰੀ ਤਰ੍ਹਾਂ, ਪਰ ਆਲਮੋਸਟ ਐਪਲੀਕੇਬਲ ਹੁੰਦੇ ਨੇ, ਇਸ ਲਈ ਆਪਾਂ ਇਹਨੂੰ ਮੰਨ ਲੈਂਦੇ ਹਾਂ ਕਿ ਹਾਂ ਵੀ ਇਹ ਠੀਕ ਹੈ। अच्छा क्यों होंगे नहीं मैं सर? हाँ जी बोलो सर ये वाली स्टेटमेंट सर गलत नहीं होनी चाहिए, क्योंकि सर ये सर इन्होंने कहा है कि सर इट इज एन इनर्शियल फ्रेम बिकॉज न्यूटन लॉज आर एप्लीकेबल। सर ये नहीं होना चाहिए कि न्यूटन्स लॉज आर एप्लीकेबल बिकॉज इट इज एन इनर्शियल फ्रेम। ये तो गलत ही है, वो तो ठीक है। आप ये कह रहे हो गलत है, मैं भी कह रहा हूँ गलत है। अच्छा ठीक है। So, उसके बाद क्या, कैन नॉट बी इनर्शियल फ्रेम बिकॉज अर्थ इज रोटेटिंग। सो रोटेटिंग वाली बात भी ठीक है और मूविंग वाली बात भी ठीक है, दोनों की वजह से वो इनर्शियल नहीं है। ठीक है। उसके बाद देखो वो कह रहे हैं अब पार्टिकल, दूसरा क्वेश्चन पार्टिकल। अच्छा तो पढ़िया जा रहा है सारे में? यस सर, जूम कर लेने, जूम कर लेने, ठीक है ठीक है। यस सर। पार्टिकल नहीं, मैं क्या मैं तंग होंगे फिर मैं बड़ा कर दूंगा। फ्रेम इज इन अ पार्टिकल स्टेज एट रेस्ट as seen in a frame। So we can conclude that की conclude कर सकते हो कि frame inertial होएगा, एक conclude कर सकते हो? No sir। No sir। देखो एक गड्डी है, वो गड्डी मान लो खुद ही एक्सेलरेट कर रही है, पर उस गड्डी च एक जगह तुसी बैठे हो एक चेयर दे ऊपर, ते गड्डी एक्सेलरेट कर रही है तो नॉन इनर्शियल फ्रेम है ना, पर तुसी उस फ्रेम च बैठा दूजे बंदे लिए तुसी की हो, रेस्ट विच ही हो। रेस्ट थी किसी फ्रेम को रेस्ट विच है, इसदा मतलब ये नहीं कि फ्रेम इनर्शियल है। ते जे कोई उस रेस्ट फ्रेम दे विच कोई पार्टिकल रेस्ट विच, आप की कहांगे द रिजल्टेंट फोर्स ऑन द पार्टिकल इज 0। आ हो सकती है गल, देखो नो सर, क्योंकि रिजल्टेंट फोर्स किवें इस गल नूं काउंटर करोगे। देखो मतलब कई बार किसी फ्रेम दे विच कोई पार्टिकल ते रिजल्टेंट फोर्स 0 नहीं भी हुंदा, ठीक है, ਤਾਂ ਵੀ ਉਹ ਰੈਸਟ ਵਿੱਚ ਹੋ ਜਾਂਦਾ। ਜਿਵੇਂ ਹੁਣੀ ਪਿੱਛੇ ਕਰ ਰਹੇ ਸੀ ਆਪਾਂ ਬਲੌਕ ਵੈਜ ਨੂੰ ਮੂਵ ਕਰ ਰਹੇ ਸੀ ਜਦੋਂ, ਤਾਂ ਉਹਦੇ ਤੇ ਰਿਜ਼ਲਟੈਂਟ ਫੋਰਸ ਤਾਂ ਨੀਚੇ ਨੂੰ ਸੀਗਾ mg sin θ, ਜਿਹਦੇ ਕਰਕੇ ਜਾਣਾ ਚਾਹੀਦਾ ਉਹਨੂੰ, ਹਨਾ, ਪਰ ਉਹਨੂੰ ਫਿਰ ਜਿਹੜਾ ਸ਼ੂਡੋ ਫੋਰਸ ਨੇ ਬਾਹਰੋਂ ਆ ਕੇ ਉਹਨੂੰ ਰੋਕਿਆ ਹੋਇਆ ਸੀ ਉਸ ਜਗ੍ਹਾ ਤੇ। ਠੀਕ ਹੈ ਨਾ। ਸੋ ਆ ਦੂਸਰਾ ਵੀ ਆਪਣਾ ਰੋਂਗ ਹੈ। ਅਗੇਨ ਫਰੇਮ ਮੇ ਬੀ ਇਨਰਸ਼ੀਅਲ ਐਂਡ ਬਟ ਦ ਰਿਜ਼ਲਟੈਂਟ ਫੋਰਸ ਔਨ ਦ ਪਾਰਟੀਕਲ ਇਜ਼ 0। ਸੋ ਫਰੇਮ ਇਨਰਸ਼ੀਅਲ ਹੋ ਸਕਦਾ ਹੈ, ਆਬਵੀਅਸਲੀ ਮੇ ਬੀ ਕਿਹਾ ਨਾ ਉਹਨਾਂ ਨੇ। यस सर। नॉन इनर्शियल। सो इसलिए आप सी ते डी इथे
ਕਰੈਕਟ ਦੱਸੇ ਹੋਏ ਨੇ। ਠੀਕ ਹੈ, ਦੁਬਾਰਾ ਦੇਖੋ ਨਾ ਇਹਦੇ ਵਿੱਚ ਕੀ ਆ, देखो क्या पार्टिकल स्टेज एट रेस्ट एज इन सीन इन अ फ्रेम। कोई भी एक फ्रेम है जिहदे विच की पार्टिकल रेस्ट विच सीन एट रेस्ट मतलब कि स्टेज एट रेस्ट है, मतलब उस फ्रेम दे विच रेस्ट विच है। वी कैन कंक्लूड दैट फ्रेम इज इनर्शियल। सो आपां उस इस दे रेस्ट विच है, ਇਹਦਾ मतलब ये नहीं कि फ्रेम इनर्शियल है, वो एक्सेलरेटेड भी हो सकता है। क्लियर है गल? हाँ सर, ठीक है ना, वो एक्सेलरेटेड भी हो सकता, बस चल रही बस एक्सेलरेट होंदी है। तुसीं देखदे हो तुहाडा बैग उत्ते पिया हुंदा वा साइड ते सीट ते, ਤੇ ਤੁਹਾਡੇ ਲਈ ਰੈਸਟ ਵਿੱਚ ਹੀ ਹੁੰਦਾ ਉਹ। ਤੇ ਰਿਜ਼ਲਟੈਂਟ ਫੋਰਸ ਔਨ ਪਾਰਟੀਕਲ ਇਜ਼ 0 ਜਿਹੜਾ ਹੈ, ਜ਼ਰੂਰੀ ਨਹੀਂ ਕਿ ਉੱਤੇ ਰਿਜ਼ਲਟੈਂਟ ਫੋਰਸ 0 ਹੋਵੇ, ਮਤਲਬ ਜੇ ਮਤਲਬ ਉਹ ਉਸ ਫਰੇਮ ਦੇ ਵਿੱਚ ਰੈਸਟ ਵਿੱਚ ਹੈ। ਰਿਜ਼ਲਟੈਂਟ ਫੋਰਸ ਕੈਨ ਬੀ ਐਨੀਥਿੰਗ, ਵੀ ਉੱਤੇ ਰਿਜ਼ਲਟੈਂਟ ਫੋਰਸ ਲੱਗ ਵੀ ਸਕਦਾ ਹੈ, ਕੋਈ ਪਾਰਟੀਕਲ ਕਿਸੇ ਫਰੇਮ 'ਚ ਮੂਵ ਕਰ ਰਿਹਾ ਹੋਵੇ। ਤੇ ਫਰੇਮ ਮੇ ਬੀ ਇਨਰਸ਼ੀਅਲ ਬਟ ਦ ਰਿਜ਼ਲਟੈਂਟ ਫੋਰਸ ਔਨ ਦਾ ਪਾਰਟੀਕਲ ਇਜ਼ 0। ਵੀ ਫਰੇਮ ਇਨਰਸ਼ੀਅਲ ਹੋ ਸਕਦਾ, ਪਹਿਲੀ ਗੱਲ ਤਾਂ ਫਰੇਮ ਦੇ ਇਨਰਸ਼ੀਅਲ या नॉन इनर्शियल होने बारे कोई डाउट नहीं है कि वो कुछ भी हो सकता है फ्रेम। तो उन्होंने नाल बस ये लिखा बट देयर इज अ रिजल्टेंट फोर्स ऑन द पार्टिकल इज 0। इनर्शियल फ्रेम दे विच रिजल्टेंट फोर्स होना 0 जरूरी हुंदा स्टे एट रेस्ट लई, पर नॉन इनर्शियल फ्रेम दे लई जरूरी नहीं हुंदा, क्योंकि नॉन इनर्शियल फ्रेम दे विच किहड़े फोर्सेस हुंदे ने बैलेंस करन लई? शूडो। आ गल है नॉन इनर्शियल फ्रेम दे विच की कह रहे हैं देयर इज नॉन जीरो रिजल्टेंट फोर्स। हो सकता कि नॉन जीरो रिजल्टेंट फोर्स हो, पर उन्होंने बैलेंस करने कौन हो गया? शूडो हो सकता है। पर अगर फ्रेम इनर्शियल है देन रिजल्टेंट फोर्स 0 होना ही चाहिए है। ठीक है, आ कंक्लूड कर सकते हैं आप जे फ्रेम दे पहले दो च फ्रेम बारे कुछ गिवन नहीं है, इनर्शियल नॉन इनर्शियल बारे कोई बहुत ज्यादा, तो आप उन्होंने इस तरह नहीं कह सकते कि वो अपने आप च कंप्लीट स्टेटमेंट नहीं सी। सर हाँ जी सर जे फ्रेम नॉन इनर्शियल है ते रिजल्टेंट फोर्स 0 है, फिर की होगा? जे फ्रेम नॉन इनर्शियल है ते रिजल्टेंट फोर्स 0 है, तो फिर कली रिजल्टेंट फिर कली सूडो फोर्स लगू। जे फ्रेम नॉन इनर्शियल है तो इन्हों ए मान ला ना कि जिवें बस ही है एक पार्टिकल मूव कर रहा है, बस मूव कर रही है, एक्सेलरेट हो रही है, नॉन इनर्शियल हो गया। यस सर। ते आप कह रहे हैं रिजल्टेंट फोर्स की होवे? 0। ਇਹਦੀ ਆਪਾਂ ਕੀ ਲਈ ਐਗਜ਼ਾਮਪਲ, ਮੰਨ ਲਓ ਬੱਸ ਦੇ ਵਿੱਚ ਇੱਕ ਪਲੇਟਫਾਰਮ ਹੈ, ਉਹਦੇ ਵਿੱਚ ਇੱਕ ਬੁੱਕ ਪਈ ਹੈ ਜਾਂ ਕੁਝ ਪਿਆ ਵਾ ਆਬਜੈਕਟ, ਤੇ ਆਬਵੀਅਸਲੀ ਇਸ ਨੂੰ ਇਸ ਪਾਸੇ ਨੂੰ ਲੱਗੇਗਾ ਇੱਕ ਸ਼ੂਡੋ ਫੋਰਸ, ਉਹਨੂੰ ਬੈਲੈਂਸ ਕਰਨ ਲਈ ਇੱਥੇ ਹੋਣਾ ਚਾਹੀਦਾ ਆ ਫ੍ਰਿਕਸ਼ਨ, ਇਸ ਡਾਇਰੈਕਸ਼ਨ ਲੱਗਿਆ ਫ੍ਰਿਕਸ਼ਨ ਜਿਹੜਾ ਜਿਹਦੇ ਕਰਕੇ ਬੁੱਕ ਫਿਸਲ ਨਹੀਂ ਰਹੀ ਆ, ਸਕਿਡ ਨਹੀਂ ਕਰ ਰਹੀ ਹੈ, ਤੇ ਇਹਦਾ ਵੇਟ ਐਕਟ ਕਰੇਗਾ ਨੀਚੇ ਨੂੰ ਤੇ ਇਹਦਾ ਨਾਰਮਲ ਰਿਐਕਸ਼ਨ ਐਕਟ ਕਰੇਗਾ ਉੱਪਰ ਨੂੰ, ਤੇ ਇੱਥੇ ਤਾਂ ਨੈਟ ਪੂਰਾ ਰਿਜ਼ਲਟੈਂਟ 0 ਹੋ ਗਿਆ ਨਾ। पर नहीं सर सूडो फोर्स तो बिना जे 0 शूडो तो बिना था, क्योंकि जे शूडो नहीं है तो फिर एफ भी नहीं होएगा नाल ही ना, ਉਹਦਾ हो जाएगा, फिर तो रेस्ट ਵਿੱਚ ਹੀ ਰਹੇਗੀ बॉडी। पर ਇੱਥੇ ਇਹਨਾਂ ਨੇ मे भी ਕਿਹਾ ਨਾ ਨਾਲ, मे भी मतलब कि मे भी नॉन इनर्शियल ਇਸ ਕੇਸ ਵਿੱਚ ਕਹਿ ਰਹਾ, ਜਿਹੜੇ ਕੇਸ ਦੀ ਉਹ ਗੱਲ ਕਰ ਰਹੇ ਨੇ। ਠੀਕ ਆ, ਉਸ ਕੇਸ ਅਗਰ ਸੋਚੋ ਕੋਈ ਗੱਲ ਨਹੀਂ, ਤੇ ਫਿਰ ਗੱਲ ਕਰ ਲਾਂਗੇ ਭਾਵੇਂ ਜੀ ਕਰਾਂਗੇ ਤਾਂ, ਤੇ ਇੱਕ ਵਾਰ ਇਹ ਤੋਂ ਸੋਚੋ ਦੁਬਾਰਾ ਬੈਠ ਕੇ, ਤੇ ਚਾਰੋਂ ਆਪਸ਼ਨ ਬਾਰੇ ਸੋਚਣਾ, ਗਲਤ ਵਾਲੇ ਬਾਰੇ ਵੀ ਸੋਚਣਾ ਵਾ ਤੇ ਸਹੀ ਵਾਲੇ ਬਾਰੇ। ਇਹਦੀ ਕੋਈ एग्जांपल कोई होर बेटर आई तो मैं WhatsApp पे पाऊंगा फिर, ठीक है जे दिमाग च कुछ होर आ गया मेरे कदी। ओके सर। हुण की है पार्टिकल इज फाउंड टू बी रेस्ट व्हेन सीन फ्रॉम अ फ्रेम S1 एंड मूविंग विद वेलोसिटी v व्हेन सीन फ्रॉम अनदर फ्रेम S2। ताकि की हो सकता है, देखो ते एक तो हो सकता है कि बोथ फ्रेम्स आर इनर्शियल, आ हो सकता है बोथ फ्रेम्स आर नॉन इनर्शियल, आ भी हो सकता है। देखो अब मैं दसदा किवें हो सकता है, S1 इज इनर्शियल ते S2 इज नॉन इनर्शियल, ये नहीं हो सकता। ते S1 इज नॉन इनर्शियल, ये पता क्यों नहीं हो सकता? पहली कहता देखो इनर्शियल फ्रेम्स किनू कहंदे, इस बार थोड़ा समझ लो गल। इनर्शियल फ्रेम की हुंदा है कि मान लो रेस्ट फ्रेम दे विच तुसीं कुछ काम कर रहे हो, आ रेस्ट ते है फ्रेम, मान लो इस फ्रेम का नाम रख दिंदे आपां S, ते एक फ्रेम जिहड़ा है दूजा फ्रेम मान लैंदे कि जिहड़ा इस फ्रेम तो किसी एक यूनीफॉर्म वेलोसिटी दे नाल दूर जा रहा, तो ये भी आ एक्सिस मान लो कॉमन कर देने आप इस तरह। ठीक है, यदि आ एक्स एक्सिस है, आ वाई एक्सिस है, तो यदि आ एक्सिस है, एक्स एक्सिस है,
ਤੇ ਆ y ਐਕਸਿਸ ਹੈ ਤੇ x y x ਦੋਨਾਂ ਦੀ ਸਮਝੋ ਸਿਮ ਲੈਂਦੇ ਨੇ ਤੇ ਉਹ ਪਾਰਟੀਕਲ ਇੱਥੇ v ਵੈਲੋਸਿਟੀ ਨਾਲ ਇੱਧਰ ਨੂੰ ਜਾ ਰਿਹਾ। ਹੁਣ ਇਹ ਦੋਨੋਂ ਫਰੇਮਸ ਜਿਹੜੇ ਇਹਨਾਂ ਨੂੰ ਕਹਿੰਦੇ ਇਨਰਸ਼ੀਅਲ ਫਰੇਮਸ, ਇਨਰਸ਼ੀਅਲ ਫਰੇਮਸ। ਤੇ ਨਿਊਟਨ ਦੇ ਜਿਹੜੇ ਲਾਜ਼ ਹੁੰਦੇ ਨੇ ਉਹ ਇਨਰਸ਼ੀਅਲ ਫਰੇਮਸ ਦੇ ਵਿੱਚ ਡਾਇਰੈਕਟਲੀ ਲਾਗੂ ਹੁੰਦੇ ਨੇ ਸਾਰੇ ਰੀਅਲ ਫੋਰਸਿਸ ਦੇ ਨਾਲ, ਰੀਅਲ ਫੋਰਸਿਸ ਹੀ ਹੁੰਦੇ ਨੇ ਇਹ 'ਚ, ਸ਼ੂਡੋ ਫੋਰਸਿਸ ਨਹੀਂ ਹੁੰਦੇ। ਤੇ ਇਹਦੇ 'ਚ ਕੀ ਹੁੰਦਾ ਕਿ ਜੇ ਕੋਈ ਆਬਜੈਕਟ ਹੈ, ਮੰਨ ਲਓ ਇੱਥੇ ਆਬਜੈਕਟ ਪਿਆ, ਇੱਥੇ ਇਹ ਆਬਜੈਕਟ ਪਿਆ, ਇਹ ਇਸ ਫਰੇਮ ਤੋਂ ਦੇਖੋਗੇ ਤਾਂ ਮੰਨ ਲਓ ਇਹ ਰੈਸਟ ਵਿੱਚ ਹੈ, ਠੀਕ ਹੈ। ਮੈਂ ਬਲੈਕ ਪੈਨ ਨਾਲ ਲਿਖ ਰਿਹਾ ਇਸ ਫਰੇਮ ਤੋਂ ਜੋ ਦੇਖਿਆ, ਰੈਸਟ ਵਿੱਚ ਦਿਖਿਆ ਤੁਹਾਨੂੰ ਇਹ, ਠੀਕ ਹੈ। ਤੁਸੀਂ ਪਰ ਜਾ ਕੇ ਬੈਠ ਗਏ ਹੋ ਉਸ ਰੈਡ ਫਰੇਮ ਦੇ ਵਿੱਚ ਜਿਹੜਾ v ਵੈਲੋਸਿਟੀ ਨਾਲ ਉਧਰ ਨੂੰ ਮੂਵ ਕਰ ਰਿਹਾ, ਤਾਂ ਤੁਹਾਨੂੰ ਆ ਪਾਰਟੀਕਲ ਰੈਸਟ ਤੇ ਲੱਗੇਗਾ ਕਿ ਨਹੀਂ ਲੱਗੇਗਾ? नो सर, नो सर, नो सर, ਤੁਹਾਨੂੰ ਰੈਸਟ ਵਾਲਾ ਬਲਕਿ ਕਿੱਧਰ ਨੂੰ ਲੱਗੇਗਾ ਜਾਂਦਾ ਹੋਇਆ? राइट, लेफ्ट, ਰਾਈਟ ਨੂੰ ਕਿਉਂ ਲੱਗੇਗਾ? सर लेफ्ट, ਲੈਫਟ। ਕਿੰਨੀ ਵੈਲੋਸਿਟੀ ਨਾਲ ਜਾਂਦਾ ਹੋਇਆ ਲੱਗੇਗਾ? वी, वेलोसिटी, ਯੈਸ, ਉਨੀ ਸਪੀਡ ਨਾਲ ਲੱਗੇਗਾ, ਕਿਉਂਕਿ ਤੁਹਾਨੂੰ ਦਿਖੇਗਾ ਉਹ ਦੂਰ ਹੁੰਦਾ ਜਾ ਰਿਹਾ ਤੁਹਾਡੇ ਤੋਂ, ਯਾਨੀ ਤੁਹਾਨੂੰ ਲੱਗੇਗਾ ਉਹ ਉਧਰ ਨੂੰ ਮੇਰੇ ਤੋਂ ਪਰੇ ਨੂੰ ਜਾ ਰਿਹਾ, ਜਾ ਉਹ ਨਹੀਂ ਰਿਹਾ, ਉੱਥੇ ਤੂੰ ਰੁਕਿਆ ਹੋਇਆ ਵਾ। ਪਰ ਜਿਹੜਾ ਐਸ ਫਰੇਮ ਹੈ ਉਹਦੇ ਲਈ ਉਹ ਰੈਸਟ ਵਿੱਚ ਹੈ। ਤੇ ਯਾਨੀ ਕਿ ਜਦੋਂ ਇੱਕ ਪਾਰਟੀਕਲ ਹੋ, ਇਹਨਾਂ ਨੇ ਕੀ ਦੇਖਿਆ, ਪਾਰਟੀਕਲ ਇਜ਼ ਫਾਊਂਡ ਟੂ ਬੀ ਐਟ ਰੈਸਟ ਵੈਨ ਸੀਨ ਫਰੋਮ ਅ ਫਰੇਮ S1, ਜਿਵੇਂ ਹੁਣ ਇੱਥੇ ਤੁਹਾਡੇ ਸਾਹਮਣੇ S1 ਬਲੈਕ ਵਾਲਾ ਫਰੇਮ ਹੈ, ਐਂਡ ਮੂਵਿੰਗ ਵਿਦ ਅ ਕਨਸਟੈਂਟ ਵੈਲੋਸਿਟੀ ਵੈਨ ਸੀਨ ਫਰੋਮ ਅਨਦਰ ਫਰੇਮ S2, ਤੇ S2 ਫਰੇਮ ਤੁਹਾਡਾ ਵੈਲੋਸਿਟੀ v ਨਾਲ ਮੂਵ ਕਰ ਰਿਹਾ ਆਪ, ਇਸ ਲਈ ਉਹਨੂੰ ਇਹ ਲੱਗ ਰਿਹਾ। ਤੇ ਇਹ ਦੋਨੋਂ ਫਰੇਮ ਜਿਹੜੇ ਕੀ ਹੋਣੇ ਚਾਹੀਦੇ ਨੇ? inertial ਕਿਉਂਕਿ frames, ਦੋਨੋਂ ਵੈਲੋਸਿਟੀ v ਨਾਲ ਇੱਕ ਦੂਜੇ ਦੇ ਵਿਦ ਰਿਸਪੈਕਟ ਟੂ ਇਹਨਾਂ ਦੀ ਜਿਹੜੀ ਵੈਲੋਸਿਟੀ ਹੈ ਉਹ v ਹੈ। ਇੱਕ ਤਾਂ ਆ ਗੱਲ ਹੋ ਗਈ। ਦੂਜੀ ਗੱਲ ਇਹ ਹੈ ਬੋਥ ਆਰ ਨॉन ਇਨਰਸ਼ੀਅਲ, ਤਾਂ ਇਹ ਹੋ ਸਕਦਾ ਹੈ ਕਿ ਜੇ ਦੋਨੋਂ ਹੀ ਫਰੇਮ ਸੇਮ ਐਕਸਲਰੇਸ਼ਨ ਨਾਲ ਮੂਵ ਕਰ ਰਹੇ ਹੋਣ, ਠੀਕ ਹੈ, ਜਾਂ ਐਕਸਲਰੇਸ਼ਨ ਵਿੱਚ ਥੋੜਾ ਡਿਫਰੈਂਸ ਵੀ ਹੋ ਸਕਦਾ ਹੈ ਉਹਨਾਂ 'ਚ। ਇਹਦੀ ਐਗਜ਼ਾਮਪਲ ਆਪਾਂ ਇੱਥੇ ਬਣਾਉਣ ਦੀ ਕੋਸ਼ਿਸ਼ ਕਰੀਏ ਅਗਰ। ਨॉन ਇਨਰਸ਼ੀਅਲ ਫਰੇਮ ਦੇਖੋ ਦੋਨਾਂ ਨੂੰ ਕਿਹਾ ਜਾਂਦਾ ਜਾਊਗਾ ਜੇ ਇੱਕ ਵੀ ਐਕਸਲਰੇਟ ਹੋ ਰਿਹਾ ਆ। ਹੁਣ ਆ ਫਰੇਮ ਮੰਨ ਲਓ ਐਕਸਲਰੇਟ ਹੋ ਰਿਹਾ ਇਹ ਦੇ ਨਾਲ ਇਧਰ ਨੂੰ, ਮਤਲਬ ਕਾਂਸਟੈਂਟ ਵੈਲੋਸਿਟੀ ਨਾਲ ਨਹੀਂ ਮੂਵ ਕਰ ਰਿਹਾ, ਤੇ ਇੱਥੇ ਕੋਈ ਪਾਰਟੀਕਲ ਹੈ ਜਿਹੜਾ ਇਹਦੋਂ ਤੋਂ ਦੇਖਣ ਤੇ ਆਪਾਂ ਨੂੰ ਲੱਗਦਾ ਹੈ ਰੈਸਟ ਵਿੱਚ ਹੈ, ਠੀਕ ਹੈ। ਤੇ ਇਹ ਤੋਂ ਦੇਖਣ ਤੇ ਆਪਾਂ ਨੂੰ ਲੱਗਦਾ ਕਿ ਕਿੱਧਰ ਨੂੰ ਐਕਸਲਰੇਟ ਹੋ ਰਿਹਾ ਹੈ? लेफ्ट वाली साइड, ਇੱਧਰ ਨੂੰ। ਨਹੀਂ ਆਪਾਂ ਇਹਨੂੰ ਰੈਸਟ ਫਰੇਮ ਤੋਂ ਨਾ ਦੋਨਾਂ ਨੂੰ ਲਵਾਂਗੇ ਤਾਂ ਦੋਨਾਂ ਨੂੰ ਇਹ ਲੈਣੇ ਆ ਵੀ ਮੰਨ ਲਓ ਆਹ ਵਾਲਾ ਜਿਹੜਾ ਫਰੇਮ ਹੈ, ਕਿਉਂਕਿ ਇੱਥੋਂ ਆਪਾਂ ਇਹ ਆਪਾਂ ਯੂਨੀਫਾਰਮ ਵੈਲੋਸਿਟੀ ਨਾਲ ਚਾਹੁੰਦੇ ਹਾਂ, ਇਹਦੀ ਐਕਸਲਰੇਸ਼ਨ 'ਚ ਇਹਦਾ ਫਰਕ ਪਾਈਏ। ਨਹੀਂ ਇਹਦਾ ਐਗਜ਼ਾਮਪਲ ਮੈਂ ਨਾ ਫਿਰ ਬਣਾਉਂਗਾ, ਬਣਾ ਕੇ ਭੇਜੂਗਾ ਤੁਹਾਨੂੰ ਇਹਦਾ ਕਿ ਇਹ ਕਿਉਂ ਨਹੀਂ ਹੋ ਸਕਦਾ। ਇਹ ਇੱਕ ਤਾਂ ਇਨਰਸ਼ੀਅਲ ਫਰੇਮ ਵਾਲਾ ਤਾਂ ਸਹੀ ਹੈ, ਇਹ ਇੱਕ ਹੋਰ ਆਪਸ਼ਨ ਸਹੀ ਹੈਗਾ ਵਾ, B ਵੀ ਸਹੀ ਹੈਗਾ ਵਾ, ਪਰ ਉਹਦਾ ਜਿਵੇਂ ਇਸ ਤਰ੍ਹਾਂ ਮੈਂ ਕੋਈ ਬਣਾ ਨਹੀਂ ਪਾ ਰਿਹਾ, ਹੁਣੇ ਬਣਾ ਕੇ ਦਿਖਾਉਂਗਾ ਤੁਹਾਨੂੰ। ਫਿਰ A ਤਾਂ ਸਹੀ ਹੈਗਾ, B ਵੀ ਸਹੀ ਹੈਗਾ। ਹਾਂ ਇਹ ਜ਼ਰੂਰ ਦੱਸ ਦੇਣਾ ਮੈਂ ਕਿ ਆਹ ਸਹੀ ਨਹੀਂ ਹੋਏਗਾ ਜੇ ਇੱਕ ਇਨਰਸ਼ੀਅਲ ਤੇ ਨॉन ਇਨਰਸ਼ੀਅਲ, ਜਿਵੇਂ ਮੈਂ ਹੁਣੀ ਬਣਾਇਆ ਇੱਥੇ, ਆ ਹੁਣੀ ਬਣਾਇਆ ਜਿਹੜਾ ਇੱਕ ਇਨਰਸ਼ੀਅਲ ਹੈ ਹਨਾ, ਜਿਹੜਾ ਰੈਸਟ ਵਿੱਚ ਸੀਗਾ, ਤੇ ਨॉन ਇਨਰਸ਼ੀਅਲ ਬਣਾਇਆ ਜਿਹੜਾ ਮੈਂ ਐਕਸਲਰੇਟ ਹੋ ਰਿਹਾ ਸੀਗਾ। ਤਾਂ ਹੁਣ ਉਹਦੇ ਕਰਕੇ ਕੋਈ ਆਬਜੈਕਟ ਨੂੰ ਅਗਰ ਇਹ ਰੈਸਟ ਵਿੱਚ ਦੇਖਦਾ ਤਾਂ ਦੂਜਾ ਯੂਨੀਫਾਰਮ ਵੈਲੋਸਿਟੀ ਦੇਖ ਹੀ ਨਹੀਂ ਸਕਦਾ, ਉਹ ਕੀ 'ਚ ਦੇਖੇਗਾ? एक्सेलरेशन, ਹਨਾ। ਪਰ ਇੱਥੇ ਤਾਂ ਯੂਨੀਫਾਰਮ ਵੈਲੋਸਿਟੀ ਕਾਂਸਟੈਂਟ ਵੈਲੋਸਿਟੀ ਨਾਲ ਦੇਖ ਰਿਹਾ, ਇਸੇ ਲਈ ਜਿਹੜਾ ਆ ਫਰੇਮ ਹੈ ਇਹ ਆਪਣਾ ਨਹੀਂ ਹੋ ਸਕਦਾ। ਤੇ ਆ ਦੂਜੀ ਗੱਲ ਵੀ ਬਿਲਕੁਲ ਇਸ ਲਈ ਇਨਵੈਲਿਡ ਹੈ, ਠੀਕ ਹੈ। ਇਹ ਬਹੁਤ ਜ਼ਿਆਦਾ ਸਿਰਫ ਕਨਸੈਪਟ ਦੇ ਉੱਪਰ ਬੇਸਡ ਕੁਐਸਚਨ ਹੋ ਗਿਆ ਇੱਕ ਤਰ੍ਹਾਂ। सर, ਹਾਂਜੀ सर जो इनर्शियल ते नॉन इनर्शियल फ्रेम दो टर्म्स हैं सर, इन्हां दी मतलब सर चंगी तरह सर अंडरस्टैंडिंग जी नहीं है सर, समझ जी नहीं लग रही। ਅੱਛਾ ਦੇਖੋ ਮੈਂ ਇੱਥੇ ਗੱਲ ਕਰਦਾ, ਰੁਕ ਜਾ ਇੱਕ ਮਿੰਟ ਹੁਣੀ। ਦੇਖ ਮੇਰੀ ਗੱਲ ਸੁਣ, ਇਨਰਸ਼ੀਅਲ ਫਰੇਮ ਕੀ ਹੁੰਦਾ ਵਾ? ਇਨਰਸ਼ੀਅਲ ਫਰੇਮ ਨੂੰ ਆਪਾਂ ਪਤਾ ਕਿਵੇਂ ਸਮਝ ਸਕਦੇ ਹਾਂ? ਇਨਰਸ਼ੀਅਲ ਫਰੇਮ ਹੁੰਦਾ, ਅੱਛਾ ਇਨਰਸ਼ੀਅਲ ਫਰੇਮ 'ਚ ਤੁਹਾਨੂੰ ਲੱਗਦਾ ਇੱਕ ਵਰਡ ਯੂਜ਼ ਹੋ ਰਿਹਾ ਵਾ ਬੇਸਿਕਲੀ ਇਹਦੇ ਨਾਮ ਦੇ ਵਿੱਚ ਕਿ ਨਹੀਂ? inertia, ਹਨਾ। यस सर, यस सर, ਇਹਦਾ ਮਤਲਬ ਇਹ ਆ ਕਿ ਲਾ ਆਫ ਇਨਰਸ਼ੀਆ ਜਿਹੜੇ ਫਰੇਮ ਦੇ ਵਿੱਚ ਲਾਗੂ ਹੋਵੇਗਾ ਉਸ ਨੂੰ ਇਨਰਸ਼ੀਅਲ ਫਰੇਮ ਕਹਿ ਦਾਂਗਾ ਮੈਂ, ਠੀਕ ਹੈ ਗੱਲ? yes sir,
मतलब कि ला ऑफ इनर्शिया कहता कि जे फोर्स ना लाया जाए तो बॉडी की स्टेट जो रेस्ट है तो रेस्ट रहूगी, तो जो यूनिफॉर्म मोशन है तो यूनिफॉर्म मोशन रहूगी, है ना। आई है ना ला ऑफ इनर्शिया। सो वो वाले सारे फ्रेम की कहने आप इनर्शियल फ्रेम फ्रेम्स। ਹੁਣ ਇਨਰਸ਼ੀਆ ਫਰੇਮ ਨੂੰ ਐ ਮੰਨ ਲਾ ਵੀ ਆ ਆਮ ਕਰਕੇ ਇੱਕ ਫਰੇਮ ਹੈਗਾ ਆਪਣਾ ਰੈਸਟ ਫਰੇਮ ਆ। ਰੈਸਟ ਫਰੇਮ ਨੂੰ ਆਪਾਂ ਇੱਕ ਤਾਂ ਜ਼ਿਆਦਾ ਐਗਜ਼ਾਮਪਲ ਲੈਣੇ ਹਮੇਸ਼ਾ। ਰੈਸਟ ਫਰੇਮ ਤਾਂ ਹੁੰਦਾ ਹੀ ਹੈ ਇਨਰਸ਼ੀਅਲ, ਜਿਹੜਾ ਧਰਤੀ ਦੇ ਵਿਦ ਰਿਸਪੈਕਟ ਟੂ ਜੇ ਆਪਾਂ ਗੱਲ ਕਰੀਏ ਵੀ ਆ ਰੈਸਟ ਫਰੇਮ ਆ ਇੱਕ, ਠੀਕ ਹੈ। ਹੁਣ ਆ ਜਿਹੜਾ ਫਰੇਮ ਆ ਇਹ ਰੈਸਟ ਵਿੱਚ, ਇਹਦੇ ਵਿੱਚ ਇੱਕ ਆਬਜੈਕਟ ਪਿਆ ਹੋਇਆ ਮੰਨ ਲਾ ਮਾਸ m ਦਾ, ਠੀਕ ਹੈ, ਤੇ ਰੈਸਟ ਵਿੱਚ ਪਿਆ ਇਹ। ਇਹਦੇ ਕੋਈ ਫੋਰਸ ਲੱਗ ਰਿਹਾ ਦੇਖ, ਜਸ ਫਿਰ ਰੈਸਟ ਤੇ ਪਿਆ ਵਾ ਉੱਥੇ ਇੱਕ ਜਗ੍ਹਾ ਤੇ, ਆ ਰੈਸਟ ਫਰੇਮ ਤੇ ਤੂੰ ਦੇਖ ਰਿਹਾ ਵਾ ਤਾਂ ਤੈਨੂੰ ਫੋਰਸ ਵੀ ਲੱਗਦਾ ਨਹੀਂ ਦਿਖ ਰਿਹਾ ਕੋਈ, ਯਾਨੀ ਕਿ ਨੋ ਫੋਰਸ ਨੋ ਐਕਸਲਰੇਸ਼ਨ ਕਹਿ ਲਈਏ ਨਾ ਆਪਾਂ, ਜ਼ਿਆਦਾ ਗੱਲ ਵਧੀਆ ਰਹੂਗੀ ਨਾ। ਯੈਸ ਸਰ। नो फोर्स नो एक्सेलरेशन, मतलब लागू होवे न्यूटन का नियम लागू होना चाहिए ਤਾਂ ਉਹਨੂੰ ਇਨਰਸ਼ੀਆ ਫਰੇਮ ਕਹਾਂਗੇ। नो फोर्स नो एक्सेलरेशन। अच्छा तो जे नो एक्सेलरेशन होवे ਤਾਂ ਕੀ ਹੋਣਾ ਚਾਹੀਦਾ ਹੈ? नो फोर्स। दोनों ਗੱਲਾਂ लागू ਹੋਣੀ ਚਾਹੀਦੀਆਂ ਨੇ। ਹੁਣ ਆ ਇੱਕ ਆਬਜੈਕਟ ਹੈ, ਇਹ ਰੈਸਟ ਵਿੱਚ ਆ, ਇਹ ਤੇ ਦੇਖ ਫੋਰਸ ਕੋਈ ਨਹੀਂ ਲੱਗ ਰਿਹਾ ਤੇ ਇਹ ਰੈਸਟ ਵਿੱਚ ਵੀ ਹੈ ਨਾ। ਯੈਸ ਸਰ। ਕਹਾਂਗੇ ਵੀ ਇਹ ਇਨਰਸ਼ੀਅਲ ਫਰੇਮ ਆ, ਠੀਕ ਹੈ ਗੱਲ। एक्सेलरेट नहीं ना हो रहा ऑब्जेक्ट। यस सर। तू अपने टेबल ते बैठा, तेरे टेबल ते एक किताब पई है, तू किताब नूं देखी जा रहा वा, तू देख रहा वा कि किताब ते नेट फोर्स कितना है 0, तू देख रहा वा कि किताब एक्सेलरेट भी नहीं हो रही, तो तू ठीक है ना मेरे, तू न्यूटन के नियम नाल पूरा वो कर रहा वा, ठीक है, लॉ ऑफ इनर्शिया लागू कर रहा, ते तू बैठा है क्योंकि अपने आप कुर्सी ते। क्लीयर है गल? हाँ जी सर। हुण ऐ करदे आ, मैं कहना भी एक फ्रेम ले लेना जेड़ा कि रेस्ट दे विद रिस्पेक्ट टू आम अपने आस-पास दी सराउंडिंग विद रिस्पेक्ट टू वेलोसिटी v नाल मूव कर रहा है इस दिशा च, ठीक है गल? यस सर। हुण जदों तू वेलोसिटी v नाल मूव कर रहा तां हुण तैनूं आ जिहड़ा पार्टिकल है ये किवें दिखाई देऊगा मैनूं ऐ दस। ये फ्रेम हुण मूव करन लग गया विद वेलोसिटी v, कांस्टेंट वेलोसिटी v एक दिशा च, तां इहनूं देखण ते हुण पार्टिकल रेस्ट ते नजर आऊगा कि नहीं आऊगा मैनूं ऐ दस। नो सर। नहीं आऊगा। तेनू हुण की लगूगा कि पार्टिकल एक्सेलरेट हो रहे? नहीं, एक्सेलरेट क्यों हो रहा दिखूगा तेनू, तेरी जो यूनिफॉर्म वेलोसिटी नाल तू वध रहा किसी पासे नू तां ओ तेनू तेरे वाल आंदे यूनिफॉर्म वेलोसिटी नाल दिखूगा बस उल्टी दिशा च। सर वो पार्टिकल नु देख रहे हैं जेड़ा वो m नाल है, m वाला पे है डॉट। हां तू देख आप ओदे नाल मान ला तू 40 मीटर प्रति सेकंड दे नाल तू ओदे वाल नू भज रहा, तेनू वो तेरे वाल भज रहा 40 मीटर प्रति सेकंड नाल ही भज रहा, होर किस नाल दस की सर? मैं कह रहा तू आप भज रहा v वेलोसिटी नाल ओदे वाले पासे नू, मान जी सर, ते तेनू लगूगा पार्टिकल तेरे वाले पासे भज रहा वा, जे तू अपने आप नू तां रेस्ट ते मन्नेगा ना, तू तां ऑब्जर्वर आ। हां जी सर। हुण जिवें पेड़ हुंदे ने, ट्रेन च बैठा ते ट्रेन अगे नू जा रही है, मैनूं लगदा पेड़ सारे पिछे नू जा रहे ने, लगदा कि नहीं? हाँ जी सर। ट्रेन की वेलोसिटी मान ला यूनिफॉर्म आ 40 है तो पेड़ की वेलोसिटी 40 होंदी है पिछे नूं। यस सर। तो हुण मैनूं दस आ पार्टिकल जिहड़ा है पार्टिकल एक्सेलरेट हो रहा कि नहीं हो रहा? दस जल्दी जल्दी हो रहा सर, हो रहा सर। किवें हो रहा? ਉਹਦੀ वेलोसिटी v है, ਜੇ ਆਪਾਂ मूव कर दिख रहा तो वो एक्सेलरेट हो रहा है। वेलोसिटी वध रही है ਇਹਦੀ अपने आप ही कि घट रही है? नो सर, रह रही है हमेशा सेम। हाँ जी सर। जब वेलोसिटी उतनी रह रही फिर तो क्यों कह रहा है एक्सेलरेट हो रहा? हाँ जी सर। नहीं हो रहा ना। यस सर। v वेलोसिटी नाल यूनिफॉर्म वेलोसिटी नाल चल रहा रेस्ट ਉਹ फ्रेम ਨੂੰ ਕੀ ਕਹਾਂਗਾ ਮੈਂ? इनर्शियल। क्योंकि ਇਹਦੇ ਵਿੱਚ ਵੀ ਨਾ ਤਾਂ ਉਹਨੂੰ ਨਾ ਐਕਸੈਲਰੇਟ ਹੀ ਨਹੀਂ ਹੋ ਰਿਹਾ ਨਾ ਉਹਨੂੰ ਫੋਰਸ ਲੱਗ ਰਿਹਾ ਕੋਈ, ਤੇ ਇਸ ਜਗ੍ਹਾ ਵਿਡੋ ਹੈ ਨਹੀਂ, ਸਭ ਰੀਅਲ ਆ ਜੋ ਹੈਗਾ ਵਾ। ਜੇ ਇਸ ਪਾਰਟੀਕਲ ਨੂੰ ਐਕਸੈਲਰੇਟ ਕਰਨ ਨੂੰ ਫੋਰਸ ਲਗਾਉਣਾ ਹੀ ਪੈਣਾ ਇਹਨੂੰ,
ਕਿਸੇ ਵੀ ਪਾਸੇ ਨੂੰ ਐਕਸਲਰੇਟ ਕਰਨਾ ਦਾ। ਤਾਂ ਇਹਦਾ ਮਤਲਬ ਇਨਰਸ਼ੀਅਲ ਫਰੇਮ ਦੀ ਕੈਟਾਗਰੀ 'ਚ ਕਿਹੜੇ ਆ ਗਏ ਜਿਨ੍ਹਾਂ 'ਚ ਲਾ ਆਫ ਇਨਰਸ਼ੀਆ ਲਾਗੂ ਹੁੰਦਾ ਆ। ਇਹਨਾਂ 'ਚ ਬਿਨਾਂ ਫੋਰਸ ਦੇ ਐਕਸਲਰੇਸ਼ਨ ਨਹੀਂ ਹੋ ਸਕਦੀ। ਜੇ ਐਕਸਲਰੇਸ਼ਨ ਹੋਈ ਹੈ ਮਤਲਬ ਫੋਰਸ ਲੱਗਿਆ ਹੀ ਹੁੰਦਾ ਆ। ਉਹ ਫਰੇਮ ਕਿਹੜੇ ਹੁੰਦੇ ਆ? ਇਨਰਸ਼ੀਅਲ ਫਰੇਮ। ਸੋ ਇਨਰਸ਼ੀਅਲ ਫਰੇਮ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਜਿਹੜੇ ਰੈਸਟ ਤੇ ਹੁੰਦੇ ਨੇ ਜਾਂ ਫਿਰ ਜਿਹੜੇ यूनिफॉर्म वेलोसिटी नाल मूव कर रहे हो। ठीक है, यस सर। आ सारे किहड़े ने? इनर्शियल। इन्हां च न्यूटन दे नियम लागू हुंदे ने। इन्हां च सिर्फ रियल फोर्सेस हुंदे ने ते रियल ही एक्सेलरेशन पैदा हुंदी है। क्लियर है गल? यस सर। किसे दा भी? पीयूष, अदिति, योगेश? नो सर। नो सर। इनर्शियल फ्रेम पे भी गल कर लेने आ। नॉन इनर्शियल फ्रेम किहड़े हुंदे ने? नॉन इनर्शियल फ्रेम किहड़े हुंदे ने? जिन्हां च इनर्शिया दे नियम लागू नहीं हुंदे। नहीं हुंदे। हुण मान लो कि इत्थे मैं एक एग्जांपल भी दित्ती सी। मान लो इत्थे जेड़ा देखो हर एक बंदे दी गल करदे आ मैं उदन भी आई एग्जांपल ली सी। पीयूष है, पीयूष उत्ते खड़ा आ, रेस्ट ते आ, ते पीयूष जो भी दुनिया नूं विच देख रहा, ऑब्जर्व कर रहा, इहनूं जो कुछ भी नजर आ रहा, ये पीयूष अपने आप च एक फ्रेम ऑफ रेफरेंस है ना, ये ऑब्जर्वर आ। ठीक है? यस सर। ते हुण मैं करदा कि मैं इत्थों मोटरसाइकिल ते आ रहा, इत्थों ते मैं मोटरसाइकिल ते एक्सलरेट करदा आ रहा हूं। मान लो मोटरसाइकिल ते बैठा आ रहा वां ते मैं एक्सलरेट हुंदा आ रहा, मतलब कि मेरी मोटरसाइकिल की वेलोसिटी वध रही है। मान लो A0 वेलोसिटी दे नाल, क्योंकि मैं एक्सेलरेट हुंदा आ रहा तो मैनू की लग रहा कि मेरे वाल कौन आ रहा? पीयूष। पीयूष आ रहा। मैं अपने आप को रेस्ट मन के चल रहा ना, मैं ऑब्जर्वर हाँ, मेरे लिए तो मैं रेस्ट विच, मैं तो जो देख रहा मैं तो वो देख रहा। ऑब्जर्वर हमेशा अपने आप को अज्यूम करता है रेस्ट। रिलेटिव वेलोसिटी वाली समझाई सी गल्लां। ठीक है, तब मैनू लग रहा कि पीयूष मेरे वाल आ रहा। हुण पीयूष नूं देखना मेरी ऑब्जर्वेशन ते मैनू कौन देख रहा? पीयूष। ते दसो दोनों च केड़ा बंदा है जिहड़ा रेफर इनर्शियल फ्रेम है ते केड़ा नॉन इनर्शियल फ्रेम है? राजवीर। सर पीयूष इनर्शियल है। हाँ, पीयूष इनर्शियल है। सर जेड़ा बंदा आ रहा है वो नॉन इनर्शियल है। हाँ, मैं ही आ रहा नॉन इनर्शियल। हाँ जी हिमानी पूछ ला, विच ही पूछ ला। ਹੁਣੇ ਆਪਾਂ ਕਿਹਾ ਸੀ ਕਿ ਜਿਹੜਾ ਫਰੇਮ ਅਰਥ ਨਾਲ ਅਟੈਚਡ ਹੈ ਉਹ ਨਾਨ ਇਨਰਸ਼ੀਅਲ ਹੋਏਗਾ ਸਰ। ਫਿਰ ਪੀਯੂਸ਼ ਜਦੋਂ ਰੈਸਟ ਦੇ ਵਿੱਚ ਹੈ ਉਦੋਂ ਉਹ ਇਨਰਸ਼ੀਅਲ ਕਿਵੇਂ? ਨਹੀਂ, ਇਹ ਵੀ ਆਪਾਂ ਕਰਦੇ ਹਾਂ ਕਿ ਜਿਹੜਾ ਅਰਥ ਨਾਲ ਅਟੈਚ ਹੈ, ਤੂੰ ਇਹਦੇ ਨਾਲ ਬਿਲਕੁਲ ਠੀਕ ਹੈ ਕਿ ਉਹ ਨਾਨ ਇਨਰਸ਼ੀਅਲ ਹੋਏਗਾ ਵੈਸੇ, ਪਰ ਪ੍ਰੈਕਟੀਕਲ ਪਰਪਸਿਸ ਦੇ ਲਈ ਅਸੀਂ ਅਰਥ ਨਾਲ ਜੁੜੇ ਹੋਏ ਫਰੇਮ ਨੂੰ ਆਮ ਛੋਟੇ-ਮੋਟੇ ਡਿਸਟੈਂਸਿਸ ਦੇ ਲਈ ਇਨਰਸ਼ੀਅਲ ਲੈ ਕੇ ਚੱਲਦੇ ਹਾਂ। ਕਿਉਂ? ਮੈਂ ਦੱਸਦਾ ਹੁਣ ਇਸ ਤੋਂ ਜਸਟ ਬਾਅਦ। ਠੀਕ ਹੈ, ਇਹ ਸਵਾਲ ਵੀ ਹੈਗਾ। ठीक है, मैं करता हूं गल। हाँ जी सर। फिलहाल तो मान ला ना पीयूष रेस्ट है, तो मान ला इन्नी की गल अर्थ तू भूल जा, तू मान ला अर्थ रुकी हुई है बस। हाँ ठीक है सर। ठीक। सो पीयूष रेस्ट विच, पीयूष इनर्शियल फ्रेम है, पीयूष नु लॉ ऑफ इनर्शिया सही लगना चाहिए ना? यस सर। मतलब पीयूष नु दिख रहा कि वो मोटरसाइकिल ते बंदा आ रहा एक्सेलरेशन ए दे नाल। पीयूष ने मैनू फोन मिलाया, मैंने कहना वरुण तू मेरे वाल एक्सेलरेट हुंदा आ रहा, तेरे ते फोर्स लग रही है? मैं कहा हाँ यार फोर्स तो लग रही है, मैं गड्डी ते बैठा, इंजन आया, पेट्रोल बर्न हो रहा ते अगे नूं एक्सेलरेट हो रहा, मैनू महसूस भी हो रहा है, मैनू फोर्स महसूस हो रहा, मैं गड्डी उत्ते बैठा वां, है ना? ते मतलब पीयूष कहेगा ਇਹਦਾ मतलब मैं ठीक फ्रेम विच आ, मैं इनर्शियल फ्रेम विच आ कि हाँ इत्थे इनर्शिया जरूर लागू हो रहे ने कि जे मैनू कोई दिख रहा इधर नूं आंदा आ ते मैं ਉਹਨੂੰ ਪੁੱਛਿਆ ਤੇ ਉਹਨੂੰ ਲੱਗ ਰਿਹਾ कि हाँ हाँ मैनू फोर्स लग रहा ਤੇ ਹੁਣ मैं पीयूष ਨੂੰ देख रहा ਤੇ ਮੈਨੂੰ ਵੀ ਤਾਂ पीयूष एक्सेलरेट ਹੁੰਦੇ दिख रहा कि नहीं? यस सर। मैं पीयूष ने कहा कि पीयूष तू भी एक्सेलरेट हुंदा आ रहा मेरे वाले पासे नूं, तू दस तेनू भी फोर्स लग रही है? पीयूष कहंदा लै मैनू किते फोर्स लग रही है, मैं तो खड़ा हां आराम नाल, कोई फोर्स नहीं लग रही मैनूं तां इत्थे फिर पंगा पै गया ना। यस सर। मेरे फ्रेम च इनर्शिया दा रूल लागू नहीं होया ना? नो सर। मैं वो बंदे नूं पुछ रहा, वो कहंदा मैं मैनू दिख रहा कोई एक्सेलरेट हो रहा ते वो कह रहा कि मेरे ते फोर्स ही कोई नहीं लग रही, तो मैं कहता बिना फोर्स दे एक्सेलरेट हो जा रहा। असल में प्रॉब्लम कित्थे आ? एक्सेलरेट कौन हो रहा? मैं आ
ਇਹਦੇ ਕਰਕੇ ਮੈਂ ਕਹਿ ਰਿਹਾ ਕਿ ਠੀਕ ਆ, ਮੈਂ ਆਪਣੇ ਫਰੇਮ 'ਚ ਵੀ ਇਨਰਸ਼ੀਆ ਦੇ ਰੂਲ ਲਾਗੂ ਕਰਨਾ ਚਾਹੁੰਦਾ ਹਾਂ, ਤੇ ਮੈਨੂੰ ਕੀ ਕਰਨਾ ਚਾਹੀਦਾ? ਮੈਨੂੰ ਪਿਊਸ਼ ਨੂੰ ਇੱਕ ਐਕਸਟਰਾ ਕੀ ਲਗਾ ਦੇਣਾ ਚਾਹੀਦਾ ਹੈ? ਸ਼ੂਡੋ ਫੋਰਸ, ਜਿਹਦੇ ਕਰਕੇ ਆ ਐਕਸਲਰੇਸ਼ਨ ਪੈਦਾ ਹੋ ਰਹੀ ਹੈ, ਮੰਨ ਲੂੰਗਾ ਮੈਂ। जबकि पीयूष में लग नहीं रहा, ये शूडो क्यों है? क्योंकि पीयूष कह रहा है मैं तो लग नहीं रहा। मैं कहा नहीं, मैं तो ये मान लेना वा कि तेरे लग रहा है, क्योंकि भाई मैं आप ही एक्सेलरेटेड फ्रेम है एक। हुण दसो गल क्लीयर हुई राजवीर? यस सर। इहनूं कहंदे ने नॉन इनर्शियल फ्रेम। ते हुण गल करदे ने आपां माड़ी जी अर्थ वाली। अर्थ नूं लैके उदों तुसीं उहदे विच भी कर रहे सी गल ग्रुप च भी। हुण देखो अर्थ पता गल की है, अर्थ बहुत वड्डी है, ठीक है ना हिमानी? हाँ जी सर। ਉਹ 1 ਘੰਟੇ ਦੇ ਵਿੱਚ ਮੋਟਰਸਾਈਕਲ ਤੇ ਕਿੰਨੀ ਕੁ ਦੂਰ ਜਾ ਸਕਦੀ ਹੈ? ਮਤਲਬ ਤਰਫ ਦੇ ਇੱਥੋਂ ਮੰਨ ਲਾ ਇੱਥੇ ਤੱਕ ਆ ਜਾਏਗੀ? नहीं सर। ਅੱਛਾ ਇੱਥੇ ਤੱਕ ਆ ਜਾਏਗੀ? नहीं सर। ਇੱਥੇ ਤੱਕ ਤੂੰ ਵੱਧ ਤੋਂ ਵੱਧ 1 ਘੰਟੇ 'ਚ ਐਕਟਿਵਾ ਤੈਨੂੰ ਪੈਟਰੋਲ ਭਰਾ ਕੇ ਦੇ ਦਈਏ 200 ਤੇ ਵੀ ਚਲਾਏਂਗੀ ਤਾਂ ਵੀ ਇੱਥੇ ਕਿਤੇ ਪਹੁੰਚੇਗੀ, ਹਨਾ? हाँ जी सर। ਤੇ ਅਰਥ ਦੀ ਜਿਹੜੀ ਰੋਟੇਸ਼ਨ ਦੀ ਵੈਲੋਸਿਟੀ ਹੁੰਦੀ ਹੈ, ਜਿਹੜੀ हर पॉइंट की जी वेलोसिटी v होएगी ना, रोटेशन के भी हर पॉइंट की वेलोसिटी है, क्योंकि अर्थ रोटेट कर रही है ना, तो वो तेरे लिए लगभग वेलोसिटी तो इतने यूनीफॉर्म ही रही ना, वो दिशा मतलब बदलना तुसी इग्नोर कर सकते हो ना। वो जो फ्रेम है कि मोटरसाइकिल ते या एक्टिवा ते कोई जा रहा बिल्कुल यूनीफॉर्म वेलोसिटी नाल, ते वो अर्थ की जी वेलोसिटी भी उत्ते जिन्नी की इंप्लीमेंट होंदी है, आपां कहांगे लगभग स्ट्रेट लाइन च ही है, ਤੇ ਆਪਾਂ ਕਹਾਂਗੇ ਉਹ ਲਗਭਗ ਪ੍ਰੈਕਟੀਕਲ ਪਰਪਸਿਸ ਦੇ ਲਈ ਇਨਰਸ਼ੀਅਲ ਫਰੇਮ ਦੀ ਤਰ੍ਹਾਂ ਟ੍ਰੀਟ ਕੀਤਾ ਜਾ ਸਕਦਾ। ਕਲੀਅਰ ਹੈ ਗੱਲ? ਯੈਸ ਸਰ। ਹਾਂਜੀ। ਕਿਉਂਕਿ ਅਰਥ ਦੀ ਕਰਵ ਨੂੰ ਤਾਂ ਤੁਸੀਂ ਪਾਰ ਪਾਉਂਦੇ ਨਹੀਂ ਹੋ, ਪਹੁੰਚ ਨਹੀਂ ਸਕਦੇ ਉੱਥੇ ਤੱਕ ਇੰਨਾ ਕੁ। ਜੇ ਇੰਨਾ ਕੁ ਕਰਨ ਲੱਗ ਗਏ ਫਿਰ ਇਨਰਸ਼ੀਅਲ ਨਹੀਂ ਰਹੇਗਾ। ਸੋ ਆਮ ਆਪਣੇ ਇਹ ਹੁੰਦਾ ਹੈ। चौथा क्वेश्चन सीधा ही आ, सीधा ही फोर्स तो हो गया सी, तो हो गया क्योंकि डिस्प्लेसमेंट अलोंग एक्सिस गिवन है, फोर्स एक्टिंग ऑन पार्टिकल इज 0 इन द फोर्स ਉੱਥੇ 0 ਹੁੰਦਾ ਜਿੱਥੇ वेलोसिटी कांस्टेंट ਹੁੰਦੀ ਹੈ, ਤੇ वेलोसिटी कांस्टेंट स्ट्रेट लाइन आ वाला या आ वाला जिथे एक्सेलरेशन ना हो। ठीक है जी, ਤੇ आप पंजवां क्वेश्चन देख लो। This figure shows a heavy block kept on a frictionless surface being pulled by 2 ropes of equal mass m at t equal to 0। अच्छा एक गल खत्म हो गई, देखो फुल स्टॉप। पता कि बड़ा ध्यान नाल पढ़ना पैंदा कि इक्वल मास m and at t equal to 0 the force on left rope is withdrawn। मतलब at t equal to 0 ਆਪਾਂ left force ਜਿਹੜਾ ਇਹਨੂੰ withdraw ਕਰ ਲਿਆ, ਇਹਨੂੰ ਛੱਡਤਾ, but the force on right end continues to act। ਇਹ ਐਕਟ ਕਰ ਰਿਹਾ, ਇਹਨੂੰ ਆਪਾਂ t equal to 0 ਤੇ ਛੱਡਤਾ। let f1 and f2 be the magnitude of the forces by the right rope। ਇਹ ਤੇ f1 ਹੈ, ਇਹ ਤਾਂ ਦੋਨੋਂ ਪਾਸੇ f ਬਣਾਏ ਹੋਏ ਨੇ। ਚਲੋ ਆਪਾਂ ਬਣਾ ਦਿੰਦੇ ਆ ਨਾ, ਆਪਣੇ ਵੱਲੋਂ ਮੰਨ ਲੈਂਦੇ f1 be the magnitude of the right rope, ਆ f1 ਆ f2, the right rope and the left rope on the block respectively। then ये कह रहे हैं f1 is equal to f2 is equal to f for t less than 0। आ देखो ना t 0 ਤੇ ਆਪਾਂ ਛੱਡਿਆ ਨਾ ਉਹਨੂੰ, ਜਿਵੇਂ ਦੇਖੋ ਨਾ equal mass force on left rope is withdrawn but the force on right hand continues to act। ਇਹ at t equal to 0 ਐਕਟ ਕਰਨਾ ਮਤਲਬ ਬੰਦ ਕਰਦਾ ਆ ਵਾਲਾ ਫੋਰਸ। ਉਸ ਤੋਂ ਪਹਿਲਾਂ ਤਾਂ ਐਕਟ ਕਰ ਰਹੇ ਸੀ ਦੋਨੋਂ, ਹਨਾ? ਤਾਂ ਇੱਕ ਤਾਂ ਆ ਲੱਗ ਰਿਹਾ ਵਾ f1 equal to f2 equal to f, दोनों फोर्सेस बराबर होंगे, ते t for t less than 0 यानी कि आ 0 तो पहला, t less than 0 मतलब कि ओरिजिन तो पहला, यानी जो स्टॉप वॉच ऑन करन तो पहला की गल हो रही है। आगे बढ़ा देखिए f1 is equal to f2 equal to f plus mg। देखो mg ਤੁਹਾਨੂੰ ਪਤਾ mg ਨੀਚੇ ਨੂੰ ਐਕਟ ਕਰਦਾ ਆ, ਹਨਾ, ਤੇ ਇਹਦਾ ਨਾਰਮਲ ਰਿਐਕਸ਼ਨ ਉੱਪਰ ਐਕਟ ਕਰਦਾ ਦਾ, ਤੇ ਉਹਦਾ ਇਹਦੇ ਨਾਲ f ਨਾਲ ਕੋਈ ਕੰਬੀਨੇਸ਼ਨ ਹੋ ਹੀ ਨਹੀਂ ਸਕਦਾ, ਇਹਦਾ ਕੋਈ ਵੀ ਕੰਪੋਨੈਂਟ ਇਹਦੀ ਡਾਇਰੈਕਸ਼ਨ 'ਚ ਨਹੀਂ ਆ ਸਕਦਾ। ਸੋ ਆਹ ਵਾਲਾ ਤਾਂ ਪੱਕਾ ਹੀ ਗਲਤ ਹੈ। ਫਿਰ f1 ਤੇ f2 ਦੋਨੋਂ f ਹੈਗੇ ਨੇ for t greater than 0, ਇਹ ਤਾਂ ਕਦੀ ਵੀ ਨਹੀਂ ਹੋ ਸਕਦਾ, ਕਿਉਂਕਿ ਇੱਕ ਫੋਰਸ ਨੂੰ ਸੀਜ਼ ਕਰਤਾ ਨਾ, ਵਿਦਡਰਾ ਕਰ ਲਿਆ, ਉਹ ਫੋਰਸ ਤਾਂ ਬਰਾਬਰ ਹੋ ਨਹੀਂ ਸਕਦਾ। ਇਹ ਵੀ ਪਤਾ ਨਹੀਂ ਹੈਗਾ, ਇਹਨੇ ਰੁਕ ਜੋ ਬਾਅਦ 'ਚ ਦੇਖਦਾ, ਪਹਿਲਾਂ ਇੱਕ ਵਾਰ ਦੇਖ ਲਈਏ। ਬਾਕੀ f1 less than f
and f2 is equal to f for t greater than 0। ਇਹ ਵੀ ਨਹੀਂ ਹੋ ਸਕਦਾ ਕਿਉਂਕਿ t 0 ਤੇ ਤਾਂ ਉਹ ਸੀਜ਼ ਕਰ ਗਿਆ ਨਾ, 0 ਤੋਂ ਬਾਅਦ ਦਾ ਟਾਈਮ ਅੱਗੇ ਵਧਣਾ ਹੈ। ਉਸ ਤੋਂ ਬਾਅਦ ਇਧਰਲਾ ਜਿਹੜਾ ਫੋਰਸ ਹੈ ਆਬਵੀਅਸਲੀ ਉਹ ਜ਼ਿਆਦਾ ਹੈ, ਇਧਰਲਾ ਫੋਰਸ ਤਾਂ 0 ਹੀ ਹੋ ਗਿਆ, f1 ਲੈਸ ਦੈਨ f ਨਹੀਂ ਹੋਇਆ ਬਲਕਿ ਉਹੀ ਹੋ ਗਿਆ। ਆਹੀ ਲੱਗ ਰਿਹਾ ਇੱਕ ਪਹਿਲਾ a ਪੋਰਸ਼ਨ ਵਿੱਚ, ਇਹਨੂੰ ਚੈੱਕ ਕਰਿਓ ਇੱਕ ਮਿੰਟ। यस सर यही है। यस सर। सर बड़ा वेल डिफाइंड या कोई प्रॉपर ਜਿਹਾ ਨਹੀਂ ਲੱਗ ਰਿਹਾ, ਪਤਾ ਨਹੀਂ ਮੈਨੂੰ। ਦੁਬਾਰਾ ਸਮਝਾਇਆ ਕੁਐਸਚਨ ਹੈ, ਕੁਐਸਚਨ ਨਹੀਂ ਮੈਨੂੰ ਸਮਝ ਲੱਗਿਆ। ਹਾਂ ਮੈਨੂੰ ਵੀ ਇਹ ਕੁਐਸਚਨ ਥੋੜਾ यस सर ਮੈਂ ਗਲਤ ਵਾਲੇ ਦੇਖ ਲਏ, ਗਲਤ ਕਿਹੜੇ ਨੇ, ਸਹੀ ਵਾਲੇ ਤੱਕ ਤਾਂ ਮਤਲਬ ਹੁਣ ਕਹਿੰਦੇ ਨਾ ਬਾਅਦ ਚ ਬੰਦਾ ਕਹਿੰਦਾ ਇੱਕੋ ਸਹੀ ਆ। ਇਹਦੇ ਤੇ ਮੈਂ ਦੁਬਾਰਾ ਸੋਚੂਗਾ ਇਹਨੂੰ ਮੈਂ ਕਿਵੇਂ ਕਹਿੰਦੇ ਨੇ ਇਹ, ਠੀਕ ਆ। ਤੁਸੀਂ ਵੀ ਸੋਚਿਓ। ਇਹ ਹੋ ਗਿਆ ਪੇਜ। आ जाओ थर्ड पेज पे, आ जाओ जल्दी देखो ये केड़ी प्रॉब्लम्स ने, बोलो बोलो बोलो। सर 8th और 7th 9th सर एक्सरसाइज का 9th आई ना। अच्छा एक्सरसाइज वाला 9th एंड 12th भी करना वो 12th 6th ऊपर वाला नहीं सर, आ नहीं ऊपर हां हां जी सर। और ठीक है करा मैं। यस सर एक्सरसाइज द 5th, एक्सरसाइज द 5th कोई नहीं आप 5th सर। हां जी सर 6वां भी कर लो सर, उत्ते ऑब्जेक्टिव वाला की कर ला सर। कुछ नहीं सर, बस हो रहा है सर। अच्छा ਇਹ ਨਾ ਆਪਾਂ ਪੂਰਾ ਆਪ ਇਕੱਠੇ ਹੀ ਪੇਸਟ ਕਰ ਲੈਣੇ ਅੱਗੇ ਫਿਰ ਕਰਦੇ ਹਾਂ। ਇਹਦੇ ਨੀਚੇ ਗੱਲ ਕਰ ਲਾਂਗੇ ਆਪਾਂ। ਦੇਖੋ ਜੀ, the force exerted by the floor of an elevator on the foot of the person standing there is more than the weight of the person if the elevator is, ਹਾਂ ਇਹ ਕੁਐਸਚਨ ਸੀਗਾ ਵਧੀਆ ਦੇਖਣ ਵਾਲਾ। ਦੇਖੋ ਜੀ ਜਿਹੜਾ ਇਹ ਬੰਦਾ ਆ ਐਲੀਵੇਟਰ ਤੇ ਖੜਾ ਆ, ਤੁਹਾਨੂੰ ਪਤਾ ਕਿ ਜੇ ਐਲੀਵੇਟਰ ਤੁਹਾਡਾ ਐਕਸਲਰੇਟ ਨਾ ਹੋ ਰਿਹਾ ਹੋਵੇ ਹਨਾ ਨਾਰਮਲੀ, ਤਾਂ ਉਸ ਬੰਦੇ ਦਾ ਜਿਹੜਾ ਜਿੰਨਾ ਵੀ weight ਹੁੰਦਾ ਹੈ ਉਨਾ ਹੀ ਨਾਰਮਲ ਰਿਐਕਸ਼ਨ ਹੁੰਦਾ ਹੈ। ਕਲੀਅਰ ਹੈ ਗੱਲ ਇਹ? ਯੈਸ ਸਰ ਯੈਸ ਸਰ। ਨੇ ਕਿ ਉਹ ਜਿਹੜਾ ਪਰਸਨ ਸਟੈਂਡਿੰਗ ਹੈ ਉਹਦਾ ਮੋਰ ਦੈਨ weight। ਅੱਛਾ ਮੋਰ weight ਕਦੋਂ ਹੁੰਦਾ ਸੀ? ਜਦੋਂ ਐਕਸਲਰੇਟ ਕਿੱਧਰ ਨੂੰ ਹੋ ਰਹੀ ਹੋਵੇ ਬੋਡੀ, ਉੱਪਰ ਨੂੰ ਤਾਂ weight ਆਉਂਦਾ ਨਾ ਜ਼ਿਆਦਾ, ਕਿਉਂਕਿ ਜਦੋਂ ਐਕਸਲਰੇਸ਼ਨ ਉੱਪਰ ਨੂੰ ਹੋਏਗੀ a naught ਤਾਂ ਉਸ ਬੰਦੇ ਦੇ ਉੱਪਰ ਇੱਕ ਸ਼ੂਡੋ ਫੋਰਸ ਲੱਗੇਗਾ ਨਾ ਨੀਚੇ ਨੂੰ, ਹੈਨਾ? ਤਾਂ ਉਹੀ ਤਾਂ ਐਡ ਹੋ ਜਾਂਦਾ, ਫਿਰ ਨਾਰਮਲ ਰਿਐਕਸ਼ਨ ਕਿੰਨਾ ਆ ਜਾਂਦਾ mg + ma naught। ਅੱਛਾ ਤੁਹਾਨੂੰ ਮੈਂ ਇਹੀ ਗੱਲ ਥੋੜਾ ਹੋਰ ਤਰ੍ਹਾਂ ਸਮਝਾਈ ਹੋਈ ਹੈ ਨਾ। ਮੈਂ ਤੁਹਾਨੂੰ ਕਿਹਾ ਹੈ ਕਿ ਦੇਖੋ ਜੇ r ਤੇ mg ਹੈਗੇ ਨੇ, ਆ a naught ਨਾਲ ਉੱਪਰ ਤਾਂ ਜਾਏਗਾ ਜੇ ਉੱਪਰਲਾ ਵੱਡਾ ਹੋਏਗਾ, ਉੱਪਰਲਾ ਫੋਰਸ ਮਾਈਨਸ ਨਿਚਲਾ ਫੋਰਸ ਬਰਾਬਰ ਹੋਏਗਾ ਮਾਸ ਇਨਟੂ ਦਾ ਐਕਸਲਰੇਸ਼ਨ। ਤੇ ਫਿਰ ਮੈਂ ਤੁਹਾਨੂੰ ਕਿਹਾ r = mg + ma naught। ਦੇਖੋ ਸ਼ੂਡੋ ਨੂੰ ਕਹਿ ਲੋ ਜਾਂ ਐਵੇਂ ਹੀ ਕਰ ਸਕਦੇ ਆਪਾਂ, ਮੈਂ ਐਵੇਂ ਕਿ ਇਕੁਏਸ਼ਨ ਬਣਾ ਦਿੰਦਾ, ਠੀਕ ਹੈ, ਬਟ ਇਟ ਡਸਨਟ ਮੈਟਰ। ਚਲੋ ਆ ਇੱਕ ਤਾਂ ਪੱਕੀ ਗੱਲ ਹੈ ਵੀ ਗੋਇੰਗ ਅਪ ਐਂਡ ਸਲੋਇੰਗ ਨਹੀਂ, ਸਲੋਇੰਗ ਡਾਊਨ ਨਹੀਂ, ਸਪੀਡਿੰਗ ਅਪ, ਗੋਇੰਗ ਅਪ ਐਂਡ ਸਪੀਡਿੰਗ ਅਪ, ਯੈਸ, ਗੋਇੰਗ ਡਾਊਨ ਐਂਡ ਸਲੋਇੰਗ ਡਾਊਨ, ਯੈਸ। ਦੇਖੋ ਧਿਆਨ ਨਾਲ, ਗੋਇੰਗ ਡਾਊਨ ਐਂਡ, ਕਿਉਂਕਿ ਸਲੋਇੰਗ ਡਾਊਨ ਦਾ ਮਤਲਬ ਪਤਾ ਕੀ ਹੋ ਜਾਂਦਾ ਫਿਰ ਐਕਸਲਰੇਸ਼ਨ ਦੀ ਜਿਹੜੀ ਤੁਹਾਨੂੰ ਲੱਗ ਰਿਹਾ ਹੁੰਦਾ ਨਾ ਜਿਹੜੀ ਡਾਇਰੈਕਸ਼ਨ ਹੈ ਉਹ ਡਾਇਰੈਕਸ਼ਨ ਨਹੀਂ ਰਹਿੰਦੀ, ਫਿਰ ऊपर वाली साइड और सीढ़ी नीचे लग जाएगा फिर। हाँ बिल्कुल, क्योंकि अगर स्लोइंग डाउन है, गोइंग डाउन है एंड स्लोइंग डाउन है ना, तो मतलब एक्सेलरेशन किधर है फिर ऊपर को, ऊपर नु आएगी, तो फिर सीढ़ी नीचे चल जाएगा। सो दिस इज आल्सो करेक्ट। गोइंग डाउन एंड स्पीडिंग अप, तो फिर कई नीचे जा रही है, फिर तो हल्का पानी महसूस होएगा उन्हें, एंड ऑब्वियसली एक करेक्ट एयर नहीं होएगा। सो इतने आ ਜਿਹੜਾ स्पीडिंग अप स्पीडिंग डाउन ਇਹਨੂੰ ਸਮਝਣ ਦੀ ਲੋੜ ਹੈ कि ये सिर्फ डायरेक्शन इथों ही नहीं पता लगती, इथों भी पता लगती है, ठीक है गल सर? स्पीडिंग अप सर एंड दस रहा है कि वेलोसिटी घट वध रही है, ओही मतलब स्पीड ओदी जेडी है वेलोसिटी दा मैग्नीट्यूड जो घट वध रहा है। देख रहे मेरी गल सुन ध्यान नाल,
एक बार मैंने पहला दो गल्लां समझ लो दिमाग 'ਚ बिल्कुल चंगी तरह बिठा लो। आ एक लिफ्ट है, लिफ्ट ते बंदा बैठा आ, खड़ा आ, जो भी, ते एदा वेट जिहड़ा mg है वो कोई बराबर हुंदा आ, ये नहीं हैगा कुछ भी। ਜਦੋਂ लिफ्ट एक्सेलरेट ना हो रही होवे ਤਾਂ ਉਹਦਾ r ਜਿਹੜਾ ਹੈ असली वेट ਦੇ ਬਰਾबर ਹੁੰਦਾ ਹੈ। क्लीयर है गल? ਹੁਣ ਬੰਦਾ ਆ, ਮੰਨ ਲਓ ਲਿਫਟ ਦੀ ਐਕਸਲਰੇਸ਼ਨ ਉੱਪਰ ਨੂੰ ਹੈ, ਤਾਂ ਉਸ ਬੰਦੇ ਦਾ ਜਿਹੜਾ weight ਹੈ ਉਹ ਜ਼ਿਆਦਾ ਵੱਧ ਜਾਏਗਾ ਕਿ ਨਹੀਂ, ਦੱਸੋ? ਹਾਂਜੀ। ਤਾਂ ma0 ਨੀਚੇ ਨੂੰ ਲੱਗੇਗਾ ਤੇ ਇਹਦਾ ਅਪੇਰੈਂਟ weight more ਹੋ ਜਾਏਗਾ। ਕਲੀਅਰ ਹੈ ਗੱਲ? ਤੇ ਜੇ ਲਿਫਟ ਦੀ ਐਕਸਲਰੇਸ਼ਨ ਦੀ ਦਿਸ਼ਾ ਨੀਚੇ ਨੂੰ ਹੈ ਤਾਂ ਉਹਦਾ ਜਿਹੜਾ ਬੰਦੇ ਦਾ weight ਤੇ ਨੀਚੇ ਹੀ ਆਏਗਾ, ਨਾਰਮਲ ਰਿਐਕਸ਼ਨ ਉੱਪਰ ਹੋਏਗਾ, ਤੇ ਇਹਦਾ ਜਿਹੜਾ ਉਹ ਹੋਏਗਾ ਸ਼ੂਡੋ ਕਿੱਦਾਂ ਲੱਗ ਜਾਏਗਾ, ਜਿਹਦੇ ਨਾਲ ਕਿ r plus this will be equal to this, तो ਇਹਦਾ apparent weight ਘਟ ਜਾਏਗਾ ਪਹਿਲਾਂ ਨਾਲੋਂ। ਕਲੀਅਰ ਹੈ ਗੱਲ? ਆ ਦੋ ਗੱਲਾਂ, ਹਾਂਜੀ ਸਰ, ਬਸ ਆ ਗੱਲਾਂ ਦੇਖ ਲਓ। ਹੁਣ ਲਿਫਟ ਬੰਦਾ ਖੜਾ ਆ ਤੇ ਗੋਇੰਗ ਅਪ ਹੈ ਹਨਾ, ਐਂਡ ਸਲੋਇੰਗ ਡਾਊਨ ਹੈ। ਹੁਣ ਜੇ ਗੋਇੰਗ ਅਪ ਹੈ ਤੇ ਤੁਹਾਨੂੰ ਦਿਸ਼ਾ ਤਾਂ ਉੱਪਰਲੀ ਹੋਣੀ ਚਾਹੀਦੀ ਹੈ ਨਾ, पर स्लो डाउन हो रहा, मतलब कि एक्सेलरेट नहीं हो रहा बल्कि डिसेलरेट, यानी कि दिशा नीचे नु हो गई। आ पहला केस हो गया। दूजा गोइंग अप है, स्पीडिंग अप है, गोइंग अप जा रहा तो स्पीड अप भी हो रहा इन पॉजिटिवली, फिर दूजा केस आ हो गया। तीजा गोइंग डाउन है, स्लोइंग डाउन है, गोइंग डाउन तो आ दिशा आएगी पर स्लो डाउन हो रहा है यानी कि ऊपर, फिर केड़ा केस आ गया, ए वाला आ ही आ गया। फिर गोइंग डाउन है, स्पीडिंग अप है, आ केस आ गया। तो फिर देख लो कि दो केस इधर आए ने, इन्हां विच ही अपना अपेरेंट वेट ज्यादा होगा। समझ लगी गल सारे नूं? सर सी नहीं समझ आया की सर, गोइंग डाउन स्लोइंग। अच्छा अच्छा, देख मैं समझा देना, देख मेरी गल सुन ध्यान नाल, मेरी गल सुन। एक बंदा भी u वेलोसिटी नाल इधर नूं जा रहा, बस तू इन्नी गल समझ, ठीक आ। जे ये स्पीड अप हो रहा, मतलब ਇਹਦੀ ਜੇ ਗਤੀ ਜਿਹੜੀ ਹੈਗੀ, ਜਿਹੜੀ ਸਪੀਡ ਆ ਉਹ ਵੱਧ ਰਹੀ ਹੈ, ਤਾਂ ਤੂੰ ਮੈਨੂੰ ਦੱਸ ਐਕਸੈਲਰੇਸ਼ਨ ਦੀ ਡਾਇਰੈਕਸ਼ਨ, ਆਪਣੀ ਫੋਰਸ ਕਿੱਧਰ ਨੂੰ ਲੱਗਿਆ ਹੋਏਗਾ, ਇਹਨੂੰ ਮੈਨੂੰ ਦੱਸ, ਇਹਦੀ ਦਿਸ਼ਾ 'ਚ ਕਿ ਉਲਟਾ? ਸਰ ਇੱਧਰ ਹੀ ਲੱਗਿਆ ਹੋਏਗਾ, ਤੇ ਜਿੱਧਰ ਨੂੰ ਫੋਰਸ ਲੱਗਿਆ ਹੋਏਗਾ ਮਾਸ ਤਾਂ ਪੋਜ਼ਿਟਿਵ ਦਾ, ਫੋਰਸ ਬਟਾ ਮਾਸ, ਐਕਸੈਲਰੇਸ਼ਨ ਇੱਧਰ ਨੂੰ ਹੀ ਨਾ, ਇਹਦਾ ਮਤਲਬ। ਕਲੀਅਰ ਹੋਈ ਗੱਲ? ਯੈਸ ਸਰ। ਤੇ ਜੇ ਕੋਈ ਬਾਡੀ ਇੱਧਰ ਨੂੰ ਜਾ ਰਹੀ ਹੈ, ਠੀਕ ਹੈ, ਤੇ ਉਸ ਤੋਂ ਬਾਅਦ ਉਹਦੀ ਵੈਲੋਸਿਟੀ ਜਿਹੜੀ ਆ ਉਹ ਘਟ ਜਾਂਦੀ ਹੈ, ਸਲੋ ਡਾਊਨ ਹੋ ਜਾਂਦੀ ਹੈ, ਤਾਂ ਇਹਦੀ ਐਕਸੈਲਰੇਸ਼ਨ ਦੀ ਦਿਸ਼ਾ ਕਿਹੜੀ ਹੋਏਗੀ ਦੱਸ? ਸਰ ਠੀਕ ਹੈ, ਆਪੋਜ਼ਿਟ ਡਾਇਰੈਕਸ਼ਨ ਦੇ ਆਪੋਜ਼ਿਟ ਹੋਏਗੀ। ਆ ਦੋ ਗੱਲਾਂ ਕਲੀਅਰ ਹੋ ਗਈਆਂ ਹੁਣ ਕਿ ਨਹੀਂ ਦੱਸ? ਯੈਸ ਸਰ। ਠੀਕ ਹੈ, ਬਸ ਹੁਣ ਇੱਥੇ ਦੇਖ ਲਾ, ਆਪਣੇ ਆਪ ਇਸ ਗੱਲ ਨੂੰ ਲਾ ਲਾ ਹੁਣ, ਕਿ ਜੇ ਬਾਡੀ ਗੋਇੰਗ ਅਪ ਹੈ, ਜਾ ਤਾਂ ਉਹ ਅਪ ਰਹੀ ਹੈ पर स्लो डाउन हो रही है, तो ਉਹਦੇ खिलाफ यानी कि डाउन होएगा ना, फिर ए नॉट। और पता लग रही गल? यस सर। हैं इसी तरह सारे केसेस ਨੂੰ बना के सोच भी, जा जिधर रही है वो तो देख रही है, तो वो तो ठीक है, जे देखना जिधर ਨੂੰ जे जा रही है गोइंग अप, पर स्लो डाउन हो रही है तो अप नहीं डाउन हो जाएगी एक्सेलरेशन, है ना। जा तो ऊपर रही है पर ते ऊपर वध भी रही है, मतलब हाँ ऊपर ही रहेगी एक्सेलरेशन। जा तो नीचे रही है पर स्लो डाउन हो रही है, तो मतलब नीचे तो उल्टा, डाउन जान तो उल्टा ऊपर हो जाएगी एक्सेलरेशन। इस तरह इतने नीचे हो जाएगी एक्सेलरेशन। सो इस तरह करके आ जो दो केस ने अपने ये जवाब ने अपना, क्योंकि आपां नूं आ चाहिए सी केस। क्लीयर है गल? यस सर। फिर दोबारा सोचे ना चंगी तरह, किन्नी बरीक गल है, मतलब इन्हू समझना चीज़ नूं चंगी तरह, काइनेमैटिक्स ते उहदे थ्रू जावांगे तां हुंदी है गल। 7वां, टेंशन इन द केबल इज इक्वल टू द वेट। दसो फिर टेंशन कदों होंदी है इक्वल टू द वेट? रेस्ट या फिर यूनिफॉर्म स्पीड नाल जा रहे होवे, आ जवाब होएगा अप या सी एंड डी, जिधर मर्जी जावे, यूनिफॉर्म वेलोसिटी ना जावे, बस ये तो कुछ भी नहीं है। अगला की है, particle is observed from two frames and the frame S2 moves with respect to S1 with acceleration। आप देख लो पीयूष ते मैं आगे थे, है ना। F1 F2 are pseudo forces when seen from
S1 and S2 respectively on the अच्छा पार्टिकल एक ही है जिन्होंने दोनों तो देखना है which of the following are not possible two frames with respect to each other accelerate हो रहे हैं दोनों ही accelerate हो रहे हैं actually with respect to each No sir only S2 accelerate हो रहा है S2 accelerate with respect to S1 yes sir हाँ ठीक है and let F1 F2 be इन्हें जो कई चीजें पॉसिबल नहीं देखो अभी हो सकता है कि S1 इनर्शियल हो गए yes sir मतलब रेस्ट भी जो है तो S2 हो जाता और लग ही नहीं सकता भैया हो तो ए इनर्शियल भी हो सकता है ए नॉन इनर्शियल भी हो सकता है दोनों गला हो सकती है ना दोनों गला वैलिड नहीं होता यदि अपनी भी एक्सेलरेशन होती है तो नेट एक्सेलरेशन कुछ आ जाएगी ਉਹਦੀ ਦੂਜੇ ਦੀ yes sir इसलिए दोनों गला हो जाएगा ਹੁਣ ਜਿਹੜੀ ਚੀਜ਼ ਪੱਕਾ ਹੀ ਪੋਸੀਬਲ ਹੋ ਸਕਦੀ ਹੈ ਉਹ ਦੇਖਣੀ ਹੈ which are not possible ਹੋ ਸਕਦਾ ਕਿ ਵੀ ਇੱਕ ਚ ਸ਼ੂਡੋ ਫੋਰਸ ਹੋਵੇ ਤੇ ਦੂਜੇ ਚ ਨਾ ਹੋਵੇ ਹੋ ਸਕਦਾ ਇੱਕ ਇਨਰਸ਼ੀਅਲ ਹੋਵੇ ਹਨਾ ਤੇ ਆ ਵੀ ਗੱਲ ਹੋ ਸਕਦੀ ਹੈ ਫਿਰ ਕਿਸੇ ਇੱਕ ਚ ਦੋਨਾਂ ਵਿੱਚੋਂ ਕਿਸੇ ਇੱਕ ਨੂੰ ਆਪਾਂ ਮੰਨ ਸਕਦੇ ਨਾ ਇਨਰਸ਼ੀਅਲ ਫਰੇਮ ਤੇ ਹੋ ਸਕਦਾ ਦੋਨੋਂ ਹੀ ਐਕਸਲਰੇਟ ਹੋ ਰਹੇ ਹੋਣ ਤਾਂ ਦੋਨਾਂ ਚ ਸ਼ੂਡੋ ਫੋਰਸ ਲੱਗ ਸਕਦਾ ਹੈ ਪਰ ਦੋਨਾਂ ਦੇ ਸ਼ੂਡੋ ਫੋਰਸ ਜ਼ੀਰੋ ਨਹੀਂ ਹੋ ਸਕਦੀ ਹਨਾ ਆਹ ਵਾਲੀ ਗੱਲ ਆਪਣਾ ਜਵਾਬ ਹੈ ਸੌਰੀ ਕਿਉਂਕਿ ਦੋਨਾਂ ਜੇਕਰ ਜੇ ਇੱਕ ਫਰੇਮ ਦੂਜੇ ਦੇ ਵਿਦ ਰਿਸਪੈਕਟ ਟੂ ਐਕਸਲਰੇਟ ਹੋ ਰਿਹਾ ਇਹਨੂੰ ਧਿਆਨ ਨਾਲ ਸਮਝੋ ਅਗਰ S1 ਦੇ ਵਿਦ ਰਿਸਪੈਕਟ ਟੂ S2 ਐਕਸਲਰੇਟ ਹੋ ਰਿਹਾ ਤਾਂ ਆ ਵੀ ਹੋ ਸਕਦਾ ਕਿ ਆ ਰੈਸਟ ਵਿੱਚ ਹੋਵੇ ਤੇ ਆ ਵੀ ਹੋ ਸਕਦਾ ਕਿ ਇਹ ਆਪ ਵੀ ਐਕਸਲਰੇਟ ਹੋ ਰਿਹਾ ਕਿਸੇ ਐਕਸਲਰੇਸ਼ਨ ਨਾਲ ਰੈਸਟ ਫਰੇਮ ਤੋਂ ਤੇ ਇਹਦੀ ਵੀ ਕੋਈ ਐਕਸਲਰੇਸ਼ਨ ਹੋਵੇ ਜਿਹਦੇ ਕਰਕੇ ਇਹਦੀ ਵਿਦ ਰਿਸਪੈਕਟ ਟੂ ਇਹਦੇ ਕੁਝ ਐਕਸਲਰੇਸ਼ਨ ਆ ਰਹੀ ਹੋਵੇ ਤੇ ਹੋ ਸਕਦਾ ਕਿ ਇਹ ਰੈਸਟ ਵਿੱਚ ਹੋਵੇ ਇਹ ਆਪ ਹੀ ਐਕਸਲਰੇਟ ਹੋ ਰਿਹਾ ਹੋਵੇ ਤੇ ਉਹ ਨਾ ਐਕਸਲਰੇਟ ਹੋ ਰਿਹਾ ਹੋਵੇ ਤੇ ਆ ਤਿੰਨੋਂ ਪੋਸਿਬਿਲਿਟੀਜ਼ ਹੈਗੀਆਂ ਨੇ ਇਹ ਤਿੰਨੋਂ ਪੋਸਿਬਿਲਿਟੀਜ਼ ਦੇ ਵਿੱਚ ਜਵਾਬ ਆ 1 2 3 ਹੈਗੇ ਨੇ ਆ ਪੋਸੀਬਲ ਨੇ ਆ ਪੋਸੀਬਲ ਨਹੀਂ ਹੈਗਾ ਬਸ ਕਿ ਦੋਨਾਂ ਦੀ ਐਕਸਲਰੇਸ਼ਨ ਜ਼ੀਰੋ ਹੋ ਜਾਏ ਕਿਉਂਕਿ ਇੱਕ ਦੀ ਵਿਦ ਰਿਸਪੈਕਟ ਟੂ ਦੂਜੇ ਦੀ ਹੈਗੀ ਹੈ ਬਸ आगे देखो की है 9th person says that he measured the acceleration of particle to be non-zero while no force was acting on the particle हाँ हुण दसो हुण तां पे गल करके हटिया राजवीर तू दस एक पर्सन है वो कह रहा कि he measured ਉਹਨੇ acceleration माप ਲਈ है एक particle ਦੀ ਜਿਹੜੀ ਕਿ non zero ਆ ਯਾਨੀ ਕਿ acceleration है पर वो कह रहा force act नहीं कर रहा particle ਤੇ ਤਾਂ ਦੱਸ ਕੀ ਹੋ ਸਕਦਾ ਹੈ ਕਿ ਉਹ ਝੂਠਾ ਵਾ ਝੂਠ ਬੋਲ ਰਹੇ ਹੋ ਰਾਜਵੀਰ ਯੈਸ ਉਹ ਝੂਠਾ ਨਹੀਂ ਬੋਲ ਰਿਹਾ ਨਾ ਉਹ ਤਾਂ ਹੋ ਸਕਦਾ ਕਿ ਉਹਨੂੰ ਜਿਵੇਂ ਮੈਂ ਪਿਊਸ਼ ਨੂੰ ਦੇਖ ਰਿਹਾ ਸੀ ਮੋਟਰਸਾਈਕਲ ਤੇ ਹਿਸ ਕਲੌਕ ਮਾਈਟ ਰਨ ਸਲੋ ਇਹਦਾ ਕੋਈ ਗੱਲ ਨਹੀਂ ਹੈ ਤਾਂ ਬਿਲਕੁਲ ਬਕਵਾਸ ਹੈ ਹਿਸ ਮੀਟਰ ਸਕੇਲ ਮਾਈਟ ਬੀ ਲੌਂਗਰ ਦੈਨ ਦਾ ਸਟੈਂਡਰਡ ਇਹਦੀ ਕੋਈ ਗੱਲ ਨਹੀਂ ਹੈ ਹੀ ਮਾਈਟ ਹੈਵ ਯੂਜ਼ਡ ਇਹਦੀ ਡਿਸਕਸ਼ਨ ਤਾਂ ਦਿੱਤੀ ਤੁਹਾਨੂੰ ਸਾਰੀ ਮੈਂ ਹਾਂਜੀ ਸਰ he might have used non inertial frame बस आएगा जवाब ठीक है जी गल यस सर ते एक्सरसाइज दे विच देखो पंजवां क्वेश्चन ਜਿਹੜੇ क्वेश्चन मैं कराते सी संडे ਨੂੰ एक्सरसाइज ਦੇ ਉਹ ਨਹੀਂ मैं कराऊंगा ਉਹ ਹੁਣ ਤੁਹਾਡੇ ਕੋਲ ਉਸ ਕਲਾਸ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਦੁਬਾਰਾ ਵਿੱਚ ਦੇਖਣੇ ਹੋ मैं अगे अगले पेज पे है नहीं मैं छड़ दूंगा आज शाम को 4 to 5 बजे मैं पूरी कंप्लीट कराऊंगा ये थोड़ी कल्ली क्वेश्चन पूछ के two blocks of equal mass m are tied to each other through a light string one of the block is pulled along the line joining them with a force F find the tension in the string joining the block सब तो सिंपलेस्ट क्वेश्चन है कुछ भी नहीं हैगा दो इक्वल मास दे ब्लॉक ने m ते m दोनों ਨੂੰ जोड़िया एक string दे नाल ਉਹਨਾਂ ਚ ਹੋਊਗੀ tension ਉਸ ਤੋਂ ਬਾਅਦ ਕੀ ਕਹਿ ਰਹੇ ਨੇ one of the block is pulled along with the force F constant force ਇਹਨੂੰ F force ਨਾਲ ਖਿੱਚ ਰਹੇ ਆ ਆਪਾਂ ਤੇ find the tension in the string ਇਹ ਚ ਕੀ ਆ ਇਹ ਪੂਰਾ ਸਿਸਟਮ ਨੂੰ ਮੰਨ ਲਓ ਇੱਕ ਸਿਸਟਮ ਹੈ ਤੇ ਆਬਵੀਅਸਲੀ ਪੂਰਾ ਸਿਸਟਮ ਕਿਵੇਂ ਆ ਤਾਂ ਇੰਟਰਨਲ ਫੋਰਸ ਹੋ ਜਾਏਗਾ ਪੂਰਾ ਸਿਸਟਮ ਨੂੰ ਲਾਓ ਐਕਸਲਰੇਸ਼ਨ ਕਿੰਨੀ ਆਏਗੀ ਇਹਦੀ F/2m यस फोर्स बटा 2m आपने एक्सेलरेशन आ जाएगी ਹੁਣ ਟੈਂਸ਼ਨ ਪਤਾ ਕਰਨੀ ਹੈ ਤਾਂ ਇਹਦੀ ਐਕਸਲਰੇਸ਼ਨ ਵੀ ਤਾਂ ਇਹੀ ਆਏਗੀ ਯੈਸ ਸਰ ਤਾਂ t ਬਰਾਬਰ ਕੀ ਹੋਏਗਾ ਮਾਸ ਇਨਟੂ ਐਕਸਲਰੇਸ਼ਨ ਤੇ ਮਾਸ ਐਕਸਲਰੇਸ਼ਨ ਕਿੰਨੀ ਹੈ f ਬਟਾ 2m m ਨਾਲ m ਕੱਟਿਆ ਗਿਆ f ਬਟਾ 2 ਆਨਸਰ ਠੀਕ ਹੈ ਇਹਦਾ ਤੇ ਆਪਾਂ ਕਈ ਪ੍ਰੋਬਲਮ ਕੀਤੀਆਂ ਨੇ 3 3 4 4 ਉਹਦਾ ਐਸਐਲ ਅਰੋੜਾ ਵਿੱਚ ਵੀ ਕੀਤੀਆਂ ਨੇ ਆਪਾਂ ਆਮ ਜਦੋਂ ਕਿਤਾਬਾਂ ਚੋਂ ਕਰ ਰਹੇ ਸੀ 9ਵਾਂ ਤੇ 10ਵਾਂ
बहुत ध्यान नाल पहला एक गल समझ लो, जे तुसीं नहीं सुनी पहला चंगी तरह तो हुण समझ लो, ठीक है। मैं दोबारा दस्सण जा रहा एक गल कि जिहड़ा स्प्रिंग हुंदा है ना, स्प्रिंग दे विच इह गल लागू हुंदी है। स्प्रिंग किसी भी स्प्रिंग दे लई इह गल हमेशा याद रखियो तुसीं, स्प्रिंग दी एक तां हुंदी है आम लंबाई, मान लो आ ਉਹਦੀ आम लंबाई है, ऐ ना करो हॉरिजॉन्टल ते गल कर लो, नहीं तो इत्थे ना वेट वूट नाल मैंशन करना पै जांदा। आ मान लो एक स्प्रिंग है ते आ एक फ्रिक्शनलैस सरफेस दे उपर रखिया होया ते इस ते एक स्प्रिंग लग्या होया, आ स्प्रिंग दी आम लंबाई है इत्थे तक, असल विच जिहड़ी लंबाई है यानी कि इत्थे तक तां स्प्रिंग दी अपनी लंबाई हैगी ही आ मीन पोजीशन हमेशा, ठीक है। हुण आपां की करदे हां, आपां इस स्प्रिंग नूं जे फोर्स लगा के खिच्चदे हां इत्थों तां स्प्रिंग खिच के इत्थे तक ले आने हां ते स्प्रिंग दी इनिशियल पोजीशन जिहड़ी है हमेशा ओदी मेन पोजीशन मन्नी जाती है आ वाली ते फाइनल आ वाली। तां बेसिकली स्प्रिंग दे विच आ जिहड़ा आ इत्थों तो लैके इत्थे तक होया वा ਇਹਨੂੰ ਕਹਿੰਦੇ ਨੇ स्प्रिंग ਦੀ डिस्प्लेसमेंट ਤੇ ਉਹਨੂੰ x ਨਾਲ ਡਿਨੋਟ ਕਰਦੇ ਨੇ, याद रखियो ਇਹਨੂੰ, ठीक है। यस सर। स्प्रिंग ਨੂੰ ਖਿੱਚਦੇ ਹੋ ਤਾਂ स्प्रिंग ਦੇ ਵਿੱਚ ਇੱਕ ਫੋਰਸ ਆਪਣੇ ਆਪ ਪੈਦਾ ਹੋ ਜਾਂਦੀ ਹੈ, ਉਹਨੂੰ ਕੀ ਬੋਲਦੇ ਰੀਸਟੋਰਿੰਗ ਫੋਰਸ। ਉਹ ਰੀਸਟੋਰਿੰਗ ਫੋਰਸ स्प्रिंग ਨੂੰ ਵਾਪਸ ਲੈ ਕੇ ਜਾਣ, ਜੇ ਛੱਡੋਗੇ ਤਾਂ ਕੀ ਹੋਏਗਾ, ਵਾਪਸ ਚਲਾ ਜਾਂਦਾ ਹੈ ਤੇ ਵਾਪਸ ਜਾਣ ਲਈ ਉਹ ਚ ਰੀਸਟੋਰਿੰਗ ਫੋਰਸ ਡਿਵੈਲਪ ਹੁੰਦੀ ਹੈ, ਐਫ ਰੀਸਟੋਰਿੰਗ, ਤੇ ਉਹ ਉਨੀ ਹੀ ਡਿਵੈਲਪ ਹੁੰਦੀ ਹੈ ਜਿੰਨੀ ਫੋਰਸ ਲਗਾ ਕੇ ਤੁਸੀਂ स्प्रिंग ਨੂੰ ਇੱਥੇ ਖਿੱਚਿਆ ਸੀ, ਠੀਕ ਆ। ਇਹ ਹੈਗਾ एफ अप्लाइड, एफ अप्लाइड, एफ रिस्टोरिंग। सो जो फोर्स अप्लाइड हुंदा है इत्थे वो बिल्कुल बराबर हुंदा है इन मैग्नीट्यूड किदे रीस्टोरिंग फोर्स, रिस्टोरिंग दे विद इन लिमिट्स, ठीक है। ते आ जिहड़ा रिस्टोरिंग फोर्स हुंदा है जिहड़ा कि देखो दिशा अलग अलग होंगी है अपलाइड दी ते रिस्टोरिंग, याद रखियो। रिस्टोरिंग फोर्स उन्ना ही ज्यादा हुंदा है जिन्ना ज्यादा डिस्प्लेसमेंट होवे। हां इहनू कल्ले मैग्नीट्यूड दी गल कर लो फिलहाल, प्रोपोर्शनल टू x, भी जिन्ना ज्यादा खिंचोगे उन्ना ज्यादा उन्हें वापस खिंच पाएगी ना। ते आ जी नु जदों इक्वालिटी लिखदे हैं तां k टाइम्स x लिखदे ने, तो k इज कॉल्ड स्प्रिंग कांस्टेंट, ठीक है, रिस्टोरिंग फोर्स। ते जदों नु वेक्टर फॉर्म च लिखना हुंदा है तो आप माइनस के इंटू एक्स फैक्टर लिखते हैं, क्योंकि रिस्टोरिंग फोर्स हमेशा डिस्प्लेसमेंट के खिलाफ होंदा है डायरेक्शन। जे तुसीं यही काम करो, स्प्रिंग नूं अंदर नूं दब दो, इत्थे इकट्ठा कर दो, तो हुण इत्थे तक आ गया, तो डिस्प्लेसमेंट आ होएगी एक्स, तो फिर इह रिस्टोरिंग किधर नूं डिवेलप होएगा, बाहर नूं डिवेलप हो जाएगा, क्योंकि हुण तुहाडा अप्लाइड इधरों अंदर नूं कीता तुसीं, है ना। सो आ बिल्कुल वही आ गल हमेशा वैलिड रहिंदी है। इस स्प्रिंग के बारे गल पता होनी चाहिए तुहानूं। हुण अगे सवाल की है, we a particle of mass 0.3 kg is subjected to a force inna where k is inna. What will be its initial acceleration if it is released from a point x equal to 20 centimeter? So जिहड़ा force है उत्ते जिहड़ा लगाया तुसी वो किहदे बराबर है, k times x है ना इन मैग्नीट्यूड जे मैं गल करा k times x, ते k दी वैल्यू कितनी है 15 न्यूटन पर मीटर, ठीक है। ते x कितना है 20 सेंटीमीटर है, तो 20 सेंटीमीटर कन्वर्ट कर ली मीटर, इतना फोर्स लगेगा, कितना लगेगा 20 5 100 5 3 न्यूटन का फोर्स लगेगा। सिंपल जी गल है बस। व्हाट विल बी द इनिशियल एक्सेलरेशन इफ इट रिलीज, इथों रिलीज किया उन्होंने, इस टाइम ते उन्होंने फोर्स इतना लग रहा सी ते ओदा मास कितना है 0.3 kg है, तो एक्सेलरेशन कितनी आएगी 10 मीटर पर सेकंड स्क्वायर, 10 मीटर पर सेकंड स्क्वायर। बहुत सौखा है, ठीक है। कुछ भी सर बट इन्होंने ने भी तो मैग्नीट्यूड च ही लिखे f इक्वल टू माइनस kx, किथे लिखे नहीं क्वेश्चन आ देख मेरी गल सुनो, सारे ने याद रखे जो बुक्स विच लिखिया हुंदा ना, बुक्स च वैक्टर दा साइन ओमिट कर दिंदे ने, उन्होंने बोल्ड लिख दिंदे ने, बस उन्होंने लगता कि बच्चे आप ही समझणगे। ये है होना तो नहीं चाहिए, थोड़ी जी क्लैरिटी बच्चों की इसलिए भी घट होंदी है क्योंकि किताब पढ़ते हुए वो देखते हैं आ एफ लिखिया, हुण वो की करदे ने एफ नूं थोड़ा बोल्ड बना दिंदे ने, ठीक है, ते के नूं नॉर्मल लिख दिंदे ने, फिर एक्स नूं भी थोड़ा जिहा बोल्ड बना दिंदे ने, वो नाल लगदा कि हाँ भी बच्चों नूं पता लग गया भी वैक्टर है, ये वैक्टर फॉर्म च लिखिया है, ये लिखिया स्केलर फॉर्म च। सो तुसी अपने तुसी आप ठीक लिखना,
ਤੁਸੀਂ ਐਂ ਲਿਖਣਾ ਤੁਹਾਡੀ ਕਾਪੀ ਤੇ ਤੁਸੀਂ ਬੋਰਡ ਨਾ ਬਣਾ ਬੈਠੋਗੇ ਉਹਨੂੰ ਹਨਾ यस सर एरो बना देंगे ऊपर ਹਾਂ ਐਰੋ ਬਣਾਓਗੇ ਉੱਪਰ ਹਮੇਸ਼ਾ ਹੀ ਜਦੋਂ ਵੈਕਟਰ ਲਿਖਣਾ ਐਰੋ ਬਣਾਓ ਮੈਂ ਤੁਹਾਨੂੰ ਸਿਖਾਇਆ ਹੀ ਇਹ ਆ ਕਿਉਂਕਿ ਤੁਸੀਂ ਕਾਪੀਆਂ ਤੇ ਲਿਖਣਾ ਆਪਣੇ ਆਪ ਨੂੰ ਵੀ ਕਨਵਿੰਸ ਰੱਖਣਾ ਹਮੇਸ਼ਾ ਤੇ ਆਹ ਤਾਂ ਨਾ ਇਹਨਾਂ ਦਾ ਕਈ ਫੋਰਨ ਆਥਰ ਹੈਗੇ ਨੇ ਉਹ ਐਂ ਲਿਖੀ ਜਾਂਦੇ ਨੇ ਮਤਲਬ ਜੇ ਹੁਣ ਤੁਸੀਂ ਇਲੈਕਟ੍ਰੋਡਾਇਨਾਮਿਕਸ ਪੜ੍ਹੀਏ ਨਾ ਆਪਾਂ ਐਮਐਸਸੀ ਬੀਐਸਸੀ ਵਾਲੀ ਕਿਤਾਬਾਂ ਤੇ ਉਹਦਾ ਕਦੇ ਵੈਕਟਰ ਸਾਈਨ ਪਿਆ ਹੀ ਨਹੀਂ ਦੇਖੋਗੇ ਤੁਸੀਂ ਕਿਤੇ ਪੂਰੀ ਕਿਤਾਬ 'ਚ ਸਾਰੀ ਕਿਤਾਬ 'ਚ ਵੈਕਟਰ ਦੀ ਗੱਲ ਹੋ ਰਹੀ ਹੈ ਤੇ ਪਿਆ ਹੀ ਨਹੀਂ ਹੁੰਦਾ ਸਾਈਨ ਆਪ ਹੀ ਸਮਝਣਾ ਪੈਂਦਾ ਫਿਰ ਸੋ ਚਲੋ ਮੈਨੂੰ ਲੱਗਦਾ ਨਾ ਇਹ 'ਚ ਨਾ ਇਹ ਟਾਈਪਿੰਗ ਟੂਪਿੰਗ ਲਈ ਵੀ ਨਾ ਕਾਫੀ ਟਾਈਮ ਲੱਗਦਾ ਹੋਣਾ ਤਾਂ ਵੀ ਉਹ ਸ਼ਾਇਦ ਐਮਿਟ ਕਰਕੇ ਬੋਲਡ ਬਣਾ ਦਿੰਦੇ ਆ ਕਿਉਂਕਿ ਬੋਲਡ ਕਰਨਾ ਅੱਖਰਾਂ ਨੂੰ ਕੀ ਹੁੰਦਾ ਸਿਲੈਕਟ ਕੀਤਾ ਉਹ ਟਾਈਪਿੰਗ 'ਚ ਨਾ ਸਿੱਧੇ ਬੋਲਡ ਹੋ ਜਾਂਦਾ ਤੇ ਉਹ ਕਹਿੰਦੇ ਨੇ ਆ ਵੈਕਟਰਾਂ ਨੂੰ ਬੋਲਡ ਕਰ ਦਿਓ ਤੇ ਉਹ ਉੱਪਰ ਵੈਕਟਰ ਦਾ ਸਾਈਨ ਪਾਉਣ ਨਾਲ ਨਾ ਟਾਈਪਿੰਗ ਸਪੀਡ ਘੱਟ ਹੋ ਜਾਂਦੀ ਪੂਰੀ ਕਿਤਾਬ ਛਾਪਣੀ ਉਹ ਮੈਨੂੰ ਲੱਗਦਾ ਸ਼ਾਇਦ ਇਹ ਹੁੰਦਾ ਹੋਣਾ ਆ ਮੈਂ ਕਰਾਇਆ ਸੀ ਦੱਸੋ ਇਹ ਪ੍ਰੋਬਲਮ ਹੈ ਕਿਸੇ ਦੀ 10ਵਾਂ ਕੁਐਸਚਨ ਮੈਂ ਕਰਾ ਦਿੰਦਾ ਦੁਬਾਰਾ यस सर दोबारा करा दो ਕਰਾ ਦਾਂ हाँ जी सर ਦੇਖੋ ਧਿਆਨ ਨਾਲ ਕੀ ਆ ਉਹ ਕਹਿੰਦੇ ਨੇ ਦ ਸਪ੍ਰਿੰਗ ਹੈਗੇ ਨੇ ਅਨਸਟ੍ਰੈਚਡ ਨੇ ਮਤਲਬ ਸਪ੍ਰਿੰਗ ਸਟ੍ਰੈਚ ਹੀ ਨਹੀਂ ਹੋਏ ਤਾਂ ਕੋਈ ਰਿਸਟੋਰਿੰਗ ਫੋਰਸ ਨਹੀਂ ਹੈਗਾ ਬਲੌਕ ਇਜ਼ ਡਿਸਪਲੇਸਡ ਬਾਈ ਡਿਸਟੈਂਸ x ਐਂਡ ਦੈਨ ਰਿਲੀਜ਼ਡ ਹੁਣ ਬਲੌਕ ਨੂੰ ਜੇ ਤੁਸੀਂ x ਡਿਸਟੈਂਸ ਇੱਥੇ ਕਰਤਾ ਮੰਨ ਲਓ ਬਾਕਸ ਨੂੰ ਇੱਥੇ ਲਿਆ ਕੇ ਰੱਖਤਾ ਇੱਥੇ ਤਾਂ ਜਿਹੜਾ ਇਧਰਲਾ ਸਪ੍ਰਿੰਗ ਹੈ ਲੈਫਟ ਸਾਈਡ ਵਾਲਾ ਉਹ ਸਪ੍ਰਿੰਗ ਪਹਿਲਾਂ ਨਾਲੋਂ ਜ਼ਿਆਦਾ ਖਿੱਚਿਆ ਗਿਆ ਹੈ ਨਾ ਤੇ ਜਿਹੜਾ ਇਧਰਲਾ ਸਪ੍ਰਿੰਗ ਹੈ ਉਹ ਇੱਥੇ ਇਕੱਠਾ ਹੋ ਗਿਆ ਹੈ ਨਾ ਤਾਂ ਰਿਸਟੋਰਿੰਗ ਫੋਰਸ ਜਿਹੜਾ ਹੋਏਗਾ ਇਸ ਲੈਫਟ ਵਾਲੇ ਸਪ੍ਰਿੰਗ 'ਚ ਉਹ ਇਧਰ ਨੂੰ ਡਿਵੈਲਪ ਹੋਏਗਾ ਨਾ यस सर ਤੇ ਰਾਈਟ ਵਾਲੇ ਸਪ੍ਰਿੰਗ 'ਚ ਵੀ ਤਾਂ ਇਧਰ ਨੂੰ ਹੀ ਹੋਏਗਾ ਮੀਨ ਪੋਜੀਸ਼ਨ ਵੱਲ ਨੂੰ ਕਿਉਂਕਿ ਉਹ ਸਪ੍ਰਿੰਗ ਇਧਰਲਾ ਸੁੰਗੜ ਗਿਆ ਉਧਰਲਾ ਖੁੱਲ ਗਿਆ ਤਾਂ ਇਹਦਾ ਜਿਹੜਾ ਹੋਏਗਾ ਜੇ x ਡਿਸਪਲੇਸਮੈਂਟ ਕੀਤੀ ਹੈ ਤਾਂ ਇਹਦਾ ਜਿਹੜਾ ਫੋਰਸ ਹੋਏਗਾ ਕਿੰਨਾ ਹੋਏਗਾ k1x ਤੇ ਇਹਦੇ ਵਿੱਚ ਕਿੰਨਾ ਆਏਗਾ k2x ਕਿਉਂਕਿ ਉਹਨਾਂ ਦਾ ਸਪ੍ਰਿੰਗ ਕਾਂਸਟੈਂਟ ਗਿਵਨ ਹੈ k1 ਤੇ k2 ਤਾਂ ਫਿਰ ਦੋਨੋਂ ਫੋਰਸ ਸੇਮ ਹੀ ਦਿਸ਼ਾ 'ਚ ਨੇ ਨਾ ਤਾਂ ਆਬਜੈਕਟ ਨੂੰ ਜਿਹੜਾ ਫੋਰਸ ਲੱਗ ਰਿਹਾ ਉਹ ਕਿੰਨਾ ਲੱਗ ਰਿਹਾ ਟੋਟਲ ਆ ਲੱਗ ਰਿਹਾ ਨਾ यस सर what will be the initial acceleration the acceleration क्या है बटा मास बस acceleration आ रही है सो आंसर आएगा k1 plus k2 into x बटा मास acceleration आएगी ठीक है सो ਤੁਸੀਂ ਦੇਖ ਲੈਣਾ ਹੈ ਕਿ ਉਹ ਚ ਫੋਰਸ ਡਿਵੈਲਪ ਕਿਦਾਂ ਹੋਏਗਾ ਵੀ ਉਹਨੂੰ ਆਪਾਂ ਮਾਈਨਸ ਕਰਨਾ ਕਿ ਪਲੱਸ ਕਰਨਾ ਹੋਰ ਕਿਹੜਾ ਕੁਐਸਚਨ ਹੈ ਇਹ 12ਵਾਂ ये 12वां में तो पूरा है नहीं नो सर पीछे डायग्राम है इसके अगले पेज पे हाँ एक बार इन्ना पढ़ लो पढ़ के मैं वो दूसरा शेयर करूंगा इन्हें याद रख ले बस A man has fallen into a ditch of width d अच्छा ठीक है ਉਹ ਕੁਐਸਚਨ ਇਹਦਾ ਪਹਿਲਾਂ ਦਾ ਸੋਲੂਸ਼ਨ ਤੁਸੀਂ ਪਾਇਆ ਹੈ ਗਰੁੱਪ 'ਚ ਹੁਣੀ ਇਹ ਅਦਿਤੀ ਨੇ ਵੀ ਪਾਇਆ ਹੈ ਪਹਿਲਾਂ सर ਹੁਣ ਨਹੀਂ ਪਾਇਆ ਸੀ सर ਆ ਵਾਲਾ ਕੁਐਸਚਨ अच्छा पहले ये दसो पहले 13वां 14वां 15वां है प्रॉब्लम कोई शायद 15वें का 15वां कराता उस दिन ना यस सर होता है नहीं हां ਤੇ ਆ ਵਾਲੇ ਵੀ ਹੋ ਜਾਣਗੇ ਤੁਹਾਡੇ ਨਾਲ ਹੁਣ ਤੁਸੀਂ ਐ ਕਰੋ ਸ਼ਾਮ 4 ਵਜੇ ਤੋਂ ਪਹਿਲਾਂ ਪਹਿਲਾਂ ਇੱਕ ਤਾਂ ਆ ਕੁਐਸਚਨ ਦੇਖ ਲਓ ਅਦਿਤੀ ਤੇਰੇ ਕੋਲ ਇਹਦਾ ਸੋਲੂਸ਼ਨ ਹੈਗਾ ਸੀ ਨਾ ਤੂੰ ਗਰੁੱਪ 'ਚ ਪਾਏ ਦੁਬਾਰਾ ਪਾ ਦੇ ਇੱਕ ਵਾਰੀ सर मैं नहीं पाया जैस्मीन ने पाया सी मेरे तो आप नहीं होया ਨਹੀਂ ਮੈਨੂੰ ਤਾਂ ਪਹਿਲਾਂ ਸੋਲੂਸ਼ਨ ਕਰਕੇ ਤੂੰ ਪਾਇਆ ਸੀ ਚਲੋ ਕੋਈ ਗੱਲ ਨਹੀਂ सर कोई गल नहीं देख लियो सर जी हो गया था मैं हाँ एक बार वो मैं सॉल्यूशन ਜਿਹੜਾ ਹੈਗਾ ਨਾ ਉਹ ਜੈਸਮੀਨ ਵਾਲਾ ਉਹ ਵੀ ਮੈਂ ਦੇਖ ਲੈਣਾ ਠੀਕ ਹੈ ਕਿ ਨਹੀਂ ਮੈਂ ਅਗਲੀ ਦੇਖਿਆ ਨਹੀਂ ਸੀ ਮੈਂ ਬਸ ਆ ਦੇਖਿਆ ਉਹਨੇ ਪਾਇਆ ਹੈ ਠੀਕ ਤੁਸੀਂ ਵੀ ਦੇਖ ਲਿਓ ਜੋ ਵੀ ਕਰੇ ਨਹੀਂ ਤਾਂ ਸ਼ਾਮ ਨੂੰ 4 ਵਜੇ ਇੱਥੋਂ ਸ਼ੁਰੂ ਕਰੂੰਗਾ ਮੈਂ ਹੁਣ ਆਬਜੈਕਟਿਵ ਦੀ ਡਿਸਕਸ਼ਨ ਹੋ ਚੁੱਕੀ ਆ ਸਬਜੈਕਟਿਵ ਇੱਥੋਂ ਸ਼ੁਰੂ ਕਰੂੰਗਾ ਮੈਂ ਤੇ ਤੁਹਾਡਾ ਆ ਅਗਲੇ ਜਿਹੜਾ ਹੈਗੇ ਨੇ ਪੇजेस ਇਹਦੇ ਹੁਣ ਤਾਂ ਆਪਣਾ ਥੋੜਾ ਉਹ ਹੋਊਗਾ ਆ ਵਾਲੇ 16ਵਾਂ 17ਵਾਂ 18ਵਾਂ ਹੋ ਚੁੱਕੇ ਨੇ 19ਵੇਂ ਤੋਂ ਲੈ ਕੇ ਅੱਗੇ ਜੋ ਵੀ ਹੈਗੇ ਨੇ ਸਾਰੇ ਕੁਐਸਚਨ ਕਰਾਉਂਗਾ ਮੈਂ ਤੇ ਆ ਜਿਹੜੇ ਹੈਗੇ ਨੇ ਬਹੁਤ ਸ਼ਾਮ ਨੂੰ ਦੇਖੋ ਜਰੂਰ ਲਗਾਇਓ ਕਲਾਸ ਕਰਕੇ ਮੇਨ ਤਾਂ ਆ ਕੁਐਸਚਨ ਨੇ ਸਾਰੇ ਜਿਹੜੇ ਤੁਹਾਨੂੰ ਜ਼ਿਆਦਾ ਉੱਥੇ ਆਉਂਦੇ ਨੇ ਆ ਕੁਐਸਚਨ ਨੂਮੈਰੀਕਲ ਪੁੱਛੇ ਜਾਣੇ ਆ ਵਾਲੇ ਦੇਖੋ ਆ ਸਾਰੇ ਕਰਨੇ ਆਪਾਂ ਆ ਸਾਰੇ ਕਰਨੇ ਆ ਜਦੋਂ ਮੈਂ ਤੁਹਾਨੂੰ ਆ ਸਾਰੇ ਕਰਾਤੇ ਨਾ ਅੱਜ ਤੁਹਾਨੂੰ ਸਾਰੀ ਤਰ੍ਹਾਂ ਦੀ ਪ੍ਰੋਬਲਮਸ ਵਿੱਚ ਡੀਲ ਕਰਨਾ ਆਇਆ ਨਾ ਕਿ ਕਿਵੇਂ ਆਪਾਂ ਫ੍ਰੀ ਬੋਡੀ ਡਾਇਗਰਾਮ ਬਣਾ ਕੇ ਸਿੱਧਾ ਕੰਮ ਕਰਕੇ ਆਰਾਮ ਨਾਲ ਮਿਲੂਗੇ
ਐਨ ਆ ਵਾਲੇ ਜੇ ਕਰ ਲਏ ਫਿਰ ਸਭ ਤੋਂ ਸਮ ਹੋ ਗਿਆ ਵਾ, ਅੱਗੇ ਵਾਲੇ ਤਾਂ ਫਿਰ ਸੌਖੇ ਨੇ, ਠੀਕ ਹੈ ਨਾ। ਸੋ ਇਸ ਲਈ ਅੱਜ ਸ਼ਾਮ ਦੀ ਕਲਾਸ 4 ਵਜੇ ਆਪਾਂ ਸ਼ੁਰੂ ਕਰਾਂਗੇ ਤੇ ਸਾਰਿਆਂ ਨੇ ਲਗਾਇਓ ਤਾਂ ਕਿ ਆਪਣੀ ਆ ਗੱਲ ਅੱਜ ਹੀ ਮੁੱਕ ਜਾਵੇ, ਤਾਂ ਕਿ ਆਪਾਂ ਕੱਲ ਨੂੰ ਫ੍ਰਿਕਸ਼ਨ ਬਾਰੇ ਵੀ ਜਿਹੜੀ ਐਕਸਰਸਾਈਜ਼ ਹੈਗੀ ਹੈ ਅੱਜ ਰਾਤ ਭਰ, ਚਲੋ ਮੈਂ ਸ਼ਾਮ ਨੂੰ 5 ਵਜੇ ਦੱਸੂਗਾ ਕੀ ਕਰਨਾ ਅੱਜ ਰਾਤ ਤੁਸੀਂ, ਠੀਕ ਹੈ ਜੀ। ਥੈਂਕ ਯੂ। ਥੈਂਕ ਯੂ ਸਰ। ਥੈਂਕ ਯੂ।